ਹਾਂਜੀ ਮੈਡਮ ਹਰਮੀਤ ਕੌਰ ਜੀ, ਉਹ ਸਾਡੇ ਅੱਜ ਦੇ ਇਸ ਕਿਤਾਬ ਦਰਸ਼ਨ ਤੇ ਕੰਪੇਅਰ ਕਰਨਗੇ। ਮੈਡਮ ਨੂੰ ਬੇਨਤੀ ਹੈ ਕਿ ਉਹ ਸ਼ੁਰੂ ਕਰਨ। ਮੈਡਮ ਹਰਮੀਤ ਕੌਰ। ਕਿਤਾਬ ਦਰਸ਼ਨ ਸੀਰੀਜ਼ ਨਾਲ ਜੁੜੇ ਹੋਏ ਸਾਰੇ ਹੀ ਸਾਥੀਆਂ ਦਾ ਤਹਿ ਦਿਲੋਂ ਸ਼ੁਕਰਾਨਾ। ਤੁਸੀਂ ਅੱਜ ਦੇ ਸਮਾਗਮ ਵਿੱਚ ਸਾਡੇ ਨਾਲ ਜੁੜੇ ਹੋਏ ਹੋ, ਅਸੀਂ ਬਹੁਤ ਧੰਨਵਾਦੀ ਹਾਂ। ਇਸ ਦੇ ਨਾਲ ਅੱਜ ਅਸੀਂ ਇੱਕ ਇਸ ਸੀਰੀਜ਼ ਦਾ ਆਗਾਜ਼ ਜਿੱਥੇ ਕਰ ਰਹੇ ਹਾਂ, ਉੱਥੇ ਨਾਲ ਨਾਲ ਇੱਕ ਪੁਸਤਕ ਅਸੀਂ ਲੋਕ ਅਰਪਣ ਕਰ ਰਹੇ ਹਾਂ। ਸਾਡੀ ਇਸ ਦੇ ਨਾਲ ਇੱਕ ਸੀਰੀਜ਼ ਚੱਲ ਰਹੀ ਹੈ ਪੰਜਾਬ ਦਰਸ਼ਨ। ਪੰਜਾਬ ਦਰਸ਼ਨ ਸੀਰੀਜ਼ ਵਿੱਚ ਜੁੜੇ ਹੋਏ ਸਾਡੇ ਸਾਰੇ ਹੀ ਵਿਦਵਾਨ ਦੋਸਤ, ਸੁਹਿਰਦ ਲੋਕ ਜੋ ਪੰਜਾਬ ਦੇ ਪ੍ਰਤੀ ਫਿਕਰਮੰਦ ਹਨ, ਪੰਜਾਬ ਤੇ ਫਖਰ ਕਰਨ ਵਾਲੇ, ਪੰਜਾਬ ਦੀ ਫਿਕਰ ਕਰਨ ਵਾਲੇ ਲੋਕ ਜੁੜੇ ਹੋਏ ਹਨ। ਇਸ ਵਿੱਚ ਰਹਿਬਰਨੁਮਾ ਕੁਝ ਵਿਦਵਾਨ ਜੋ ਸਾਡੇ ਇਹਨਾਂ ਦੇ ਸਾਨੂੰ ਇਹਨਾਂ ਸ਼ੰਕਿਆਂ, ਸਾਡੀਆਂ ਚਿੰਤਾਵਾਂ, ਸਾਡੇ ਫਿਕਰਾਂ ਦਾ ਜਿਹੜਾ ਉਹ ਨਿਵਾਰਨ ਵੀ ਕਰਦੇ ਨੇ ਤੇ ਸਾਨੂੰ ਸਮੇਂ-ਸਮੇਂ ਦਿਸ਼ਾ ਨਿਰਦੇਸ਼ ਵੀ ਦਿੰਦੇ ਨੇ। ਅਸੀਂ ਉਹਨਾਂ ਦੇ ਵੀ ਬਹੁਤ-ਬਹੁਤ ਧੰਨਵਾਦੀ ਹਾਂ। ਅੱਜ ਦਾ ਇਹ ਸਮਾਗਮ ਜੋ ਅਸੀਂ ਰਚਾ ਰਹੇ ਹਾਂ, ਇਸ ਵਿੱਚ ਅਸੀਂ ਜੋ ਕਿਤਾਬ ਲੋਕ ਅਰਪਣ ਕਰ ਰਹੇ ਹਾਂ ਉਹ ਹੈ ਗੁਰਪ੍ਰੀਤ ਗੀਤ ਦੀ। ਗੁਰਪ੍ਰੀਤ ਗੀਤ ਨਾਮ ਪੰਜਾਬ ਦੇ ਲਈ ਹੁਣ ਓਪਰਾ ਨਹੀਂ ਹੈ, ਬੇਪਛਾਣ ਨਹੀਂ ਹੈ। ਅਸੀਂ ਸਾਰੇ ਹੀ ਜਾਣਦੇ ਹਾਂ ਕਿ ਗੁਰਪ੍ਰੀਤ ਗੀਤ ਪੰਜਾਬ ਦਾ ਉਹ ਹੀਰਾ ਸੀ ਜੋ ਹੁਣ ਸਾਡੇ ਦਰਮਿਆਨ ਨਹੀਂ ਹੈ। ਜਿੱਥੇ ਇਹ ਮੌਕਾ ਖੁਸ਼ੀ ਦਾ ਹੈ ਕਿ ਅਸੀਂ ਇੱਕ ਪੁਸਤਕ ਲੋਕ ਅਰਪਣ ਕਰਨ ਜਾ ਰਹੇ ਹਾਂ, ਉੱਥੇ ਨਾਲ ਦੀ ਨਾਲ ਇਹ ਮੌਕਾ ਕਿਤੇ ਗਮਗੀਨ ਵੀ ਹੈ। ਕਰੋਨਾ ਮਹਾਮਾਰੀ ਦਾ ਜਦੋਂ ਦਾ ਸਮਾਂ ਚੱਲ ਰਿਹਾ ਹੈ, ਉਦੋਂ ਤੋਂ ਅਸੀਂ ਬਹੁਤ ਕੁਝ ਹੰਡਾਇਆ, ਬਹੁਤ ਕੁਝ ਗਵਾਇਆ। ਜੋ ਚੀਜ਼ ਅਸੀਂ ਇਹਦੇ ਸ਼ੁਰੂ ਵਿੱਚ, ਜੋ ਚੀਜ਼ ਜੋ ਸੰਤਾਪ ਅਸੀਂ ਹੰਡਾਇਆ, ਜੋ ਅਸੀਂ ਬਹੁਤ ਵੱਡਾ ਘਾਟ ਮਹਿਸੂਸ ਕੀਤੀ, ਉਹ ਸੀ ਭਾਈ ਨਿਰਮਲ ਸਿੰਘ ਜੀ ਖਾਲਸਾ, ਪਦਮ ਸ਼੍ਰੀ ਭਾਈ ਨਿਰਮਲ ਸਿੰਘ ਜੀ ਖਾਲਸਾ। ਉਹਨਾਂ ਦੀ ਰੁਖਸਤੀ, ਉਹਨਾਂ ਦਾ ਸਾਡੇ ਦਰਮਿਆਨ ਨਾ ਹੋਣਾ, ਇਹ ਬਹੁਤ ਵੱਡਾ ਘਾਟਾ ਸੀ। ਇਸੇ ਪ੍ਰਕਾਰ ਗੁਰਪ੍ਰੀਤ ਗੀਤ ਜੋ ਇਸ ਦੌਰਾਨ ਕਰੋਨਾ ਦੇ ਟਾਈਮ ਦੇ ਵਿੱਚ ਹੀ, ਬੇਸ਼ੱਕ ਉਹਨਾਂ ਦੀ ਰੁਖਸਤੀ ਜਿਹੜੀ ਜਹਾਨ ਤੋਂ, ਇਸ ਫਾਨੀ ਸੰਸਾਰ ਤੋਂ ਜਿਸ ਤਰ੍ਹਾਂ ਉਹ ਅਲਵਿਦਾ ਕਹਿ ਕੇ ਗਏ, ਉਹਦਾ ਕਾਰਨ ਕਰੋਨਾ ਨਹੀਂ ਸੀ, ਪਰ ਕਹਿੰਦੇ ਨੇ ਇੱਕ ਦੁੱਖ ਦੇ ਨਾਲ ਹੋਰ ਕਈ ਦੁੱਖ ਇਕੱਠੇ ਹੋ ਕੇ ਆ ਜਾਂਦੇ ਨੇ। ਕੁਛ ਇਸੇ ਤਰ੍ਹਾਂ ਦਾ ਵਾਪਰਿਆ ਤੇ ਗੁਰਪ੍ਰੀਤ ਗੀਤ ਸਾਨੂੰ ਸਦਾ ਲਈ ਅਲਵਿਦਾ ਕਹਿ ਗਏ। ਔਰ ਉਹ ਜਿਸ ਵਕਤ ਸਾਨੂੰ ਅਲਵਿਦਾ ਕਹਿ ਰਹੇ ਨੇ, ਉਹਨਾਂ ਦੀ ਉਮਰ ਅਜੇ ਬਹੁਤ ਛੋਟੀ ਹੈ ਔਰ ਉਹ ਪੁੰਗਰਦੀ ਹੋਈ ਉਹ ਕਵਿਤਰੀ ਸੀ ਜਿਸ ਨੇ ਅਜੇ ਬਹੁਤ ਅੱਗੇ ਜਾ ਕੇ ਬਹੁਤ ਕੁਝ ਕਰਨਾ ਸੀ, ਉਹਨੂੰ ਅਜੇ ਬੂਰ ਪੈਣਾ ਸੀ। ਅਜੇ ਉਸ ਦੀਆਂ ਕਵਿਤਾਵਾਂ ਨੇ ਹੋਰ ਰੰਗ ਜਿਹੜੇ ਸੀ ਉਹ ਬਾਅਦ ਬਹੁਤ ਰੰਗ ਭਰਨੇ ਸੀ, ਪਰ ਸ਼ਾਇਦ ਕੁਦਰਤ ਨੂੰ ਇਹ ਮਨਜ਼ੂਰ ਨਹੀਂ ਸੀ ਤੇ ਉਹ ਸਾਡੇ ਵਿੱਚ ਨਹੀਂ ਰਹੇ। ਇਹ ਪੁਸਤਕ ਜਿਸ ਬਾਰੇ ਅਸੀਂ ਅੱਜ ਗੱਲ ਕਰਨੀ ਹੈ, ਇਹ ਪੁਸਤਕ ਹੈ ਸੁਪਨਿਆਂ ਦੇ ਦਸਤਖਤ। ਗੁਰਪ੍ਰੀਤ ਗੀਤ ਦੀ ਪੁਸਤਕ ਸੁਪਨਿਆਂ ਦੇ ਦਸਤਖਤ। ਇਸ ਪੁਸਤਕ ਦੇ ਵਿੱਚ ਉਹਨਾਂ ਨੇ ਆਪਣੀਆਂ ਉਹ ਕਵਿਤਾਵਾਂ ਜੋ ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਵੇਗ ਨੂੰ ਪੇਸ਼ ਕਰਦੀਆਂ ਨੇ, ਉਹ ਰਚੀਆਂ ਨੇ। ਉਹਨਾਂ ਦੀ ਬਹੁਤ ਰੀਝ ਸੀ, ਬਹੁਤ ਇੱਛਾ ਸੀ ਕਿ ਉਹ ਇਹ ਪੁਸਤਕ ਨੂੰ ਦੇਖਣ। ਇਸ ਪੁਸਤਕ ਨੂੰ ਉਹਨਾਂ ਨੇ ਬੜੀ ਰੀਝ ਨਾਲ ਛਪਵਾਇਆ। ਅੱਜ ਦੇ ਜੋ ਸਾਡੇ ਵਕਤਾ ਨੇ ਜਿਨ੍ਹਾਂ ਨੇ ਪੇਪਰ ਵੀ ਪੜ੍ਹਨਾ ਹੈ ਗੁਰਪ੍ਰੀਤ ਗੀਤ ਦੀ ਕਵਿਤਾ 'ਤੇ, ਉਹ ਵੀ ਇਸ ਪੁਸਤਕ ਦਾ ਹਿੱਸਾ ਹਨ, ਕਿਉਂਕਿ ਇਹ ਖਰੜਾ ਉਹਨਾਂ ਤੱਕ ਵੀ ਪੁੱਜਦਾ ਕੀਤਾ ਗਿਆ ਸੀ। ਉਹਨਾਂ ਨੇ ਵੀ ਇਸ ਖਰੜੇ ਦੇ ਵਿੱਚ, ਉਹਨੂੰ ਪ੍ਰੂਫ ਰੀਡਿੰਗ ਦੇ ਵਿੱਚ ਉਹਨਾਂ ਨੇ ਮਦਦ ਕੀਤੀ। ਔਰ ਵੱਡੀ ਗੱਲ ਇਹ ਹੈ ਕਿ ਗੁਰਪ੍ਰੀਤ ਗੀਤ ਨੂੰ ਉਹ ਨਿੱਜੀ ਤੌਰ 'ਤੇ ਜਾਣਦੇ ਸਨ। ਅਸੀਂ ਅੱਜ ਦੇ ਇਸ ਪ੍ਰੋਗਰਾਮ ਵਿੱਚ ਸਾਰੇ ਹੀ ਉਹਨਾਂ ਦੋਸਤਾਂ ਨੂੰ ਸ਼ਾਮਲ ਕਰਨ ਦੀ ਕੋਸ਼ਿਸ਼ ਕੀਤੀ ਜੋ ਜ਼ਿਆਦਾਤਰ ਗੁਰਪ੍ਰੀਤ ਗੀਤ ਦੇ ਨਾਲ ਕਿਸੇ ਨਾ ਕਿਸੇ ਤਰ੍ਹਾਂ ਵਾਬਸਤਾ ਰਹੇ ਹਨ। ਇਹ ਪੁਸਤਕ ਸੂਰਜਾਂ ਦੇ ਵਾਰਸ ਵੱਲੋਂ ਪ੍ਰਕਾਸ਼ਿਤ ਕੀਤੀ ਗਈ ਹੈ, ਪਟਿਆਲਾ ਬਠਿੰਡਾ ਵੱਲੋਂ। ਔਰ ਇਹ ਪੁਸਤਕ ਦੇ ਜਿਹੜਾ ਸਰਵਰਕ ਹੈ ਬਹੁਤ ਖੂਬਸੂਰਤੀ ਨਾਲ ਬਣਾਇਆ ਗਿਆ ਹੈ। ਇਹਦੇ ਵਿੱਚ ਪੇਪਰ ਕੁਆਲਿਟੀ ਬਹੁਤ ਖੂਬਸੂਰਤੀ ਨਾਲ ਲਗਾਈ ਗਈ ਹੈ ਔਰ ਕੋਸ਼ਿਸ਼ ਕੀਤੀ ਗਈ ਹਰੇਕ ਵਿਅਕਤੀ ਵੱਲੋਂ ਕਿ ਇਹ ਕਿਤਾਬ ਜਿਹੜੀ ਹੈ ਜਲਦੀ ਤੋਂ ਜਲਦੀ ਗੁਰਪ੍ਰੀਤ ਗੀਤ ਤੱਕ ਪੁੱਜਦਾ ਕੀਤੀ ਜਾਵੇ, ਤਾਂ ਜੋ ਇਹ ਕਿਤਾਬ ਜਿੰਨੀ ਰੀਝ ਤੇ ਜਿੰਨੀ ਖਾਹਿਸ਼ ਨਾਲ ਉਹ ਇਸ ਕਿਤਾਬ ਨੂੰ ਉਡੀਕ ਰਹੇ ਸਨ, ਇਹ ਉਹਨਾਂ ਤੱਕ ਪਹੁੰਚ ਸਕੇ। ਗੁਰਪ੍ਰੀਤ ਆਪਣੀ ਪੁਸਤਕ ਦਾ ਨਾਮ, ਜਿਹੜੀ ਉਹਨਾਂ ਦੀ ਪੁਸਤਕ ਮੇਰੇ ਕੋਲ ਹੈ, ਇਹ ਉਹਨਾਂ ਦੀ ਪੁਸਤਕ ਹੈ ਸੁਪਨਿਆਂ ਦੇ ਦਸਤਖਤ। ਤੁਸੀਂ ਦੇਖ ਸਕਦੇ ਹੋ ਕਿ ਪਿੱਛੇ ਉਹਨਾਂ ਦੀ ਤਸਵੀਰ ਵੀ ਹੈ ਗੁਰਪ੍ਰੀਤ ਗੀਤ ਦੀ। ਔਰ ਉਹ ਆਪਣੀ ਇਸ ਪੁਸਤਕ ਦੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਸੀ। ਜਿਸ ਦਿਨ ਉਹ ਇਸ ਫਾਨੀ ਸੰਸਾਰ ਤੋਂ ਵਿਦਾ ਹੁੰਦੇ ਨੇ,
ਉਸ ਤੋਂ ਇੱਕ ਦਿਨ ਬਾਅਦ ਇਹ ਕਿਤਾਬ ਆਉਂਦੀ ਹੈ, ਜਦੋਂ ਕਿ ਉਹ ਇਹਨੂੰ ਬਹੁਤ ਜਿੰਨੀ ਸ਼ਿੱਦਤ ਨਾਲ ਉਹ ਇੰਤਜ਼ਾਰ ਕਰ ਰਹੇ ਸੀ, ਉਹ ਇਹਨੂੰ ਦੇਖ ਨਹੀਂ ਸਕੇ। ਇਹ ਵੀ ਆਪਣੇ ਆਪ 'ਚ ਇੱਕ ਬਹੁਤ ਵੱਡਾ ਜਿਹੜਾ ਸਦਮਾ ਪਰਿਵਾਰ ਲਈ। ਦੋ ਚੀਜ਼ਾਂ ਸੀ ਕਿ ਇੱਕ ਤਾਂ ਉਹ ਖੁਦ ਨਹੀਂ ਰਹੇ, ਦੂਸਰਾ ਉਹਨਾਂ ਦੀ ਜਿਹੜੀ ਆਖਰੀ ਇੱਛਾ ਸੀ ਉਹ ਪੂਰੀ ਨਹੀਂ ਕਰ ਸਕੇ। ਦੂਸਰੀ ਚੀਜ਼ ਕਿ ਉਹ ਉਹਨਾਂ ਦਾ ਨਾਮ ਜਿਹੜਾ ਉਹਨਾਂ ਨੇ ਇਸ ਪੁਸਤਕ ਦਾ ਨਾਮ ਰੱਖਿਆ ਸੁਪਨਿਆਂ ਦੇ ਦਸਤਖਤ। ਉਹਨਾਂ ਨੇ ਸੁਪਨਿਆਂ ਦੇ ਦਸਤਖਤ ਜਿਹੜਾ ਰੱਖਿਆ ਤਾਂ ਉਹਦੇ 'ਚ ਉਹਨਾਂ ਨੇ ਆਪਣਾ ਜਿਹੜਾ ਨਾਮ ਸੋਚਿਆ ਸੀ, ਇਸ ਤੋਂ ਬਾਅਦ ਉਹਨਾਂ ਨੇ ਸਲਾਹ ਕਰਕੇ ਚੇਂਜ ਕੀਤਾ। ਪਰ ਜਿਹੜਾ ਉਹ ਖੁਦ ਨਾਮ ਰੱਖਣਾ ਚਾਹੁੰਦੇ ਸੀ ਉਹ ਸੀ ਆਖਰੀ ਪੰਕਤੀ ਸ਼ੁਰੂ। ਸ਼ਾਇਦ ਕੁਦਰਤ ਦਾ ਕੁਝ ਸੀ ਜਿਹਦੇ 'ਚ ਉਹ ਇਹ ਕ੍ਰੀਏਟਿਵ ਨਾਮ ਉਹਨਾਂ ਦਾ ਇਸ ਤਰ੍ਹਾਂ ਰਖਾਉਣਾ ਚਾਹੁੰਦੇ ਸੀ ਕਿ ਆਖਰੀ ਪੰਕਤੀ ਸ਼ੁਰੂ। ਇਹ ਆਖਰੀ ਹੋ ਨਿਬੜੀ ਤੇ ਪਰ ਉਹਨਾਂ ਨੇ ਨਾਮ ਇਹਦਾ ਜਿਹੜਾ ਉਹ ਚੇਂਜ ਕਰ ਲਿਆ, ਉਹ ਨਹੀਂ ਰੱਖਿਆ ਗਿਆ। ਜਿਹੜੀ ਚੀਜ਼ ਅਸੀਂ ਦੇਖਦੇ ਹਾਂ ਕਿ ਉਹ ਬਹੁਤ ਅਜੇ ਪੁੰਗਰ ਰਹੀ ਸਾਡੀ ਕਵਿਤਰੀ ਸੀ ਔਰ ਬਹੁਤ ਛੋਟੀ ਉਮਰ 'ਚ ਸੀ। ਤਾਂ ਮੈਨੂੰ ਜਦੋਂ ਮੈਂ ਇਹ ਚੀਜ਼ ਸੋਚਦੀ ਹਾਂ ਤਾਂ ਮੈਨੂੰ ਸ਼ਿਵ ਕੁਮਾਰ ਦੀ ਕਵਿਤਾ ਉਹ ਜਿਹੜੀ ਯਾਦ ਆਉਂਦੀ ਹੈ, ਜੋ ਬਨ ਰੁੱਤੇ ਜੋ ਵੀ ਮਰਦਾ ਫੁੱਲ ਬਣੇ ਜਾ ਤਾਰਾ, ਜੋ ਬਨ ਰੁੱਤੇ ਆਸ਼ਿਕ ਮਰਦੇ ਜਾਂ ਕੋਈ ਕਰਮਾਂ ਵਾਲਾ, ਜਾਂ ਮਰਨ ਜਿਨਾ ਲਿਖਾਏ ਹਿਜਰ ਧੁਰੋਂ ਵਿੱਚ ਕਰਮਾ, ਹਿਜਰ ਤੁਹਾਡਾ ਅਸਾਂ ਮੁਬਾਰਕ ਨਾਲ ਬਹਿਸ਼ਤੀ ਮਾਤਾ। ਜਿਹੜਾ ਔਰ ਇੱਕ ਹੁੰਦਾ ਕਿ ਬੰਦਾ ਅਜੇ ਬਹੁਤ ਛੋਟਾ ਹੈ ਤਾਂ ਉਹਦੀ ਰੁਖਸਤੀ ਜਦੋਂ ਏਦਾਂ ਹੋ ਜਾਂਦੀ ਹੈ। ਪਰ ਜਿਹੜੀ ਗੁਰਪ੍ਰੀਤ ਗੀਤ ਹੈ ਇਹਨਾਂ ਦਾ ਅਜੇ ਜਿਹੜਾ ਨਾਮ, ਹਾਲਾਂਕਿ ਬਹੁਤ ਇੱਕ ਪਹਿਲੀ ਕਿਤਾਬ ਆ ਰਹੀ ਹੈ, ਅਜੇ ਬਹੁਤ ਘੱਟ ਲੋਕ ਉਹਨਾਂ ਨੂੰ ਜਾਣਦੇ ਸੀ, ਪਰ ਜਿੰਨਾ ਉਹਨਾਂ ਨੇ ਇੰਨੇ ਚਿਰ ਵਿੱਚ ਜਿੰਨਾ ਆਪਣਾ ਨਾਮਣਾ ਖੱਟਿਆ, ਉਹਨਾਂ ਨੇ ਉਸ ਚੀਜ਼ ਵਿੱਚ ਬਹੁਤ ਕੁਝ ਹਾਸਿਲ ਕੀਤਾ। ਜਦੋਂ ਸੋਸ਼ਲ ਮੀਡੀਆ ਤੇ ਇਸ ਚੀਜ਼ ਦਾ ਰੌਲਾ ਪਿਆ ਤਾਂ ਉਦੋਂ ਜਿਹੜੇ ਨਹੀਂ ਵੀ ਜਾਣਦੇ ਸੀ ਉਹਨਾਂ ਵੀ ਜਾਣਿਆ, ਉਹਨਾਂ ਦੀ ਪੋਇਟਰੀ ਪੜ੍ਹੀ ਉਹਨਾਂ ਦੀ। ਤਾਂ ਸੱਚਮੁੱਚ ਉਹ ਕਵਿਤਾ ਜਿਹੜੀ ਅਜੇ ਸਾਵੇ ਪੱਤਰਾਂ ਤੇ ਸੀ, ਜਿਹੜੀ ਅਜੇ ਨਿਖਰਨ ਵਾਲੀ ਸੀ, ਉਹਨੂੰ ਕੁਦਰਤ ਨੇ ਮੌਕਾ ਨਹੀਂ ਦਿੱਤਾ। ਪਰ ਉਹ ਬੇਸ਼ੱਕ ਸਰੀਰਕ ਰੂਪ ਵਿੱਚ ਸਾਡੇ 'ਚ ਮੌਜੂਦ ਨਹੀਂ ਨੇ, ਪਰ ਆਪਣੀ ਪੁਸਤਕ ਦੇ ਰਾਹੀਂ, ਆਪਣੀਆਂ ਲਿਖਤਾਂ ਦੇ ਰਾਹੀਂ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਉਹ ਵਾਸ ਕਰਨਗੇ। ਮੈਂ ਇਸ ਗੱਲ ਨੂੰ ਬਹੁਤ ਜ਼ਿਆਦਾ ਨਾ ਵਧਾਉਂਦਿਆਂ ਹੋਇਆ ਮੁਹੰਮਦ ਇਰਸ਼ਾਦ ਜੀ ਅੱਜ ਸਾਡੇ ਦਰਮਿਆਨ ਨੇ, ਤੇ ਮੈਂ ਇਸ ਗਮਗੀਨ ਮੌਕੇ ਦੀ ਜਿਹੜੀ ਸ਼ੁਰੂਆਤ ਆ ਉਹ ਆਪਣੇ ਇੱਕ ਅਲਾਪ ਰਾਹੀਂ ਕਰਾਂਗੇ। ਤੇ ਮੇਰੀ ਗੁਜ਼ਾਰਿਸ਼ ਹੈ ਕਿ ਕਿਰਪਾ ਕਰਕੇ ਉਹ ਸਾਡੇ ਨਾਲ ਆਪਣਾ ਉਹ ਅਲਾਪ ਜਿਹੜਾ ਉਹ ਸਾਂਝਾ ਕਰਨ, ਤਾਂ ਜੋ ਅਸੀਂ ਇਸ ਖੁਸ਼ੀ ਤੇ ਗਮ ਦੋਨਾਂ ਜਿਹੜਾ ਰਲਵਾਂ ਮਾਹੌਲ ਹੈ ਇਹਨੂੰ ਥੋੜਾ ਜਿਹਾ ਇਹਦੇ ਨਾਲ ਸਮਤਲ ਹੋ ਸਕੀਏ। ਹਾਂਜੀ, ਮੁਹੰਮਦ ਇਰਸ਼ਾਦ ਜੀ। ਮੁਹੰਮਦ ਇਰਸ਼ਾਦ ਜੀ। ਸਭ ਤੋਂ ਪਹਿਲੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਬੀਬਾ ਗੁਰਪ੍ਰੀਤ ਗੀਤ ਜੀ ਵਿੱਚ ਨਹੀਂ ਰਹੇ, ਪਰ ਉਹਨਾਂ ਦੀ ਕਵਿਤਾ ਸਾਡੇ ਕੋਲ ਹੈ। ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਹ ਆਪਣੀ ਕਵਿਤਾ ਵਿੱਚ ਗਵਾਚ ਗਈ ਹੋਵੇ। ਅੱਜ ਅਸੀਂ ਉਹਦੀ ਕਵਿਤਾ ਦੇ ਜ਼ਰੀਏ ਉਹਨਾਂ ਨੂੰ ਸ਼ਰਧਾਂਜਲੀ ਵੀ ਦੇ ਰਹੇ ਹਾਂ ਤੇ ਉਹਨੂੰ ਉਹਦੀ ਕਵਿਤਾ ਦੇ ਵਿੱਚ ਯਾਦ ਵੀ ਕਰ ਰਹੇ ਹਾਂ। ਅੱਜ ਇਸ ਉਦਾਸ ਅਵਸਰ ਤੇ ਮੈਂ ਉਹਨੂੰ ਸ਼ਾਹ ਮੁਹੰਮਦ ਜੀ ਦੇ ਇਸ ਕਲਾਮ ਰਾਹੀਂ ਸ਼ਰਧਾਂਜਲੀ ਅਰਪਣ ਕਰ ਰਿਹਾ। ਇੱਥੇ ਆਇਆ ਨੂੰ ਦੁਨੀਆ ਮੋਹ ਲੈਂਦੀ, ਦਗੇਬਾਜ਼ ਦਾ ਤਾਰ ਕੇ ਪੇਸ ਅਮੀਆਂ ਸਦਾ ਨਹੀਂ ਜਵਾਨੀ ਤੇਸ਼ ਮਾਪੇ, ਸਦਾ ਨਹੀਂ ਜਬਾਨ ਵਰੇਸ ਮੀਆਂ, ਸਦਾ ਨਹੀਂ ਜੇ ਦੌਲਤਾ ਫੀਲ ਘੋੜੇ
शील घोड़े सदा नहीं जे राजिया देश मिया शाह मुहम्मद सदा ना रूप दुनिया सदा रहन न कालड़े केशमिया न कालड़े केशमिया ਬਹੁਤ ਬਹੁਤ ਸ਼ੁਕਰੀਆ ਮੁਹੰਮਦ ਇਰਸ਼ਾਦ ਜੀ। ਤੁਸੀਂ ਇਸ ਮਾਹੌਲ ਦੇ ਬਿਲਕੁਲ ਅਨੁਕੂਲ ਜਿਹੜੀ ਸਾਨੂੰ ਇਹ ਆਲਾਪ ਜਿਹੜਾ ਇਹ ਲਾ ਕੇ ਦੱਸਿਆ, ਅਸੀਂ ਤੁਹਾਡੇ ਬਹੁਤ ਸ਼ੁਕਰਗੁਜ਼ਾਰ ਹਾਂ। ਇਸ ਉਪਰੰਤ ਮੈਂ ਉਸ ਹਸਤੀ ਦੇ ਨਾਲ ਰੂਬਰੂ ਕਰਾਉਣ ਜਾ ਰਹੀ ਹਾਂ ਜਿਹੜੇ ਪਦਮ ਸ਼੍ਰੀ ਨੇ, ਔਰ ਨਾਲ ਨਾਲ ਸੂਫੀ ਜਿਹੜੀ ਗਾਇਕੀ ਹੈ, ਵਿਰਾਸਤੀ ਜਿਹੜੀ ਸੂਫੀ ਗਾਇਕੀ ਹੈ, ਉਹਨੂੰ ਉਹਨਾਂ ਨੇ ਅਜੇ ਤੱਕ ਸੰਭਾਲ ਕੇ ਰੱਖਿਆ। ਵੱਡੀ ਗੱਲ ਹੈ ਕਿ ਉਹ ਪੰਜਾਬ ਦੇ ਰਾਜ ਕਵੀ ਨੇ, ਰਾਜ ਗੀਤਕਾਰ ਨੇ, ਔਰ ਮੈਨੂੰ ਲੱਗਦਾ ਰਾਜ ਗਾਇਕ ਦੇ ਨਾਲ ਨਾਲ ਉਹ ਪੰਜਾਬ ਦਾ ਗੀਤ ਨੇ। ਜੇ ਮੈਂ ਕਹਾਂ ਪੰਜਾਬ ਦਾ ਗੀਤ ਤਾਂ ਮੈਨੂੰ ਨਹੀਂ ਲੱਗਦਾ ਮੈਂ ਕੁਝ ਗਲਤੀ ਕਰ ਰਹੀ ਹੋਵਾਂਗੀ। ਤੇ ਇੰਨੇ ਕੀਮਤੀ ਰੁਝੇਵਿਆਂ ਦੇ ਵਿੱਚੋਂ ਉਹਨਾਂ ਨੇ ਸਾਡੇ ਲਈ ਸਮਾਂ ਕੱਢਿਆ, ਜਿਹਦੇ ਲਈ ਅਸੀਂ ਸਦਾ ਹੀ ਉਹਨਾਂ ਦੇ ਰਿਣੀ ਰਹਾਂਗੇ। ਤਾਂ ਮੇਰੀ ਮੁਰਾਦ ਸ਼੍ਰੀ ਹੰਸਰਾਜ ਹੰਸ ਜੀ ਤੋਂ ਹੈ। ਗੁਰਪ੍ਰੀਤ ਗੀਤ ਆਪਣੇ ਨਾਮ ਦੇ ਨਾਲ ਗੀਤ ਤਖੱਲੁਸ ਲਗਾਉਂਦੇ ਸੀ, ਤੇ ਮੈਨੂੰ ਲੱਗਦਾ ਜੇ ਪੰਜਾਬ ਦਾ ਗੀਤ ਉਹਨਾਂ ਨੂੰ ਸ਼ਰਧਾਂਜਲੀ ਦੇਵੇ ਤਾਂ ਇਸ ਤੋਂ ਵੱਡੀ ਸ਼ਰਧਾਂਜਲੀ ਸਾਡੇ ਲਈ ਹੋਰ ਕੋਈ ਨਹੀਂ ਹੋ ਸਕਦੀ। ਮੈਂ ਬੇਨਤੀ ਕਰਾਂਗੀ ਸ਼੍ਰੀ ਹੰਸਰਾਜ ਹੰਸ ਜੀ ਨੂੰ ਕਿ ਉਹ ਦੋ ਬੋਲ ਸਾਡੇ ਨਾਲ ਸਾਂਝੇ ਕਰਨ। ਸ਼੍ਰੀ ਹੰਸਰਾਜ ਹੰਸ ਜੀ। ਸਭ ਤੋਂ ਪਹਿਲਾਂ ਸਾਰਿਆਂ ਨੂੰ ਦਰਜਾ ਬਦਰਜਾ ਬਾਦ ਸਤਿ ਸ੍ਰੀ ਅਕਾਲ, ਆਦਾਬ। ਮੈਂ ਪ੍ਰੋਫੈਸਰ ਅਵਤਾਰ ਸਿੰਘ ਜੀ ਦਾ ਸ਼ੁਕਰਗੁਜ਼ਾਰ ਹਾਂ, ਜਿਨ੍ਹਾਂ ਨੇ ਮੈਨੂੰ ਯਾਦ ਫਰਮਾਇਆ। ਇਹ ਪੰਜਾਬ ਪ੍ਰਤੀ, ਪੰਜਾਬੀਆਂ ਪ੍ਰਤੀ ਰਹਿੰਦੇ ਨੇ, ਤੇ ਜਿਹੜੇ ਅੱਜ ਪੈਨਲ ਤੇ ਬੈਠੇ ਆ ਉਹਨਾਂ ਦੇ ਜਦੋਂ ਮੈਂ ਦਰਸ਼ਨ ਕਰ ਰਿਹਾ ਤੇ ਮੈਨੂੰ ਇਸ ਤਰ੍ਹਾਂ ਹੀ ਲੱਗ ਰਿਹਾ ਜਿਵੇਂ ਸਮੁੱਚੇ ਪੰਜਾਬ ਦੇ ਦਰਸ਼ਨ ਕਰ ਰਿਹਾ, ਔਰ ਪੰਜਾਬੀਅਤ ਦੇ। ਜਿੱਥੇ ਪੰਜਾਬ ਦਰਸ਼ਨ ਦਾ ਜ਼ਿਕਰ ਹੈ ਉੱਥੇ ਕਿਤਾਬ ਦਰਸ਼ਨ ਦਾ ਵੀ ਜ਼ਿਕਰ ਹੈ। ਕਿਤਾਬ ਦੇ ਬਾਰੇ ਬੋਲਣਾ ਜਾਂ ਅੱਜ ਕਿਤਾਬ ਨੂੰ ਲਾਂਚ ਕਰਨਾ, ਜਿੱਥੇ ਖੁਸ਼ੀ ਦਾ ਵਾਇਸ ਹੈ ਉੱਥੇ ਕਿਤਾਬ ਰਚਨਹਾਰੀ, ਕਿਤਾਬ ਨੂੰ ਸਿਰਜਣਹਾਰੀ, ਕਿਤਾਬ ਜਿਨ੍ਹਾਂ ਨੂੰ ਆਮਦ ਹੋਈ ਉਹਨਾਂ ਦੇ ਦਰਸ਼ਨ, ਉਸ ਬੱਚੀ ਦੇ, ਉਸ ਐਂਜਲ ਦੇ, ਉਸ ਕੰਨਿਆ ਦੇ ਦਰਸ਼ਨ ਤੋਂ ਅਸੀਂ ਵਾਂਝੇ ਹਾਂ। ਮੈਂ ਇਹਨਾਂ ਤੋਂ ਜ਼ਿਕਰ ਸੁਣਿਆ ਪ੍ਰੋਫੈਸਰ ਸਾਹਿਬ ਤੋਂ, ਉਹਨਾਂ ਦਾ। ਕਿਤਾਬ ਮੈਨੂੰ ਮਿਲੀ, ਕਿਤਾਬ ਥੋੜੀ ਜਿਹੀ ਮੈਂ ਪੜ੍ਹ ਸਕਿਆ। ਜਿੰਨਾ ਕਿ ਮੈਨੂੰ ਸਮਝ ਆਇਆ, ਉਹ ਬੱਚੀ ਬਹੁਤ ਜ਼ਹੀਨ ਸੀ। ਖੂਬਸੂਰਤ ਤੇ ਖੂਬਸੂਰਤ ਬੱਚੇ ਕਰਮਾਂ ਨਾਲ ਨਸੀਬ ਹੁੰਦੇ ਆ। ਉਹ ਬੱਚੀ ਬਾਰਿਸ਼ ਦੀਆਂ ਚਾਂਦੀ ਰੰਗੀਆਂ ਬੂੰਦਾਂ ਨੂੰ ਤਰਸਦੀ ਸੀ, ਤੇ ਜਦੋਂ ਬਾਰਿਸ਼ ਪੈ ਜਾਏ ਇਸ ਮਿੱਟੀ ਦੀ ਖੁਸ਼ਬੂ ਨੂੰ ਤਰਸਦੀ ਸੀ ਤੇ ਮਾਣਦੀ ਸੀ ਤੇ ਮਹਿਸੂਸ ਕਰਦੀ ਸੀ। ਉਹਦੀ ਕਵਿਤਾ ਚੋਂ ਉਸ ਮਿੱਟੀ ਦੀ, ਸਾਡੀ ਧਰਤੀ ਦੀ, ਸਾਡੀ ਰੂਹ ਦੀ ਖੁਸ਼ਬੂ ਆਉਂਦੀ ਸੀ। ਉਹ ਬੱਚੀ ਜੋ ਖਾਬ ਬੁਣਦੀ ਸੀ, ਖਾਬ ਦੇਖਦੀ ਸੀ, ਸੁਪਨੇ ਸਿਰਜਦੀ ਸੀ। ਪਤਾ ਨਹੀਂ ਸੀ ਕਿ ਉਧਰੋਂ ਕਿਤਾਬ ਆਏਗੀ ਤੇ ਇਧਰੋਂ ਉਹਦੀ ਜ਼ਿੰਦਗੀ ਦੀ ਕਿਤਾਬ ਜਿਲਦ ਸਣੇ ਜਿਨ੍ਹਾਂ ਬੱਦਲਾਂ ਵੱਲ ਉਹ ਦੇਖਦੀ ਰਹਿੰਦੀ ਸੀ, ਉਧਰ ਹੀ ਚਲੇ ਜਾਏਗੀ। ਉਹਦੀ ਰੂਹ ਇਜ਼ਰਾਈਲ ਆਪਣੇ ਕਬਜ਼ੇ 'ਚ ਲੈ ਕੇ ਸਾਡੇ ਤੋਂ, ਮਾਪਿਆਂ ਤੋਂ, ਤੇ ਜਿਨ੍ਹਾਂ ਨੇ ਅੱਗੇ ਜਾ ਕੇ ਉਹਨੂੰ, ਬੱਚੀ ਨੂੰ ਦੇਖਣਾ ਸੀ, ਪੜ੍ਹਨਾ ਸੀ, ਸਮਝਣਾ ਸੀ ਕਿ ਏਡੇ ਪਿਆਰੇ ਬੱਚੇ ਹੋਣਹਾਰ ਹੈ, ਅਸੀਂ ਸਭ ਕਾਸੇ ਤੋਂ ਵਾਂਝੇ ਰਹਿ ਗਏ। ਸਾਡੇ ਬਹੁਤ ਵੱਡੇ ਵੱਡੇ ਨੁਕਸਾਨ ਇਸ
ਸਮੇਂ ਹੋਏ ਤੇ ਹੋ ਰਿਹਾ ਆ। ਜਿਵੇਂ ਕਿ ਭੈਣ ਜੀ ਹੋਰਾਂ ਦੱਸਿਆ ਕਿ ਇਨ ਦਾ ਬਿਗਨਿੰਗ ਇਹ ਜੋ ਵਾਇਰਸ ਕੋਵਿਡ-19 ਦੇ ਨਾਂ ਨਾਲ ਮਨਹੂਸ ਕਹਿ ਲਓ ਜਾਂ ਕੋਈ ਕਰੋਪੀ ਕਹਿ ਲਓ ਜਾਂ ਉਹਦੀ ਰਜ਼ਾ ਵੀ ਕਹਿ ਸਕਦੇ, ਉਹਦੇ ਰਮਜ਼ਾਂ ਨੇ, ਉਹਦੀ ਪਤਾ ਨਹੀਂ ਕੀ ਗੱਲ ਹੈ। ਤੇ ਭਾਈ ਨਿਰਮਲ ਸਿੰਘ ਦਾ ਜਾਣਾ, ਹੋਰ ਲੱਖਾਂ ਹੀ ਲੋਕ ਚਲੇ ਗਏ। ਮਾਪਿਆਂ ਤੋਂ ਪੁੱਤ ਵਿਛੜ ਗਏ, ਭੈਣਾਂ ਤੋਂ ਭਰਾ ਵਿਛੜ ਗਏ, ਪਤੀਆਂ ਤੋਂ ਪਤਨੀਆਂ ਵਿਛੜ ਗਈਆਂ, ਪਤਨੀਆਂ ਤੋਂ ਪਤੀ ਵਿਛੜ ਗਏ, ਭਰਾਵਾਂ ਤੋਂ ਭਰਾ ਵਿਛੜ ਗਏ। ਇਹ ਕੋਈ ਸਮਾਂ ਦੀ ਕਰੋਪੀ ਆ, ਕੁਦਰਤ ਦਾ ਕੋਈ ਐਸੀ ਗੱਲ ਆ। ਉਹ ਬੱਚੀ ਜਿਹਨੇ ਉਹ ਗੁਰਪ੍ਰੀਤ ਨਿੱਜਰ ਵੀ ਰੱਖ ਸਕਦੀ ਸੀ, ਗੁਰਪ੍ਰੀਤ ਪ੍ਰੀਤ ਵੀ ਰੱਖ ਸਕਦੀ ਸੀ, ਉਹਨੇ ਤਖੱਲੁਸ ਗੀਤ ਲਿਖਿਆ। ਤੇ ਮੈਨੂੰ ਇਹ ਲੱਗਦਾ ਕਿ ਜਦੋਂ ਸਿਰਜਣਹਾਰੇ ਨੇ ਸਿਰਜਣਾ ਕੀਤੀ ਇਸ ਸ੍ਰਿਸ਼ਟੀ ਦੀ, ਤੇ ਉਹਨੇ ਗੀਤ ਹੀ ਗਾਇਆ ਹੈ। ਉਹਦਾ ਜ਼ਿਕਰ ਗੁਰੂ ਨਾਨਕ ਸਾਹਿਬ ਨੇ ਬਹੁਤ ਖੂਬਸੂਰਤੀ ਨਾਲ ਬਿਆਨ ਕੀਤਾ ਹੈ, ਜੋ ਸਾਡੀ ਰਾਹਨਮਾਈ ਕਰਦਾ ਹੈ ਗਾ ਬਗਾਏ। ਤੋ ਮੈਂ ਬਸ ਡੈਸਟਨੀ ਕਹਿ ਲਓ, ਪਰਾਲਬਧ ਕਹਿ ਲਓ, ਮੈਨੂੰ ਕਦੀ ਕਿਤੇ ਲੈ ਜਾਂਦੀ, ਕਦੀ ਕਿਤੇ। ਤੇ ਲੇਕਿਨ ਮੈਨੂੰ ਯਾਦ ਕੀਤਾ, ਮੈਂ ਪੰਡੋਰੀ ਨਿਜਰਾਂ ਵੀ ਦੇਖੀਆਂ ਹੋਈਆਂ। ਮੈਂ ਉਸ ਦਰਦ ਨੂੰ ਵੀ ਸ਼ਿੱਦਤ ਨਾਲ ਮਹਿਸੂਸ ਕੀਤਾ ਜਦੋਂ ਇਹਨਾਂ ਨੇ ਪ੍ਰੋਫੈਸਰ ਸਾਹਿਬ ਨੇ ਦੱਸਿਆ। ਫਿਰ ਕਿਤਾਬ ਜਦੋਂ ਮੈਂ ਹੱਥ 'ਚ ਫੜੀ, ਮੈਨੂੰ ਇੰਝ ਹੀ ਲੱਗਾ ਜੇ ਮੇਰੀ ਸ਼ੀਨਾ ਬੇਟੀ ਮੇਰੇ ਹੱਥਾਂ 'ਚ, ਉਹਦੀਆਂ ਉਂਗਲਾਂ ਨੇ ਕਿਤਾਬ ਨੇ। ਉਸ ਬੱਚੀ ਨੂੰ ਤੁਸੀਂ ਯਾਦ ਕਰ ਰਹੇ ਹੋ। ਬਹੁਤ ਵੱਡੇ ਬੰਦੇ ਅੱਜ ਪੈਨਲ ਤੇ ਆ। ਉਹਦੀ ਰੂਹ ਲਈ, ਸ਼ਾਂਤੀ ਲਈ, ਉਹਦੇ ਮਾਪਿਆਂ ਲਈ ਅਰਦਾਸ ਕਰੋ, ਔਰ ਮਾਲਕ ਅੱਗੇ ਅਰਦਾਸ ਕਰੋ ਕਿ ਮਾਲਕ ਸਾਡੇ ਐਡੇ ਵੱਡੇ ਨੁਕਸਾਨ ਨਾ ਕਰੇ। ਜੇ ਇਨਸਾਨ ਤੋਂ ਕੋਈ ਗਲਤੀਆਂ ਗੁਸਤਾਖੀਆਂ ਹੋ ਗਈਆਂ, ਤੇ ਕਹਿੰਦੇ ਆ ਰੱਬ, ਕਿਸੇ ਨੇ ਪੁੱਛਿਆ ਕਿਸੇ ਸੂਫੀ ਫਕੀਰ ਤੋਂ ਕਿ ਰੱਬ ਨੂੰ ਤਾਂ ਅਸੀਂ ਰਾਤ ਦਿਨ ਸਿਮਰਦੇ ਹਾਂ, ਜ਼ਿਕਰ ਕਰਦੇ ਆ ਉਹਦਾ, ਕਿ ਰੱਬ ਵੀ ਸਾਨੂੰ ਪਿਆਰ ਕਰਦਾ? ਅਸੀਂ ਤਾਂ ਬਹੁਤ ਕਰਦੇ। ਉਹਨਾਂ ਨੇ ਕਿਹਾ ਜੀ ਬੇਟਾ ਤੈਨੂੰ ਸਭ ਤੋਂ ਜ਼ਿਆਦਾ ਕੌਣ ਪਿਆਰ ਕਰਦਾ? ਤੇ ਉਸ ਫਕਰ ਨੇ ਫਰਮਾਇਆ ਕਿ ਸਭ ਤੋਂ ਜ਼ਿਆਦਾ ਮੈਨੂੰ ਮੇਰੀ ਮਾਂ ਪਿਆਰ ਕਰਦੀ ਹੈ। ਤੇ ਫਕੀਰ ਕਹਿਣ ਲੱਗੇ ਉਹਦੇ ਗੁਰੂ ਕਿ ਬੇਟਾ ਰੱਬ 70 ਮਾਵਾਂ ਜਿੰਨਾ ਪਿਆਰ ਕਰਦਾ। ਜੇ 70 ਮਾਵਾਂ ਜਿੰਨਾ ਪਿਆਰ ਕਰਦਾ ਤੇ ਉਹ ਰਿਵੈਂਜਫੁਲ ਨਹੀਂ ਹੋ ਸਕਦਾ, ਉਹ ਬਦਲਾਖੋਰ ਨਹੀਂ ਹੋ ਸਕਦਾ। ਇਹ ਤਾਂ ਠੀਕ ਹੈ, ਅਸੀਂ ਕੁਦਰਤ ਨਾਲ, ਪ੍ਰਕਿਰਤੀ ਨਾਲ, ਬ੍ਰਿਕਸ਼ਾਂ ਨਾਲ ਖਿਲਵਾੜ ਕੀਤਾ, ਪਰ ਫਿਰ ਵੀ ਉਹ ਬਖਸ਼ਣਹਾਰਾ ਹੈ, ਬਖਸ਼ ਲਵੇ ਤੇ ਐਡੇ ਐਡੇ ਸਾਨੂੰ ਨੁਕਸਾਨ ਨਾ ਸਹਿਣੇ ਪੈ। ਮੈਂ ਵੀ ਸੁਰ, ਸਾਹਿਤ, ਹਰਫਾਂ, ਸ਼ਬਦਾਂ ਦਾ ਆਸ਼ਿਕ ਹਾਂ, ਤੇ ਇੱਕ ਸਟੂਡੈਂਟ ਵੀ ਹਾਂ ਸੰਗੀਤ ਦਾ। ਤੇ ਮੈਨੂੰ ਤਖੱਲੁਸ ਵੀ ਸੋਹਣਾ ਲੱਗਾ, ਕਵਿਤਾਵਾਂ ਵੀ ਸੋਹਣੀਆਂ ਲੱਗੀਆਂ, ਪਰ ਤਕਲੀਫ ਸਿਰਫ ਇਹੋ ਹੀ ਹੋਈ ਕਿ ਉਹ ਬੱਚੀ ਨਹੀਂ ਹੈ ਅੱਜ ਜਿਹਦੀ ਕਵਿਤਾ ਐਸੇ ਤਰ੍ਹਾਂ ਜਿਵੇਂ ਕਿਸੇ ਗਵਈਏ ਦੀ ਰੀਲ ਰਿਲੀਜ਼ ਹੋਣੀ ਹੋਵੇ, ਰਿਕਾਰਡ ਰਿਲੀਜ਼ ਹੋਣਾ ਹੋਵੇ, ਉੱਧਰੋਂ ਉਹਦੇ ਤਵੇ ਵੱਜਦੇ ਹੋਣ, ਉੱਧਰੋਂ ਦੁਨੀਆ ਤੇ ਨਾ ਹੋਵੇ। ਦੇਖੋ ਕਿੰਨੀ ਤਕਲੀਫ ਦੀ ਗੱਲ ਹੈ। ਮੈਂ ਇੱਕ ਵਾਰੀ ਫਿਰ ਆਪ ਜੀ ਦਾ ਸ਼ੁਕਰੀਆ ਕਰਦਾ, ਆਪ ਸਭ ਦਾ। ਆਪ ਇਕੱਠੇ ਹੋਏ ਹੋ, ਔਰ ਮੈਂ ਹੁਣ ਜਾ ਕੇ ਕੁਛ ਹੋਰ, ਮੈਨੂੰ ਕੋਈ ਡਿਊਟੀ ਹੈ, ਮੈਨੂੰ ਜਾਣਾ ਪੈਣਾ। ਮੈਨੂੰ ਪ੍ਰੋਫੈਸਰ ਇਹਦੀ ਰਿਕਾਰਡਿੰਗ ਜ਼ਰੂਰ ਦੇ ਦੇਣੀ, ਮੈਂ ਸਾਰਿਆਂ ਨੂੰ ਸੁਣਨਾ ਚਾਹੁੰਦਾ ਸੀ ਬੈਠ ਕੇ, ਲੇਕਿਨ ਮੈਨੂੰ ਜਾਣਾ ਪਏਗਾ, ਕੋਈ ਐਸਾ ਕੰਮ ਹੈ। ਬਹੁਤ ਬਹੁਤ ਸ਼ੁਕਰੀਆ। ਤੁਸੀਂ ਸਲਾਮਤ ਰਹੋ। ਬਹੁਤ ਬਹੁਤ ਸ਼ੁਕਰੀਆ ਪੰਜਾਬ, ਪੰਜਾਬੀਅਤ, ਪੰਜਾਬੀ ਦੇ ਆਸ਼ਿਕ ਸਲਾਮਤ ਰਹਿਣ, ਖੁਸ਼ ਰਹਿਣ, ਸਿਹਤਮੰਦ ਰਹਿਣ, ਤੰਦਰੁਸਤ ਰਹਿਣ, ਔਰ ਧੀਆਂ ਬੇਟੀਆਂ ਸਾਡੀਆਂ ਬੱਚੀਆਂ ਤੰਦਰੁਸਤ ਰਹਿਣ। ਕਦੀ ਕਿਸੇ ਨਾਲ ਐਸਾ ਨਾ ਹੋਵੇ। ਮੈਂ ਦੁਆ ਕਰਦਾ ਹਾਂ, ਅਰਦਾਸ ਕਰਦਾ ਹਾਂ। ਬਹੁਤ ਬਹੁਤ ਸ਼ੁਕਰੀਆ। ਤੇ ਮੈਂ ਬੇਨਤੀ ਕਰੂੰਗਾ ਆਪਣੇ ਜਾਪਾਨ ਤੋਂ ਸਾਡੇ ਪੰਜਾਬੀ ਦੇ ਬਹੁਤ ਵੱਡੇ ਸ਼ਾਇਰ, ਬਹੁਤ ਵੱਡੇ ਚਿੰਤਕ ਤੇ ਬੜੇ ਸੁਹਿਰਦ ਤੇ ਸਹਿਰਦ ਸੱਜਣ ਪਰਮਿੰਦਰ ਸੋਢੀ ਜੀ, ਜਿਹੜੇ ਰਹਿੰਦੇ ਜਾਪਾਨ ਵਿੱਚ ਆ, ਉੱਥੇ ਆਪਣਾ ਕਾਰੋਬਾਰ ਵੀ ਕਰਦੇ ਆ, ਲੇਕਿਨ ਕਾਰੋਬਾਰ ਦੇ ਨਾਲ ਨਾਲ ਉਹ ਪੰਜਾਬ ਦੀ ਰਗ ਰਗ ਤੋਂ ਹਮੇਸ਼ਾ ਵਾਕਿਫ ਰਹਿੰਦੇ ਆ।
ਤੇ ਪੰਜਾਬ ਨਾਲ ਇਸ ਤਰ੍ਹਾਂ ਜੁੜੇ ਰਹਿੰਦੇ ਆ, ਇਸ ਕਦਰ ਜੁੜੇ ਰਹਿੰਦੇ ਆ ਕਿ ਪੰਜਾਬ ਦੇ ਸਾਹਿਤਕਾਰਾਂ ਨੂੰ, ਪੰਜਾਬ ਦੇ ਕਵੀਆਂ ਨੂੰ ਗੁਰਪ੍ਰੀਤ ਜੀ ਦੇ ਅਕਾਲ ਚਲਾਣੇ ਦੀ ਖਬਰ ਸਭ ਤੋਂ ਪਹਿਲਾਂ ਇਹਨਾਂ ਤੋਂ ਪਤਾ ਲੱਗੀ, ਭਾਜੀ ਪਰਮਿੰਦਰ ਸੋਢੀ ਜੀ ਤੋਂ। ਤੇ ਮੈਂ ਪਰਮਿੰਦਰ ਸੋਢੀ ਜੀ ਨੂੰ ਬੇਨਤੀ ਕਰਦਾ ਕਿ ਉਹ ਗੁਰਪ੍ਰੀਤ ਬਾਰੇ ਉਹ ਆਪਣੇ ਸ਼ਰਧਾਂਜਲੀ ਦੇ ਬੋਲ ਜਿਹੜੇ ਸਾਡੇ ਨਾਲ ਸਾਂਝੇ ਕਰਨ। ਉਹਨਾਂ ਨੇ ਉਹਦੀ ਕਿਤਾਬ ਦੇ ਉੱਤੇ ਵੀ ਉਹਦੀ ਕਵਿਤਾ ਬਾਰੇ ਤੇ ਉਹਦੀ ਗੁਰਪ੍ਰੀਤ ਬਾਰੇ ਕੁਝ ਲਿਖਿਆ, ਔਰ ਉਹ ਗੁਰਪ੍ਰੀਤ ਨੂੰ ਮਿਲੇ ਵੀ ਸੀਗੇ। ਔਰ ਸ਼ਾਇਦ ਕੀ ਉਹਨਾਂ ਨੇ ਦੱਸਿਆ ਸੀਗਾ ਕਿ ਗੁਰਪ੍ਰੀਤ ਉਹਨਾਂ ਦੀ ਪ੍ਰੇਰਣਾ ਦੇ ਵਿੱਚ ਹੀ ਕਵਿਤਾ ਲਿਖਦੀ ਸੀ, ਔਰ ਕਿਤਾਬ ਨੂੰ ਛਪਵਾਉਣ ਵਿੱਚ ਵੀ ਜਾਪਾਨ ਤੋਂ ਪਰਮਿੰਦਰ ਸੋਢੀ ਉਹਨਾਂ ਦੀ ਪ੍ਰੇਰਣਾ ਸੀ। ਤੇ ਮੈਂ ਅੱਜ ਬੇਨਤੀ ਕਰਦਾ ਪਰਮਿੰਦਰ ਸੋਢੀ ਜੀ ਨੂੰ ਕਿ ਉਹ ਉਹਨਾਂ ਦੇ ਬਾਰੇ ਆਪਣੇ ਸ਼ਰਧਾਂਜਲੀ ਦੇ ਬੋਲ ਜਿਹੜੇ ਆ ਉਹ ਸਾਡੇ ਨਾਲ ਸਾਂਝੇ ਕਰਨ। ਪਰਮਿੰਦਰ ਸੋਢੀ ਜੀ। ਜੀ ਸਾਰੇ ਦੋਸਤਾਂ ਨੂੰ ਆਦਾਬ, ਸਤਿ ਸ੍ਰੀ ਅਕਾਲ। ਗੁਰਪ੍ਰੀਤ ਗੀਤ ਦੇ ਸੰਪਰਕ 'ਚ ਮੈਂ ਕਈ ਸਾਲਾਂ ਤੋਂ ਸੀ। ਉਹ ਜਿਹੜੇ ਸਾਡੇ ਨਵੇਂ ਕਵੀ, ਜਿਹੜੇ ਪੰਜਾਬੀ 'ਚ ਕਵਿਤਾ ਲਿਖਣ ਵਾਲੇ ਕਵੀ ਸੀ, ਉਹਨਾਂ 'ਚੋਂ ਇੱਕ ਖੂਬਸੂਰਤ ਕਵਿਤਾ ਲਿਖਣ ਵਾਲੀ ਸੀ ਕੁੜੀ ਉਹ। ਤੇ ਗੁਰਪ੍ਰੀਤ ਬਾਰੇ ਜਦੋਂ ਮੈਂ ਸੋਚਦਾ, ਖਾਸ ਕਰਕੇ ਹੁਣ ਉਹਦੇ ਜਾਣ ਤੋਂ ਬਾਅਦ, ਤੇ ਮੈਨੂੰ ਜਿਹੜੀ ਜਾਪਾਨ ਦਾ ਨਾ ਇੱਕ ਸਾਕੁਰਾ ਫੁੱਲ ਯਾਦ ਆਉਂਦਾ। ਜਾਪਾਨ ਦੇ ਅੰਦਰ ਇੱਕ ਫੁੱਲ ਹੁੰਦਾ ਸਾਕੁਰਾ, ਜਿਹਨੂੰ ਅਸੀਂ ਅੰਗਰੇਜ਼ੀ ਵਾਲੇ ਚੈਰੀ ਕਹਿ ਦਿੰਦੇ ਆ। ਉਹ ਫੁੱਲ ਦੀ ਖਾਸੀਅਤ ਇਹ ਹੈ ਕਿ ਉਹ ਸਾਲ 'ਚ ਸਿਰਫ ਇੱਕ ਵਾਰੀ ਖਿੜਦਾ ਉਹ, ਤੇ ਸਾਲ 'ਚ ਸਿਰਫ ਇੱਕ ਹਫ਼ਤੇ ਲਈ ਖਿੜਦਾ ਉਹ। ਬਾਕੀ ਸਾਰਾ ਸਾਲ ਉਹ ਦਰਖਤ ਦੇ ਉੱਤੇ ਕੋਈ ਫੁੱਲ ਨਹੀਂ ਖਿੜਦਾ। ਇਹ ਜਿਹੜਾ ਸਾਕੁਰਾ ਦਾ ਫੁੱਲ ਹੈ, ਸਿਰਫ ਇੱਕ ਹਫ਼ਤਾ ਖਿੜਦਾ ਹੈ, ਔਰ ਇਹ ਬਹੁਤ ਖੂਬਸੂਰਤ ਫੁੱਲ ਹੈ, ਔਰ ਸਾਰੀ ਦੁਨੀਆ 'ਚ ਜਾਣਿਆ ਜਾਂਦਾ ਇਹ, ਖਾਸ ਕਰਕੇ ਸ਼ਾਇਰਾਂ ਔਰ ਕਲਾਕਾਰਾਂ ਦੇ ਅੰਦਰ। ਇਹਦਾ ਰੰਗ ਜਿਹੜਾ ਹੈ ਹਲਕਾ ਸਫੇਦ ਤੇ ਹਲਕਾ ਗੁਲਾਬੀ ਰੰਗ ਦਾ ਹੈ ਉਹ। ਤੇ ਉਹ ਇਸ ਫੁੱਲ ਨੂੰ ਜਿਹੜਾ ਹੈ ਨਾ, ਉਹ ਜਾਪਾਨੀ ਲੋਕ ਹੈ ਜਿਹੜੇ, ਜਾਂ ਜਾਪਾਨ ਦਾ ਜਿਹੜਾ ਜ਼ੇਨ ਬੁੱਧਿਜ਼ਮ ਹੈ, ਉਹਦੇ 'ਚ ਉਹਨੂੰ ਉਹ ਜ਼ਿੰਦਗੀ ਦੀ ਜਿਹੜੀ ਛਿਣ ਭੰਗਰਤਾ ਹੈ ਨਾ, ਉਹਦਾ ਉਹ ਪ੍ਰਤੀਕ ਮੰਨਦੇ ਆ। ਉਹ ਛਿਣ ਭੰਗਰਤਾ ਸਾਡੇ ਵੀ ਭਾਰਤੀ ਪਰੰਪਰਾ 'ਚ ਛਿਣ ਭੰਗਰ ਕਹਿ ਦਿੰਦੇ ਆ, ਲੇਕਿਨ ਜਾਪਾਨੀ ਜਿਹੜੇ ਆ ਉਹਨੂੰ ਸੋਝ ਨਾਲ ਜੋੜਦੇ ਆ ਕਿ ਜਿਹੜੀ ਸੋਹਣੀ ਚੀਜ਼ ਹੈ ਔਰ ਜਿਹੜੀ ਡੈਲੀਕੇਟ ਯਾਨੀ ਕਿ ਕੋਮਲ ਚੀਜ਼ ਹੈ, ਬੇਹੱਦ ਕੋਮਲ ਔਰ ਸੂਖਮ ਚੀਜ਼ ਹੈ ਔਰ ਸੋਹਣੀ ਚੀਜ਼ ਹੈ, ਉਹਦੀ ਉਮਰ ਹੈ ਜਿਹੜੀ ਉਹ ਬਹੁਤ ਛੋਟੀ ਹੁੰਦੀ ਹੈ, ਔਰ ਉਹ ਜ਼ਿੰਦਗੀ ਦੀ ਮਿਨੀਏਚਰ ਹੁੰਦੀ ਹੈ। ਉਹ ਜ਼ਿੰਦਗੀ ਦੀ ਖੂਬਸੂਰਤੀ ਨੂੰ ਉਹ ਥੋੜੇ ਪਲਾਂ 'ਚ ਪ੍ਰਗਟ ਕਰਕੇ ਦੁਬਾਰਾ ਫਿਰ ਕੁਦਰਤ 'ਚ ਅਲੋਪ ਹੋ ਜਾਂਦੀ ਹੈ। ਸਾਕੁਰਾ ਦਾ ਇਹ ਜਿਹੜਾ ਫੁੱਲ ਹੈ, ਤੇ ਗੁਰਪ੍ਰੀਤ ਗੀਤ ਨੂੰ ਮੈਂ ਉਸ ਫੁੱਲ ਨਾਲ ਜੋੜ ਕੇ ਹੁਣ ਦੇਖਦਾ ਅੱਜ ਕੱਲ੍ਹ। ਉਹਦੀ ਕਵਿਤਾ ਬਹੁਤ ਸਾਲਾਂ ਤੋਂ ਮੈਂ ਪੜ੍ਹ ਰਿਹਾ ਸੀ, ਕਵਿਤਾ ਬਾਰੇ ਮੈਂ ਲਿਖਿਆ ਵੀ, ਤੇ ਲੇਕਿਨ ਜਦੋਂ ਕੋਈ ਚਲਾ ਜਾਂਦਾ ਹੈ, ਉਹਦੀ ਕਵਿਤਾ ਦੇ ਨਾਲ ਹੋਰ ਕਿਸਮ ਦਾ ਰੰਗ ਜੁੜ ਜਾਂਦੇ ਆ, ਹੋਰ ਕਿਸਮ ਦੀਆਂ ਉਹਦੀਆਂ ਜਿਹੜੀਆਂ ਹੈ ਆਵਾਜ਼ਾਂ ਉਹਦੇ 'ਚ ਸ਼ਾਮਿਲ ਹੋ ਜਾਂਦੀਆਂ। ਤੇ ਗੁਰਪ੍ਰੀਤ ਦੀ ਜਿਹੜੀ ਕਵਿਤਾ ਸੀ, ਉਹ ਆਮ ਕਵੀ ਜਾਂ ਕਵਿਤਰੀ ਦੀ ਤਰ੍ਹਾਂ ਸੀ, ਲੇਕਿਨ ਉਸ ਤੋਂ ਵੱਖਰੀ ਕਿਵੇਂ ਸੀ ਕਿ ਉਹਦੀ ਜਿਹੜੀ ਕਵਿਤਾ ਸੀ, ਆਦਮ ਔਰ ਹਵਾ ਦਾ ਜਿਹੜਾ ਦਵੰਦ ਹੁੰਦਾ ਹੈ ਨਾ ਸਾਡੀ ਕਵਿਤਾ 'ਚ, ਉਹ ਤੋਂ ਪਾਰ ਦੀ ਕਵਿਤਾ ਸੀ, ਪਾਕ ਸੀ, ਮਾਸੂਮ ਸੀ ਉਹਦੀ ਕਵਿਤਾ। ਔਰ ਉਹ ਜਿਹੜੀ ਇਹ ਮਾਸੂਮ ਦਾ ਜਿਹੜਾ ਸੂਖਮ ਸੰਗੀਤ ਆ, ਉਹਦੀ ਕਵਿਤਾ 'ਚ ਸੁਣਿਆ ਜਾ ਸਕਦਾ ਸੀ। ਉਹ ਕਹਿੰਦੀ ਹੈ ਵੀ ਜਿਵੇਂ ਮੀਂਹ ਦੀਆਂ ਕਣੀਆਂ ਦੀ ਮਾਰਫਤ ਉਹ ਉਸ ਪਾਰ ਨਾਲ ਗੱਲਾਂ ਕਰਨ ਲੱਗ ਜਾਂਦੀ ਹੈ। ਹੁਣ ਉਸ ਪਾਰ ਉਹ ਰੱਬ ਵੀ ਹੋ ਸਕਦਾ ਹੈ, ਆਪਣਾ ਮੁਹੱਬਤ ਕਰਨ ਵਾਲਾ ਦੋਸਤ ਵੀ ਹੋ ਸਕਦਾ ਹੈ, ਆਪਣਾ ਪਰਿਵਾਰ ਵੀ ਹੋ ਸਕਦਾ ਹੈ। ਇਹ ਉਹਦੀ ਸਮਰੱਥਾ ਸੀ ਕਿ ਉਹ ਮੀਂਹ ਦੀਆਂ ਬੂੰਦਾਂ ਨੂੰ ਪੁਲ ਬਣਾ ਲੈਂਦੀ ਸੀ ਆਪਣੇ ਔਰ ਕੁਦਰਤ ਦੇ ਵਿਚਕਾਰ। ਤੇ ਕਿਉਂਕਿ ਉਹਦੀ ਉਮਰ ਛੋਟੀ ਸੀ, ਉਹਦੀ ਕਵਿਤਾ ਦੇ ਅੰਦਰ, ਪੂਰੀ ਕਵਿਤਾ ਦੇ ਅੰਦਰ ਤੁਹਾਨੂੰ ਇੱਕ ਝਿਜਕ ਨਜ਼ਰ ਆਏਗੀ। ਝਿਜਕ ਦੀ ਕਵਿਤਾ ਸੀ ਉਹਦੀ। ਉਹਦੀ ਕਵਿਤਾ ਜਿਹੜੀ ਆ ਉਹ ਕਿਸ ਕਿਸਮ ਦੀ ਝਿਜਕ ਸੀ, ਜਿਵੇਂ ਕੋਈ ਬੱਚੇ ਨੇ, ਕਿਸੇ ਨੇ ਚਿੱਕੜ ਪਾਰ ਕਰਨਾ ਹੋਵੇ ਨਾ, ਤੇ ਉਹ ਜਿਵੇਂ ਬੱਚਾ ਘਬਰਾਉਂਦਾ, ਉਹਦੀ ਜਿਹੜੀ ਉਹ ਝਿਜਕ ਹੁੰਦੀ ਹੈ। ਗੁਰਪ੍ਰੀਤ ਦੀ ਇਹ ਸੀ ਕਿ ਉਹਨੇ ਜ਼ਿੰਦਗੀ ਦੇ ਸੰਸਾਰ ਦੇ ਇਸ ਚੰਗੇ ਮਾੜੇ ਨੂੰ ਹਲੇ ਲੰਘ ਕੇ ਦੇਖਣਾ ਸੀ। ਉਹ ਲੰਘਣ ਤੋਂ ਪਹਿਲਾਂ ਜਿਹੜੀ ਉਹਦੀ ਝਿਜਕ ਸੀ, ਉਹਦੀ ਕਵਿਤਾ 'ਚ ਆਉਂਦੀ ਸੀ। ਤੇ ਇਸ ਤਰ੍ਹਾਂ ਸੀ, ਮੈਨੂੰ ਇਹ ਲੱਗਦਾ ਵੀ ਜਿਵੇਂ ਉਹਦੀ ਕਵਿਤਾ ਜਿਹੜੀ ਹੈ ਨਾ, ਇੱਕ ਜਿਵੇਂ ਚੌਮੁਖੀਆ ਦੀਵਾ ਹੋਵੇ, ਅਸੀਂ ਕੁਦਰਤ ਦੇਵੀ ਦੇ ਸਾਹਮਣੇ ਜਲਾ ਕੇ ਉਹ ਜਗਾ ਕੇ ਬੈਠੀ ਸੀ ਉਹ, ਤੇ ਚਾਰ ਬੱਤੀਆਂ ਉਹਦੀ ਕਵਿਤਾ ਦੇ ਅੰਦਰ ਮੈਨੂੰ ਨਜ਼ਰ ਆਈਆਂ। ਉਹ ਇੱਕ ਬੱਤੀ ਉਹਦੀ ਜਿਹੜੀ ਸੀ, ਉਹਦਾ ਮਨ ਜਗ ਰਿਹਾ ਸੀ। ਇੱਕ ਜਿਹੜੀ ਉਹਦੀ
ਚੌਮੁਖੀ ਦੀਵੇ ਦੀ ਇੱਕ ਬੱਤੀ। ਦੂਸਰੀ ਬੱਤੀ ਮੈਨੂੰ ਇਸ ਤਰ੍ਹਾਂ ਲੱਗਿਆ ਜਿਵੇਂ ਉਹਦੇ ਚ ਪੋਥੀ ਜਗਦੀ ਹੈ, ਕਵਿਤਾ ਜਗਦੀ ਹੈ ਉਹਦੇ ਚੋਂ। ਔਰ ਤੀਸਰੀ ਜਿਹੜੀ ਉਹਦੀ ਬੱਤੀ ਸੀ ਉਹਦੇ ਚ ਉਹਦੀ ਆਪਣੀ ਮੁਹੱਬਤ ਦੀ ਜਿਹੜੀ ਉਹ ਝਲਕਾਰੇ ਪੈਂਦੇ ਸੀ। ਤੇ ਚੌਥੀ ਕਵਿਤਾ ਦੇ ਅੰਦਰ ਉਹਦਾ ਸੀ, ਉਹ ਆਪਣੇ ਪਰਿਵਾਰ ਨਾਲ ਗੱਲਾਂ ਕਰਦੀ ਸੀ, ਪਰਿਵਾਰ ਨਾਲ ਜੁੜੀ ਹੋਈ ਸੀ। ਉਹ ਇੱਕ ਆਮ ਪਰਿਵਾਰ ਦੀ ਕੁੜੀ ਸੀ। ਉਹਨੂੰ ਪਰਿਵਾਰ ਦੀ ਮਹੱਤਤਾ ਦਾ ਪਤਾ ਸੀ, ਉਹਨੂੰ ਦੋਸਤੀ ਦੀ ਮਹੱਤਤਾ ਦਾ ਪਤਾ ਸੀ, ਉਹਨੂੰ ਕੁਦਰਤ ਦੀ ਮਹੱਤਤਾ ਦਾ ਪਤਾ ਸੀ। ਔਰ ਇਹ ਸਾਰੇ ਕਾਸੇ ਨੂੰ ਉਹ ਕਵਿਤਾ ਦੇ ਅੰਦਰ ਬੜੀ ਖੂਬਸੂਰਤੀ ਨਾਲ ਬਿਆਨ ਕਰਦੀ ਸੀ। ਔਰ ਉਹਦੀ ਜਿਹੜੀ ਇਹ ਸੂਖਮ ਔਰ ਕੋਮਲ ਚਿੱਤ ਚੋਂ ਜਿਹੜੀ ਉਹਦੀ ਕਵਿਤਾ ਜਿਹੜੀ ਸੀ ਉਹ ਕੁਦਰਤ ਦੇ ਅੰਦਰ ਬਾਹਰ ਨੂੰ ਪ੍ਰਗਟ ਕਰਦੀ ਸੀ। ਉਹ ਸਾਰਿਆਂ ਨੂੰ ਛੂਹ ਲੈਂਦੀ ਸੀ। ਉਹਨੇ ਮੈਨੂੰ ਛੂਹਿਆ ਤੇ ਮੈਂ ਆਪਣੇ ਆਪ ਨੂੰ ਖੁਸ਼ਕਿਸਮਤ ਮੰਨਦਾ ਹਾਂ ਕਿ ਜਿਵੇਂ ਕੋਈ ਦੇਵੀ ਮਾਂ ਸਰਸਵਤੀ ਦੀ ਕਿਰਪਾ ਹੋਵੇ, ਕੋਈ ਦੇਵੀ ਪ੍ਰਗਟ ਹੋਵੇ ਤੇ ਜਿੰਨੇ ਉਹਨੂੰ ਛਿਣ ਮਿਲੇ ਆ ਉਹਨੂੰ ਪੂਰੇ ਕਰਕੇ ਉਹ ਦੁਬਾਰਾ ਫੇਰ ਉਹ ਪ੍ਰਕਿਰਤੀ 'ਚ ਕੁਦਰਤ 'ਚ ਵਾਪਸ ਚਲੇ ਜਾਵੇ। ਮੈਂ ਖੁਸ਼ਕਿਸਮਤ ਮੰਨਦਾ ਹਾਂ ਕਿ ਮੈਂ ਉਸ ਦੇਵੀ ਦੇ ਦਰਸ਼ਨ ਕੀਤੇ, ਉਹਦੇ ਨਾਲ ਗੱਲਾਂ ਕੀਤੀਆਂ, ਉਹਦੀ ਕਵਿਤਾ ਨੂੰ ਮਾਣਿਆ ਤੇ ਮੈਂ ਦੁਆ ਕਰਦਾ ਉਹਦੀ ਜਿਹੜੀ ਅਗਲੀ ਯਾਤਰਾ, ਜੋ ਵੀ ਉਹਦੀ ਯਾਤਰਾ ਹੈ, ਉਹਦੀ ਚੰਗੀ ਯਾਤਰਾ ਹੋਵੇ ਤੇ ਅਮਨ ਸ਼ਾਂਤੀ ਉਹਦੀ ਜਿਹੜੀ ਅਗਲੀ ਯਾਤਰਾ ਉਹਦੇ ਅੰਗ ਸੰਗ ਰਹੇ। ਤੇ ਇਸ ਸਾਰੇ ਕਾਸੇ ਨਾਲ ਮੈਂ ਉਹਨੂੰ ਕੁੜੀ ਨੂੰ ਯਾਦ ਕਰਦਾ ਤੇ ਆਪਣੀ ਸ਼ਰਧਾਂਜਲੀ ਅਰਪਿਤ ਕਰਦਾ। ਧੰਨਵਾਦ। ਜੀ ਤੁਹਾਡੇ ਤੇ ਸਾਨੂੰ ਬੜਾ ਮਾਣ ਹੈ ਕਿ ਚਾਹੇ ਦੁੱਖ ਦੀ ਖਬਰ ਹੋਵੇ ਚਾਹੇ ਸੁੱਖ ਦੀ ਖਬਰ ਹੋਵੇ ਪੰਜਾਬ ਦੀ, ਉਹ ਅਕਸਰ ਤੁਹਾਨੂੰ ਤੁਹਾਡੇ ਤੋਂ ਪਤਾ ਲੱਗਦੀ ਹੈ ਤੇ ਇੱਥੋਂ ਪਤਾ ਲੱਗਦਾ ਕਿ ਤੁਸੀਂ ਪੰਜਾਬ ਦੀ ਨਬਜ਼ ਦੇ ਉੱਤੇ ਕਿੰਨਾ ਆਪਣਾ ਹੱਥ ਰੱਖਿਆ ਹੋਇਆ ਔਰ ਪੰਜਾਬ ਨਾਲ ਕਿਸ ਤਰ੍ਹਾਂ ਤੁਸੀਂ ਜੁੜੇ ਹੋਏ ਆ ਔਰ ਤੁਸੀਂ ਬਾਹਰ ਰਹਿ ਕੇ ਪੰਜਾਬ ਨੂੰ ਕਿਸ ਤਰ੍ਹਾਂ ਉਤਸ਼ਾਹਿਤ ਕਰ ਰਹੇ ਆ, ਇੰਸਪਾਇਰ ਕਰ ਰਹੇ ਆ। ਤੇ ਹੁਣ ਮੈਂ ਸਾਰੇ ਸੱਜਣਾਂ ਨੂੰ ਇਸ ਪ੍ਰੋਗਰਾਮ ਵਿੱਚ ਸ਼ਾਮਲ ਦੱਸ ਦੇਣਾ ਚਾਹੁੰਦਾ ਕਿ ਕੁਝ ਨੈਟ ਦੀਆਂ ਪ੍ਰੋਬਲਮਸ ਕਰਕੇ, ਕੁਝ ਸਾਡੇ ਨਾਸਮਝੀ ਜਾਂ ਅਨਾੜੀਪੁਣਾ ਕਰਕੇ ਕੁਝ ਸਮੱਸਿਆਵਾਂ ਆ ਰਹੀਆਂ। ਜਿਸ ਤਰ੍ਹਾਂ ਅਸੀਂ ਪ੍ਰੋਗਰਾਮ ਉਲੀਕਿਆ ਸੀਗਾ ਉਸ ਤਰ੍ਹਾਂ ਨਹੀਂ ਚੱਲ ਰਿਹਾ। ਤੇ ਮੈਂ ਸਾਡੇ ਨਾਲ ਪੰਜਾਬ ਦੇ ਬਹੁਤ ਵੱਡੇ ਸ਼ਾਇਰ ਸੁਰਜੀਤ ਪਾਤਰ ਜੀ, ਬਹੁਤ ਵੱਡੇ ਨਹੀਂ ਸਭ ਤੋਂ ਵੱਡੇ ਸ਼ਾਇਰ ਸੁਰਜੀਤ ਪਾਤਰ ਜੀ ਸਾਡੇ ਨਾਲ ਜੁੜ ਚੁੱਕੇ ਆ ਤੇ ਉਹਨਾਂ ਨੂੰ ਬੇਨਤੀ ਕੀਤੀ ਸੀ। ਅੱਜ ਕੱਲ੍ਹ ਉਹ ਵੀ ਬਹੁਤ ਜ਼ਿਆਦਾ ਬਿਜ਼ੀ ਆ। ਜਦੋਂ ਦਾ ਕਰੋਨਾ ਆਇਆ ਉਦੋਂ ਦੇ ਵੈਬੀਨਾਰ, ਸੈਮੀਨਾਰ ਜਾਂ ਇਸ ਤਰ੍ਹਾਂ ਦੇ ਬਹੁਤ ਪ੍ਰੋਗਰਾਮ ਹੋ ਰਹੇ ਆ ਔਰ ਉਹ ਰੋਜ਼ 2-2 4-4 ਵਾਰ ਉਹਨਾਂ ਨੂੰ ਸ਼ਾਮਲ ਹੋਣਾ ਪੈਂਦਾ ਤੇ ਉਹਨਾਂ ਤੋਂ ਬੜੀ ਮੁਸ਼ਕਿਲ ਨਾਲ ਉਹਨਾਂ ਤੋਂ ਟਾਈਮ ਲਿਆ। ਤੇ ਮੈਂ ਸੁਰਜੀਤ ਪਾਤਰ ਜੀ ਨੂੰ ਬੇਨਤੀ ਕਰਦਾ, ਡਾਕਟਰ ਸੁਰਜੀਤ ਪਾਤਰ ਜੀ ਪਦਮ ਸ਼੍ਰੀ ਔਰ ਸਾਡੇ ਪੰਜਾਬ ਦੇ ਬੱਚੇ ਦੇ ਦਿਲ ਦੇ ਉੱਤੇ ਰਾਜ ਕਰਨ ਵਾਲੇ ਸੁਰਜੀਤ ਪਾਤਰ ਜੀ, ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਅੱਜ ਉਹ ਪੰਜਾਬੀ ਸਾਹਿਤ ਦੀ ਇੱਕ ਬੇਟੀ ਜਿਹੜੀ ਸਾਡੇ ਵਿੱਚ ਨਹੀਂ ਰਹੀ, ਆਪਣੀ ਕਿਤਾਬ ਦੇ ਦਰਸ਼ਨ ਕਰੇ ਤੋਂ ਬਿਨਾਂ ਹੀ ਉਹ ਸਾਡੇ ਤੋਂ ਰੁਖਸਤ ਹੋ ਗਈ, ਉਹਦੇ ਬਾਰੇ ਆਪਣੇ ਬੋਲ ਸਾਡੇ ਨਾਲ ਸਾਂਝੇ ਕਰਨ। ਤੇ ਮੈਂ ਉਹਨਾਂ ਨੂੰ ਦੱਸਣਾ ਚਾਹੁੰਦਾ ਕਿ ਗੁਰਪ੍ਰੀਤ ਗੀਤ ਦਾ ਸਾਰਾ ਪਰਿਵਾਰ, ਉਹਦੇ ਸਾਰੇ ਰਿਸ਼ਤੇਦਾਰ, ਉਹਦੇ ਭਾਈ ਤੇ ਉਹਦੀ ਕਵਿਤਾ ਦੇ ਪਾਠ ਪੜ੍ਹਨ ਵਾਲੇ, ਉਹਦੀ ਕਵਿਤਾ ਗੁਰਪ੍ਰੀਤ ਗੀਤ ਦੇ ਅਧਿਆਪਕ ਸਤਵੀਰ ਨੂਰ ਜੀ, ਉਹ ਵੀ ਸਾਡੇ ਨਾਲ ਦਰਮਿਆਨ ਜੁੜੇ ਹੋਏ ਆ। ਤੇ ਮੈਂ ਹੁਣ ਸੁਰਜੀਤ ਪਾਤਰ ਜੀ ਨੂੰ ਬੇਨਤੀ ਕਰਦਾ ਕਿ ਉਹ ਅੱਜ ਆਪਣੇ ਇਸ ਮੌਕੇ ਦੇ ਉੱਤੇ ਆਪਣੇ ਕੁਝ ਬੋਲ ਜਿਹੜੇ ਸਾਡੇ ਨਾਲ ਸਾਂਝੇ ਕਰਨ। ਸੁਰਜੀਤ ਪਾਤਰ ਜੀ। बहुत ही प्यारे दोस्तों, ਅੱਜ ਅਸੀਂ ਇਹੋ ਜਿਹੇ ਮੌਕੇ ਤੇ ਇਕੱਤਰ ਹੋਏ ਹਾਂ। ਜਦੋਂ ਮੈਂ ਜੁਆਇਨ ਕੀਤਾ ਤਾਂ ਮੁਹੰਮਦ ਇਰਸ਼ਾਦ, ਸ਼ਾਹ ਮੁਹੰਮਦ ਦਾ ਜੋ ਬੈਂਡ, ਉਹ ਅੱਛਾ ਨਹੀਂ, ਮੇਰੇ ਖਿਆਲ 'ਚ ਆਫ ਨਹੀਂ ਆ। ਚੱਲ ਰਿਹਾ ਕੈਮਰਾ, ਚੱਲ ਰਿਹਾ ਮੇਰੇ ਖਿਆਲ ਸਾਈਡ। ਸੋ ਬਹੁਤ ਮੁਹੰਮਦ ਇਰਸ਼ਾਦ ਦੀ ਆਵਾਜ਼ ਬੜੀ ਦੇਰ ਬਾਅਦ, ਪਰ ਅੱਜ ਇੱਕ ਇਸ
ऐसे मौके ते सुनी, पर बहुत ऐसी आवाज़ और ऐसे ऐसे बोल जिन्हां ने ਜਿਹੜੇ ਜ਼ਖਮਾਂ ਤੇ ਮਲਮ ਲਾਉਣ ਦੇ ਕਾਬਲ। ਔਰ ਪਰਮਿੰਦਰ ਸੋਢੀ ਨੂੰ ਸੁਣਨਾ ਹਮੇਸ਼ਾ ਹੀ ਇੱਕ ਬਹੁਤ ਵੱਡਾ ਅਨੁਭਵ ਹੁੰਦਾ। ਪਰਮਿੰਦਰ ਸੋਢੀ ਜਿਸ ਤਰ੍ਹਾਂ ਜਾਨੀ ਜਿਸ ਗੈਰ ਹਾਜ਼ਰ ਹੋ ਕੇ ਵੀ ਹਾਜ਼ਰ ਰਹਿਣਾ, ਔਰ ਇਹਦੀ ਮੌਜੂਦਗੀ ਅਸੀਂ ਹਮੇਸ਼ਾ ਮਹਿਸੂਸ ਕਰਦੇ ਹਾਂ। ਸਾਲ ਦੇ ਸ਼ੁਰੂ 'ਚ ਵੀ ਇਹ ਪਤਾ ਨਹੀਂ ਕਿੰਨੇ ਕਾਰਡ ਆਪਣੇ ਹੱਥਾਂ ਨਾਲ ਲਿਖ ਕੇ ਸਾਨੂੰ ਭੇਜਦਾ, ਤੋਂ ਜਿੱਦਾਂ ਪਰਿੰਦਿਆਂ ਵਾਂਗ ਸਾਡੇ ਬਨੇਰਿਆਂ ਤੇ ਆ ਕੇ ਬਹਿ ਜਾਂਦੇ ਆ ਉਹ, ਇਹਨਾਂ ਦੇ ਬੋਲ, ਇਹਨਾਂ ਦੇ ਖੱਤ। ਔਰ ਪ੍ਰੋਫੈਸਰ ਅਵਤਾਰ ਸਿੰਘ ਹੋਣੀ ਵੀ ਜਿਸ ਤਰ੍ਹਾਂ ਸਾਹਿਤ ਦੀ ਆਤਮਾ ਦੇ, ਸੰਗੀਤ ਦੀ ਆਤਮਾ ਦੇ, ਪੰਜਾਬ ਦੀ ਆਤਮਾ ਜਾਂ ਫਲਸਫੇ ਧਰਮ ਦੀ ਆਤਮਾ, ਉਸ ਨਾਲ ਇੱਕ ਜੁੜੀ ਹੋਈ ਬਹੁਤ ਪਿਆਰੀ ਸ਼ਖਸੀਅਤ ਹੈ। ਸੋ ਗੁਰਪ੍ਰੀਤ ਦੀ ਵਿਦਾ ਤੇ ਜਿਸ ਤਰ੍ਹਾਂ ਪਰਮਿੰਦਰ ਨੇ ਕਿਹਾ ਕਿ ਉਹ ਇੱਕ ਸਾਕਰਾ ਫੁੱਲ ਜਿਹੀ ਕੁੜੀ, ਜਿਹਦਾ ਸਾਡੇ ਨਾਲ ਬਹੁਤ ਥੋੜਾ ਸਮਾਂ ਲਿਖਿਆ ਹੋਇਆ ਸੀ, ਇੱਕ ਕਵਿਤਾ ਵਾਂਗੀ, ਜਿਵੇਂ ਜਲਣਾ ਤੇ ਬੁੱਝ ਜਾਣਾ। ਤੋ ਪਰ ਨਾਲ ਦੀ ਨਾਲ ਜਾਨੀ ਇੱਕ ਪਾਸੇ ਉਹਦੀ ਮੋਰਟੈਲਿਟੀ ਆ ਕਿ ਬੰਦਾ ਮਰਨਹਾਰ ਹੈ, ਅਸੀਂ ਸਭ ਨੇ ਜਾਣਾ। ਪਰ ਜਿਸ ਤਰ੍ਹਾਂ ਕਿਸੇ ਨੇ ਕਿਹਾ ਸੀ ਕਿ ਜਿਹੜੀ ਚਿਤਾ ਉਹ ਤੁਹਾਡੇ ਪੈਰ ਤਾਂ ਸਾੜ ਸਕਦੀ ਆ, ਪਰ ਤੁਹਾਡੀ ਪੈੜ ਨੂੰ ਨਹੀਂ ਸਾੜ ਸਕਦੀ। ਸੋ ਉਸ ਬੇਟੀ ਜਿਹੜੀ ਇਸ ਵਕਤ ਦੀ ਰੇਤ ਤੇ, ਵਕਤ ਦੇ ਥਲ ਤੇ ਉਹਦੀਆਂ ਪੈੜਾਂ ਉਹਦੀ ਕਵਿਤਾ ਦੇ ਰੂਪ ਵਿੱਚ ਸਾਡੇ ਕੋਲ ਮੌਜੂਦ ਨੇ। ਅਸੀਂ ਮਹਿਸੂਸ ਕਰ ਸਕਦੇ ਹਾਂ ਮਾਤਾ ਪਿਤਾ ਦਾ ਦੁੱਖ, ਉਹਦੇ ਬਹੁਤ ਭਰਾ ਭੈਣਾਂ ਦਾ ਦੁੱਖ, ਉਹਦੇ ਅਧਿਆਪਕਾਂ ਦਾ ਦੁੱਖ, ਜਿਨ੍ਹਾਂ ਨੇ ਬਹੁਤ ਕਰੀਬ ਤੋਂ ਉਹਨੂੰ ਦੇਖਿਆ। ਔਰ ਪਰਮਿੰਦਰ ਦਾ ਵੀ, ਜਿਸ ਤਰ੍ਹਾਂ ਪਰਮਿੰਦਰ ਉਸਨੂੰ ਮਿਲੇ, ਜਾਣਦੇ, ਔਰ ਉਸ ਇੱਕ ਐਸੇ ਸਨੇਹ ਵਾਲੇ ਰਿਸ਼ਤੇ 'ਚ, ਸੋ ਇਹਨਾਂ ਦਾ ਦੁੱਖ ਅਸੀਂ ਮਹਿਸੂਸ ਕਰ ਸਕਦੇ ਹਾਂ। ਔਰ ਬੰਦੇ ਨੇ ਜਾਂ ਮੈਨਕਾਇੰਡ ਨੇ, ਮਾਨਵਤਾ ਨੇ ਮੌਤ ਵਰਗੀ ਹਕੀਕਤ ਨੂੰ ਕਵਿਤਾ ਦਾ ਰੂਪ ਜਾਂ ਧਰਮ ਦਾ ਰੂਪ, ਚਾਹੇ ਕਿ ਇਸ ਵਿਛੜ ਜਾਣ ਨੂੰ ਵੀ ਕਹਾਣੀਆਂ ਵਿੱਚ ਰੰਗ ਕੇ ਇਸ ਦੁੱਖ ਨੂੰ ਘਟਾਉਣ ਦੀ ਬਹੁਤ ਕੋਸ਼ਿਸ਼ ਕੀਤੀ। ਕਦੀ ਇਹ ਵੀ ਕਿਹਾ ਕਿ ਇੱਕ ਦਿਨ ਆਉਣਾ ਸਾਰਿਆਂ ਨੇ ਅਸੀਂ ਫਿਰ ਮਿਲਣਾ, ਇੱਕ ਰੋਜ਼ੇ ਹਸ਼ਰ ਆਉਣਾ, ਉੱਥੇ ਸਾਰਿਆਂ ਨੇ ਮਿਲਣਾ। ਸੋ ਇਸ ਦੁੱਖ ਨੂੰ ਭੁਲਾਉਣ ਲਈ, ਜਾਂ ਜਿਵੇਂ ਆਦਮ ਦਾ ਬਹੁਤ ਮਸ਼ਹੂਰ ਸ਼ੇਰ ਹੈ ਕਿ ਕੌਣ कहता है कि मौत आई तो मर जाऊंगा, मैं तो दरिया हूँ समंदर में उतर जाऊंगा, कि मैं मरिया नहीं, मैं तो समुंदर च रल गया। जिस तरह कुंदर ने कहा कि वो कुदरत के विच ही रल गई। आप कैसे जुदा हो गए, हर जगह हर तरफ हो गए, कि जब तो तू जुदा हुई है तब तो तू ਸਾਰੇ ਪਾਸੇ ਦਿਖਾਈ ਦਿੰਦੀ ਹੈ। ਉਦੋਂ ਸਿਰਫ ਤੂੰ ਉੱਥੇ ਸੀ, ਲੇਕਿਨ ਵਿਦਾ ਹੋਣ ਤੋਂ ਬਾਅਦ ਤੂੰ ਮੈਨੂੰ ਧੁੱਪ ਵਿੱਚ ਵੀ, ਹਵਾ ਵਿੱਚ ਵੀ, ਅਸਮਾਨ ਵਿੱਚ ਵੀ ਮੈਨੂੰ ਦਿਖਾਈ ਦੇ ਰਹੀ ਆ। ਤੋ ਬੰਦੇ ਨੇ ਕਵਿਤਾ ਨਾਲ ਕਿੰਨਾ ਕੁਛ ਕੱਜ ਲਿਆ, ਕਿੰਨਾ ਕੁਛ ਉਰੀਆਂ ਕਰ ਦਿੱਤਾ। ਕਵਿਤਾ ਬਹੁਤ ਕੁਛ ਕੱਜਦੀ ਵੀ ਆ, ਕਿੰਨੇ ਦੁੱਖਾਂ ਨੂੰ ਢੱਕ ਲੈਂਦੀ ਆ, ਕਿੰਨੇ ਜ਼ਖਮਾਂ ਨੂੰ ਢੱਕ ਲੈਂਦੀ ਆ। ਔਰ ਅਸੀਂ ਜ਼ਿੰਦਗੀ ਦੀ ਹਕੀਕਤ ਦੀ ਕੁੜੱਤਣ ਨੂੰ
ਅਸੀਂ ਕਦੀ ਧਰਮ ਦੇ ਆਸਰੇ ਸਹਿ ਜਾਂਦੇ ਹਾਂ, ਕਦੇ ਦੂਸਰਿਆਂ ਨਾਲ ਹੋਈਆਂ ਜੱਗੋਂ 13ਵੀਆਂ ਸੁਣ ਕੇ ਅਸੀਂ ਆਪਣੇ ਆਪ ਨੂੰ ਦਿਲਾਸਾ ਦੇ ਲੈਂਦੇ ਕਿ ਅਸੀਂ ਇਕੱਲੇ ਨਹੀਂ, ਬਹੁਤ ਲੋਕਾਂ ਨਾਲ ਇੱਦਾਂ ਵਾਪਰਦਾ। ਸੋ ਇਹੋ ਜਿਹੇ ਪਲਾਂ 'ਚ ਅਸੀਂ ਕਵਿਤਾ ਦੇ ਜ਼ਰੀਏ ਜਾਂ ਸੰਗੀਤ ਦੇ ਜ਼ਰੀਏ ਜਾਂ ਧਰਮ ਦੇ ਜ਼ਰੀਏ ਜਾਂ ਫਲਸਫੇ ਦੇ ਜ਼ਰੀਏ ਤੋਂ ਪਾਰ ਜਾਂਦੇ ਹਾਂ। ਔਰ ਇਹੀ ਕਲਚਰ ਹੈ, ਇਹੀ ਮਾਨਵਤਾ, ਇਹੀ ਕੁਦਰਤ ਬੰਦੇ ਨੇ ਇੱਕ, ਯਾਨੀ ਜਿਹੜਾ ਬੰਦਾ ਵੀ ਕੁਦਰਤ ਦਾ ਹਿੱਸਾ, ਲੇਕਿਨ ਬੰਦੇ ਨੇ ਇੱਕ ਕਲਚਰ ਪੈਦਾ ਕੀਤਾ, ਸ਼ਬਦ ਪੈਦਾ ਕੀਤਾ। ਸ਼ਬਦ ਜਿਹਨੂੰ ਅਸੀਂ ਕਹਿੰਦੇ ਕਿ ਸ਼ਬਦ ਨੇ ਬਹੁਤ ਕੁਝ ਬੰਨਿਆ ਹੋਇਆ। ਡਿੱਗਦੇ ਬੰਦੇ ਨੂੰ ਵੀ ਸ਼ਬਦ ਸੰਭਾਲ ਲੈਂਦੇ ਆ, ਉਹਨੂੰ ਜਿਸ ਤਰ੍ਹਾਂ ਨੈੱਟ ਲੱਗਾ ਹੁੰਦਾ ਕਿ ਬੰਦਾ ਉੱਥੋਂ ਡਿੱਗਦਾ, ਲੇਕਿਨ ਸ਼ਬਦਾਂ ਦਾ ਜੋ ਨੈੱਟ ਹੈ ਉਹ ਉਹਨੂੰ ਸੰਭਾਲਦਾ, ਉਹਨੂੰ ਸੰਭਾਲ ਲੈਂਦਾ। ਸੂਫੀਆਂ ਦੇ ਬੋਲਾਂ ਦਾ ਰੂਪ ਬਣ ਕੇ, ਗੁਰਬਾਣੀ ਦੇ ਦਾ ਸ਼ਬਦ ਬਣ ਕੇ ਉਹ ਸਾਨੂੰ ਸੰਭਾਲ ਲੈਂਦਾ। ਤੋ ਅਸੀਂ ਸੰਭਲ ਰਹੇ ਹਾਂ। ਔਰ ਗੁਰਪ੍ਰੀਤ ਦੀ ਜਿਹੜੀ ਕਿਤਾਬ ਹੈ ਉਹ ਵਾਕਈ ਇੱਕ ਬਹੁਤ ਕਮਾਲ ਦੀ ਮੁੱਲ ਹੈ ਕਿ ਇੱਕ ਚੀਜ਼ ਅਲੋਪ ਹੋਵੇ ਕਿ ਜਿਹਨੂੰ ਕਿਤਾਬ ਹੀ ਬਣ ਗਈ, ਕਿ ਉਹਦੇ ਅਲੋਪ ਹੋਣ ਦੇ ਨਾਲ ਹੀ ਕਿਤਾਬ ਪ੍ਰਗਟ ਹੋਈ। ਤੇ ਆਪਾਂ ਕਹਿੰਦੇ ਪੈ ਕਹਿੰਦੇ ਉਹ ਪੂਰਾ ਹੋ ਗਿਆ, ਕਿਸਾਨਾ ਸ਼ਖਸ ਪੂਰਾ ਹੋ ਗਿਆ। ਪੂਰੀ ਕਿਤਾਬ ਹੁੰਦੀ ਹੈ ਕਿ ਪੂਰੀ ਉਹ ਕਿਤਾਬ ਬਣ, ਜਿਵੇਂ ਉਹ ਸਾਡੇ ਤੋਂ ਇੱਧਰੋਂ ਵਿਦਾ ਹੋਈ, ਲੇਕਿਨ ਉਹ ਉਸੇ ਵੇਲੇ ਉਹਦੀ ਕਿਤਾਬ ਉਦੈ ਹੁੰਦੀ ਹੈ। ਤੋ ਇਹ ਵੀ ਇੱਕ ਕੁਦਰਤ ਦਾ ਕ੍ਰਿਸ਼ਮਾ ਕਹਿ ਲਓ, ਕੁਦਰਤ ਦਾ ਜੋਜ ਕਹਿ ਲਓ। ਤੋ ਅਸੀਂ ਗੁਰਪ੍ਰੀਤ ਦੀ ਕਿਤਾਬ ਨੂੰ ਮੈਂ ਸਮਝਦਾ ਕਿ ਇੱਕ ਉਹਦੀ ਯਾਦ, ਅਸੀਂ ਉਹਦੇ ਸਾਹ ਵੀ ਸੁਣ ਸਕਦੇ ਉਹਦੇ ਵਿੱਚੋਂ। ਮੈਂ ਕਦੇ ਕਿਹਾ ਸੀ ਕਿ ਸਾਡੇ ਦੁੱਖ ਸੁੱਖ ਵੀ ਸਮਝਦੀ ਹੈ ਕਿਤਾਬ, ਸਾਨੂੰ ਅੱਖਰਾਂ ਚੋਂ ਦੇਖਦੀ ਹੈ ਕਿਤਾਬ। ਜਿਹੜਾ ਲਫ਼ਜ਼ਾਂ ਦੇ ਸਾਹ ਵੀ ਸੁਣ ਸਕਦਾ, ਐਸੇ ਪਾਠਕ ਨੂੰ ਤਰਸਦੀ ਹੈ ਕਿਤਾਬ। ਤੋ ਅਸੀਂ ਉਹਦੇ ਸਾਹ, ਉਹਦੇ ਲਫ਼ਜ਼ਾਂ ਚੋਂ ਉਹਦੇ ਸਾਹਾਂ ਨੂੰ ਮਹਿਸੂਸ ਕਰ ਸਕਦੇ ਹਾਂ। ਇਹ ਬੰਦੇ ਦੀ ਅਜ਼ਮਤ ਹੈ, ਇਹੀ ਸਾਹਿਤ ਦੀ ਅਜ਼ਮਤ ਹੈ। ਔਰ ਉਹਨਾਂ ਮਾਤਾ ਪਿਤਾ ਨੇ ਵੀ ਉਹਦੀ ਯਾਦ ਨੂੰ ਸੰਭਾਲਣਾ, ਉਹਦੀ ਯਾਦ ਨੂੰ ਆਪਣੇ ਚੇਤਿਆਂ 'ਚ ਰੱਖਣਾ, ਔਰ ਉਹਦੀ ਯਾਦ ਨਾਲ ਹੀ ਉਹਨਾਂ ਦਾ ਇੱਕ ਫਲਸਫਾ, ਜ਼ਿੰਦਗੀ ਦਾ ਫਲਸਫਾ ਬਣਨਾ। ਸੋ ਮੈਂ ਉਸ ਬੱਚੀ ਨੂੰ ਇਸ ਮੌਕੇ ਯਾਦ ਕਰਦਾ ਹੋਇਆ ਆਪਣਾ ਪਿਆਰ ਅਰਪਿਤ ਕਰਦਾ। ਮੈਂ ਅਜੇ ਕਿਤਾਬ ਉਹਦੀ ਪੜ੍ਹਨੀ ਹੈ, ਮੈਨੂੰ ਨਹੀਂ ਮਿਲ ਸਕੀ ਸੀ ਅਜੇ ਕਿਤਾਬ। ਤੇ ਸਿਰਫ ਮੇਰੇ ਪੈਸਾ ਨਾਲ ਕੁਛ ਗੱਲਾਂ ਹੋਈਆਂ, ਔਰ ਜਿਸ ਤਰ੍ਹਾਂ ਮਨਿੰਦਰ ਨੇ, ਹੰਸ ਹੋਣਾ ਨੇ ਇਹ ਸਾਰੇ ਕੁਛ ਨੂੰ ਬਿਆਨ ਕੀਤਾ ਇੱਕ ਪਰਸਪੈਕਟਿਵ ਵਿੱਚ, ਵੱਡੇ ਪਰਸਪੈਕਟਿਵ ਵਿੱਚ ਰੱਖ ਕੇ। ਔਰ ਜਿਸ ਤਰ੍ਹਾਂ ਇਰਸ਼ਾਦ ਨੇ ਉਹ ਇਸ ਘੜੀ ਨੂੰ ਗਾਇਆ, ਸਾਡੇ ਸੋਗ ਨੂੰ, ਸਾਡੇ ਦੁੱਖ ਨੂੰ, ਸਾਡੇ ਫਲਸਫੇ ਨੂੰ ਗਾਇਆ, ਅਸੀਂ ਉਹਦੇ ਵੀ ਸ਼ੁਕਰਗੁਜ਼ਾਰ ਹਾਂ। ਇਹ ਸਾਰਾ ਕੁਝ ਸਾਡੇ ਦਿਲ ਤੇ ਮਰਹਮ ਬਣਿਆ, ਸਾਡੀ ਮਲਮ ਬਣਿਆ। ਔਰ ਇਹੀ ਸਾਡਾ ਵੈਦ ਹੁੰਦਾ, ਇਹੀ ਸਾਡਾ ਚਾਰਾਗਰ ਹੈ, ਸਾਨੂੰ ਸ਼ਫਾ ਦੇਣ ਵਾਲਾ। ਇਹੀ ਸ਼ਬਦ, ਇਹੀ ਸੁਰਾਂ, ਇਹ ਫਲਸਫੇ, ਇਹ ਸਾਨੂੰ ਸ਼ਫਾ ਦਿੰਦੇ ਆ, ਔਰ ਅਸੀਂ ਇੱਕ ਦੂਏ ਦੇ ਸਹਾਰੇ ਵੱਡੇ ਦੁੱਖਾਂ ਚੋਂ ਲੰਘ ਜਾਂਦੇ ਹਾਂ। ਸੋ ਇਹਨਾਂ ਸ਼ਬਦਾਂ ਨਾਲ ਉਸ ਪਿਆਰੀ ਬੱਚੀ ਨੂੰ ਮੈਂ ਆਪਣਾ ਪਿਆਰ ਅਰਪਿਤ ਕਰਦਾ। ਔਰ ਉਹਨਾਂ ਦੇ ਮਾਤਾ ਪਿਤਾ, ਭੈਣ ਭਾਈ, ਔਰ ਉਹ ਸਾਰਾ ਅੰਸ਼ ਵੰਸ਼ ਪੰਜਾਬ ਵਿੱਚ, ਦੁਨੀਆ ਵਿੱਚ ਆਪਣੀ ਹੋਂਦ ਦੀ ਮਹਿਕ ਖਿਲਾਰੇ, ਔਰ ਗੁਰਪ੍ਰੀਤ ਦੀ ਯਾਦ ਵਿੱਚ ਰੌਸ਼ਨ ਰਵੇ, ਜੁਗ ਜੁਗ ਜੀਵੇ। ਬਹੁਤ ਬਹੁਤ ਸ਼ੁਕਰੀਆ। बहुत मेहरबानी सर, बहुत शुक्रिया।
ਤੁਸੀਂ ਅੱਜ ਗੁਰਪ੍ਰੀਤ ਗੀਤ ਬਾਰੇ ਗੱਲ ਕਰਦਿਆਂ ਜਿਸ ਤਰ੍ਹਾਂ ਭਾਵੁਕ ਹੋਏ, ਤਾਂ ਉਸ ਤੋਂ ਮੈਨੂੰ ਤੁਹਾਡਾ ਇੱਕ ਸ਼ੇਅਰ ਯਾਦ ਆਇਆ ਕਿ ਇੱਕ ਸ਼ਾਇਰ ਦੇ ਦਿਲ ਤੇ ਹੁੰਦਾ ਇੱਕ ਮੋਈ ਨਕਲੀ ਦਾ ਪੱਥਰ ਜਿੰਨਾ ਭਾਰ। ਅਸੀਂ ਸੱਚੀ ਸੋਚ ਸਕਦੇ ਹਾਂ ਕਿ ਤੁਸੀਂ ਜਿੰਨੇ ਸੰਵੇਦਨਸ਼ੀਲ ਹੋ, ਜਿਸ ਤਰ੍ਹਾਂ ਤੁਹਾਡੀ ਕਵਿਤਾ ਵਿੱਚੋਂ ਅਸੀਂ ਪੜ੍ਹਦੇ ਹਾਂ, ਸੁਣਦੇ ਹਾਂ, ਤੁਸੀਂ ਰੂਹ ਵਿੱਚੋਂ ਵੀ ਓਨੇ ਹੀ ਸੰਵੇਦਨਸ਼ੀਲ ਹੋ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ। ਔਰ ਜਿਹੜਾ ਤੁਸੀਂ ਜਿਸ ਤਰ੍ਹਾਂ ਗੁਰਪ੍ਰੀਤ ਗੀਤ ਨੂੰ ਸ਼ਰਧਾਂਜਲੀ ਦਿੱਤੀ, ਮੈਨੂੰ ਲੱਗਦਾ ਕਿ ਜਿਹੜਾ ਸਾਡੀ ਪੂਰਾ ਪੰਜਾਬ ਹੈ ਜਿਹੜਾ, ਉਹ ਇਸ ਚੀਜ਼ ਲਈ ਸੱਚੀ ਮਤਲਬ ਬਹੁਤ ਅਹਿਸਾਨਮੰਦ ਹੋਏਗਾ, ਕਿਉਂਕਿ ਇੱਕ ਜਿਹੜਾ ਕਵੀ ਹੈ ਜਾਂ ਜੋ ਕਵਿਤਾ ਲਿਖਣ ਵਾਲਾ ਕੋਈ ਵੀ ਲਿਖਾਰੀ ਹੋਵੇ, ਅੱਜ ਦੇ ਸਮੇਂ 'ਚ ਜੇ ਉਸ ਦੇ ਬਾਰੇ ਕੋਈ ਦੋ ਬੋਲ ਡਾਕਟਰ ਸੁਰਜੀਤ ਪਾਤਰ ਹੋਰੀ ਬੋਲ ਦੇਣ, ਤਾਂ ਮੈਨੂੰ ਲੱਗਦਾ ਉਹਦੇ ਲਈ ਇਸ ਤੋਂ ਵੱਡੀ ਗੱਲ ਕੋਈ ਨਹੀਂ ਹੁੰਦੀ। ਤਾਂ ਬਹੁਤ ਮਿਹਰਬਾਨੀ ਤੁਹਾਡੀ ਕਿ ਤੁਸੀਂ ਸਾਡੇ ਇਸ ਸਮਾਗਮ ਵਿੱਚ ਸ਼ਿਰਕਤ ਕੀਤੀ ਤੇ ਸਾਡੀ ਹੌਸਲਾ ਅਫਜ਼ਾਈ ਕੀਤੀ ਕਿ ਅਸੀਂ ਇਸ ਚੀਜ਼ ਨੂੰ ਅੱਗੇ ਸਹੀ ਤਰ੍ਹਾਂ ਲਿਜਾ ਸਕੀਏ। ਸਰ ਮਿਹਰਬਾਨੀ ਜੀ ਬਹੁਤ ਬਹੁਤ। ਤੇ ਦੂਸਰੀ ਗੱਲ ਕਿ ਤੁਸੀਂ ਪੁਸਤਕ ਦਾ ਜ਼ਿਕਰ ਕੀਤਾ ਸਰ, ਅਸੀਂ ਤੁਹਾਡੇ ਤੱਕ ਹਰ ਹਾਲਤ ਛੇਤੀ ਤੋਂ ਛੇਤੀ ਪੁਸਤਕ ਪਹੁੰਚਾਵਾਂਗੇ। ਅਸੀਂ ਇਹ ਸਾਨੂੰ ਹੈ ਕਿ ਅਸੀਂ ਤੁਹਾਡੇ ਤੱਕ ਪੁਸਤਕ ਪਹੁੰਚਾਉਣੀ ਹੈ। ਅਸੀਂ ਤੁਹਾਨੂੰ ਪੁਸਤਕ ਜ਼ਰੂਰ ਜਲਦੀ ਤੋਂ ਜਲਦੀ ਦੇਵਾਂਗੇ ਜੀ। ਬਹੁਤ ਸ਼ੁਕਰੀਆ ਸਰ, ਬਹੁਤ ਸ਼ੁਕਰੀਆ। ਹਾਂਜੀ, ਇਸ ਤੋਂ ਅੱਗੇ ਮੈਂ ਹਰਪ੍ਰੀਤ ਜੀ ਦਾ ਨੈਟ ਨਹੀਂ ਜੁੜ ਰਿਹਾ ਸੀ। ਹਾਂਜੀ ਇੱਕ ਮਿੰਟ, ਮੈਂ ਗਗਨ ਗੁਰਪ੍ਰੀਤ ਦਾ ਬ੍ਰਦਰ ਬੋਲ ਰਿਹਾ। ਹਾਂਜੀ ਹਾਂਜੀ ਗਗਨ ਸਰ, ਹਾਂਜੀ ਬਹੁਤ ਬਹੁਤ ਸ਼ੁਕਰੀਆ। ਤੁਸੀਂ ਜੋ ਵੀ ਸ਼ਬਦ ਉਹਨਾਂ ਲਈ ਸ਼ਰਧਾਂਜਲੀ ਦੇ ਤੌਰ ਤੇ ਵਰਤੇ। ਮੈਂ ਸੁਰਜੀਤ ਸਰ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਾਣੇ ਅਣਜਾਣੇ ਸ਼ਾਇਦ ਤੁਹਾਨੂੰ ਨਾ ਯਾਦ ਹੋਵੇ, ਬਟ ਮੈਨੂੰ ਯਾਦ ਹੈ ਕਿ ਤੁਸੀਂ ਵੀ ਗੁਰਪ੍ਰੀਤ ਨੂੰ ਮਿਲੇ ਹੋਏ ਹੋ। ਉਹ ਇਸ ਤਰ੍ਹਾਂ ਮਿਲੇ ਆ ਕਿ ਅੱਜ ਤੋਂ 15 ਸਾਲ ਪਹਿਲਾਂ ਦੀ ਗੱਲ ਹੋਣੀ ਹੈ। ਜਦੋਂ ਤੁਸੀਂ ਸਾਡੇ ਸਕੂਲ ਵਿੱਚ ਆਏ ਸੀ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੰਡੋਰੀ ਨਿਜਨਾ, ਪ੍ਰਿੰਸੀਪਲ ਰੂਪਲਾਲ ਰੂਪ ਜੀ ਤੁਹਾਨੂੰ ਲੈ ਕੇ ਆਏ ਸੀ ਸਾਡੇ ਸਕੂਲ 'ਤੇ। ਉਦੋਂ ਅਸੀਂ +1 ਜਾਂ 2 ਦੇ ਵਿੱਚ ਹੋਵਾਂਗੇ, ਤੇ ਉਦੋਂ ਤੁਹਾਡੇ ਨਾਲ ਵਿਚਾਰ ਵਟਾਂਦਰਾ ਹੋਇਆ ਸੀ। ਤੁਸੀਂ ਬਹੁਤ ਇੰਸਪੀਰੇਸ਼ਨਲ ਸਟੋਰੀ ਸਾਨੂੰ ਦੱਸੀਆਂ ਸੀ, ਮੈਨੂੰ ਯਾਦ ਹੈ। ਸੋ ਗੁਰਪ੍ਰੀਤ ਗੀਤ ਤੁਹਾਡੇ ਰੂਬਰੂ ਹੋਈ ਹੈ ਉਸ ਟਾਈਮ। ਉਸ ਤੋਂ ਬਾਅਦ ਦਾ ਮੈਨੂੰ ਪਤਾ ਨਹੀਂ, ਬਟ ਮੈਂ ਇਹ ਚੀਜ਼ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦਾ ਸੀ ਕਿ ਤੁਸੀਂ ਆਪਸ ਵਿੱਚ ਇੱਕ ਦੂਜੇ ਨਾਲ ਮਿਲੇ ਹੋਏ ਹੋ। ਹੁਣ ਕਾਫੀ ਟਾਈਮ ਹੋ ਗਿਆ, ਬਟ ਉਹ ਮੈਨੂੰ ਇਹ ਵੀ ਯਾਦ ਹੈ ਕਿ ਥੋੜਾ ਧੁੰਦਲੀ ਜਿਹੀ ਨਜ਼ਰ ਆ ਰਹੀ ਹੈ ਕਿ ਇੱਕ ਅਲੱਗ ਜਾ ਕੇ ਉਹਨੇ ਤੁਹਾਡੇ ਨਾਲ 2-4 ਗੱਲਾਂ ਕੀਤੀਆਂ ਵੀ ਸੀ ਜੋ ਅਸੀਂ ਵਾਪਸ ਕਲਾਸ ਆ ਰਹੇ ਸੀ, ਕਿਉਂਕਿ ਇਹ ਚੀਜ਼ਾਂ ਸੀ ਜਿਹੜੀਆਂ ਜੋ ਵੀ ਕਵੀ ਬਣਾ ਆ ਉਹਦੇ ਅੰਦਰੋਂ ਕਵਿਤਾ ਦਾ ਨਿਕਲਣਾ ਉਹ ਸਕੂਲ ਟਾਈਮ ਤੋਂ ਸ਼ੁਰੂ ਹੋ ਚੁੱਕਾ ਸੀ। ਸੋ ਉਹਨੂੰ ਇਹਨਾਂ ਚੀਜ਼ਾਂ 'ਚ ਇੰਟਰਸਟ ਪੈਦਾ ਹੋ ਚੁੱਕਾ ਸੀ। ਬੁੱਕਸ 'ਚ ਪੜ੍ਹਨਾ ਇੱਕ ਪਾਠਕ ਦੇ ਤੌਰ ਤੇ ਬਹੁਤ ਸਾਰੀਆਂ ਉਹਨੇ ਬੁੱਕਸ ਇਕੱਠੀਆਂ ਕਰਨੀਆਂ ਜਾਂ ਕੁਛ ਲਿਖਣਾ ਵੀ ਸ਼ੁਰੂ ਕਰ ਦਿੱਤਾ ਸੀ। ਇਸ ਲਈ ਮਤਲਬ ਸ਼ਾਇਦ ਤੁਹਾਡੇ ਨਾਲ ਜੋ ਵੀ ਉਹਦੀ ਉਸ ਟਾਈਮ ਜੋ ਵੀ ਗੱਲ ਹੋਈ ਹੋਵੇ ਉਹਦਾ ਮੈਨੂੰ ਪਤਾ ਨਹੀਂ, ਬਟ ਮੈਂ ਇਹ ਦੱਸਣਾ ਚਾਹੁੰਦਾ ਸੀ ਕਿ ਤੁਸੀਂ ਵੀ ਗੁਰਪ੍ਰੀਤ ਗੀਤ ਨੂੰ ਮੇਰੇ ਹੋਏ। ਸ਼ੁਕਰੀਆ ਜੀ। ਹਾਂਜੀ, ਬਹੁਤ ਸ਼ੁਕਰੀਆ ਗਗਨਦੀਪ ਜੀ, ਤੁਸੀਂ ਇਹ ਗੱਲ ਸਾਂਝੀ ਕੀਤੀ। ਔਰ ਮੈਂ ਆਪਣੇ ਸਾਰੇ ਸਾਥੀਆਂ ਨੂੰ ਦੱਸਣਾ ਚਾਹਾਂਗੀ ਕਿ ਇਹ ਗੁਰਪ੍ਰੀਤ ਗੀਤ ਜੀ ਦੇ ਬ੍ਰਦਰ ਨੇ। ਔਰ ਇੱਕ ਹੁੰਦਾ ਕਿ ਜਿਹੜਾ ਭੈਣ ਭਰਾ ਦਾ ਰਿਸ਼ਤਾ ਬਹੁਤ ਵੱਡਾ ਹੁੰਦਾ। ਜਿੰਨਾ ਸਦਮਾ ਇਹਨਾਂ ਨੂੰ ਹੋਊਗਾ ਗੁਰਪ੍ਰੀਤ ਗੀਤ ਦਾ, ਉਹ ਸ਼ਾਇਦ ਅਸੀਂ ਮਤਲਬ ਇੱਕ ਭੈਣ ਭਰਾ ਦੇ ਤੌਰ ਤੇ ਮਹਿਸੂਸ ਕਰ ਸਕਦੇ ਹਾਂ। ਪਰ ਇਹਨਾਂ ਦੀ ਵੱਡੀ ਗੱਲ ਇਹ ਹੈ ਕਿ ਮਾਂ ਦੇ ਗਰਭ ਵਿੱਚ ਵੀ ਇਹਨਾਂ ਨੇ ਤੇ ਗੁਰਪ੍ਰੀਤ ਗੀਤ ਨੇ ਇਕੱਠਾ ਜਿਹੜਾ ਉਹ ਸਾਹ ਲਿਆ ਸੀ। ਇਹ ਦੋਨੋਂ ਜੁੜਵਾ ਸੀ। ਔਰ ਇਹਨਾਂ ਦੀ ਜਿਹੜੀ ਬਾਕੀ ਆਪਣੇ ਭੈਣ ਭਰਾਵਾਂ ਨਾਲੋਂ ਇਹਨਾਂ ਦੀ ਜਿਹੜੀ ਸਾਂਝ ਗੁਰਪ੍ਰੀਤ ਨਾਲ ਸੀ, ਉਹ ਉਹਨਾਂ ਨਾਲੋਂ ਜ਼ਿਆਦਾ ਸੀ, ਜਿਹੜੀ ਚੀਜ਼ ਨੂੰ ਸ਼ਾਇਦ ਇਹ ਵੀ ਇੱਕ ਕਾਰਨ ਹੈ ਕਿ ਹਮ ਉਮਰ ਨੇ ਔਰ ਜੁੜਵਾ ਨੇ, ਜਿਹਦੇ ਕਰਕੇ ਇਹਨਾਂ ਨੇ ਜਿਸ ਸ਼ਿੱਦਤ ਨਾਲ ਉਹਦੀ ਜਿਹੜੀ ਬੁੱਕ ਪਬਲਿਸ਼ ਕਰਵਾਈ ਔਰ ਜਿਸ ਤਰ੍ਹਾਂ ਉਹਦੀ ਰੀਝ ਪੂਰੀ ਕਰਨਾ ਚਾਹੁੰਦੇ ਸੀ, ਇਹ ਬੇਸ਼ੱਕ ਉਹ ਆਖਰੀ ਸਮੇਂ ਨਹੀਂ ਦੇਖ ਸਕੇ, ਪਰ ਇਹਨਾਂ ਨੇ ਪੂਰੀ ਐਫਰਟਸ ਲਾਈ ਔਰ ਮਤਲਬ ਇੱਕ ਜਿਹੜਾ ਸਹੀ ਭਰਾ ਦਾ ਜਿਹੜਾ ਫਰਜ਼ ਹੈ ਉਹ ਇਹਨਾਂ ਨੇ ਅਦਾ ਕੀਤਾ। ਬਹੁਤ ਬਹੁਤ ਸ਼ੁਕਰੀਆ ਗਗਨਦੀਪ ਜੀ। ਹਾਂਜੀ, ਇਸ ਤੋਂ ਪਹਿਲਾਂ ਅਸੀਂ ਅਨਾਉਂਸ ਕੀਤਾ ਸੀ ਹਰਪ੍ਰੀਤ ਜੀ ਦਾ ਨਾਮ, ਡਾਕਟਰ ਹਰਪ੍ਰੀਤ, ਸੰਤ ਬਾਬਾ ਭਾਗ ਸਿੰਘ ਯੂਨੀਵਰਸਿਟੀ ਤੋਂ।
ਹਰਪ੍ਰੀਤ ਜੀ ਤੁਸੀਂ ਸਾਡੇ ਨਾਲ ਜੁੜੇ ਹੋਏ ਹੋ। ਚਲੋ ਅਸੀਂ ਇਸ ਤੋਂ ਇਲਾਵਾ ਮੈਂ ਜਿਹੜਾ ਅਗਲਾ ਨਾਮ ਅਨਾਉਂਸ ਕਰ ਰਹੀ ਹਾਂ ਉਹ ਹੈ ਸਤਬੀਰ ਜੀ। ਹਰਪ੍ਰੀਤ ਜੀ ਤੁਸੀਂ ਸਾਨੂੰ ਸੁਣ ਸਕਦੇ ਹੋ? ਹਰਪ੍ਰੀਤ ਜੀ, ਡਾਕਟਰ ਹਰਪ੍ਰੀਤ, ਡਾਕਟਰ ਹਰਪ੍ਰੀਤ ਤੁਸੀਂ ਸਾਨੂੰ ਸੁਣ ਸਕਦੇ ਹੋ? ਹਰਪ੍ਰੀਤ ਜੀ ਆਪਣਾ ਮਾਈਕ ਔਨ ਕਰੋ ਪਲੀਜ਼। ਹਰਪ੍ਰੀਤ ਜੀ ਤੁਸੀਂ ਆਪਣਾ ਮਾਈਕ੍ਰੋਫੋਨ ਔਨ ਕਰ ਲਓ। ਹਾਂਜੀ ਹਰਪ੍ਰੀਤ ਜੀ ਸਾਡੇ ਨਾਲ ਨਹੀਂ ਜੁੜ ਪਾ ਰਿਹਾ, ਇਸ ਕਰਕੇ ਅਸੀਂ ਜਿਹੜਾ ਅਗਲਾ ਸੱਦਾ ਦੇ ਰਹੇ ਹਾਂ ਉਹ ਹੈ ਜੀ ਸਤਬੀਰ ਨੂਰ ਜੀ। ਇਹ ਇੱਥੇ ਫਗਵਾੜਾ ਰਾਮਗੜੀਆ ਕਾਲਜ ਵਿੱਚ ਪਹਿਲਾਂ ਬਿਲਕੁਲ ਕਾਰਜਰਤ ਰਹੇ ਨੇ ਅਧਿਆਪਕ ਦੇ ਤੌਰ ਤੇ, ਪਰ ਇਸ ਵਕਤ ਇਹ ਵਿਦੇਸ਼ ਵਿੱਚ ਰਹਿ ਰਹੇ ਨੇ। ਪਰ ਇਹਨਾਂ ਦਾ ਗੁਰਪ੍ਰੀਤ ਗੀਤ ਨਾਲ ਜਿਹੜਾ ਤਾਲੁਕ ਹੈ ਉਹ ਬਹੁਤ ਵੱਡਾ ਹੈ। ਇਹ ਅਧਿਆਪਕ ਨੇ ਉਹਨਾਂ ਦੇ, ਇੱਕ ਅਧਿਆਪਕ ਜਿਹੜਾ ਸਹੀ ਮਾਅਨਿਆਂ ਦੇ ਵਿੱਚ ਅਧਿਆਪਕ ਹੁੰਦਾ ਉਹ ਜਦੋਂ ਆਪਣੇ ਇੱਕ ਹੋਣਹਾਰ ਵਿਦਿਆਰਥੀ ਦੀ ਉਂਗਲੀ ਫੜਦਾ ਹੈ ਤਾਂ ਉਹ ਉਹਦੇ ਵਿੱਚੋਂ ਜਿਹੜੀਆਂ ਚੀਜ਼ਾਂ ਹੁੰਦੀਆਂ ਉਹ ਤਲਾਸ਼ਣੀਆਂ ਸ਼ੁਰੂ ਕਰਦਾ। ਤਾਂ ਇਹਨਾਂ ਨੇ ਗੁਰਪ੍ਰੀਤ ਗੀਤ ਦੇ ਅੰਦਰੋਂ ਜੋ ਖੂਬੀਆਂ ਲੱਭੀਆਂ, ਇਹ ਖੁਦ ਕਵਿਤਾ ਲਿਖਦੇ ਨੇ, ਔਰ ਇਹਨਾਂ ਨੇ ਜੋ ਖੂਬੀਆਂ ਗੁਰਪ੍ਰੀਤ ਗੀਤ ਦੇ ਅੰਦਰੋਂ ਲੱਭੀਆਂ ਇਹਨਾਂ ਨੇ ਉਹਨਾਂ ਨੂੰ ਸਦਾ ਹੀ ਉਤਸ਼ਾਹਿਤ ਕਰਕੇ ਗੁਰਪ੍ਰੀਤ ਗੀਤ ਨੂੰ ਇਸ ਮਾਰਗ ਤੇ ਅੱਗੇ ਤੋਰਿਆ। ਗੁਰਪ੍ਰੀਤ ਗੀਤ ਦੀ ਅੱਜ ਜੋ ਮਕਾਮ ਜੋ ਉਹਨਾਂ ਨੇ ਹਾਸਲ ਕੀਤਾ ਹੈ ਉਹਦੇ ਲਈ ਪ੍ਰੋਫੈਸਰ ਸਤਬੀਰ ਨੂਰ ਜੀ ਦਾ ਬਹੁਤ ਅਹਿਮ ਯੋਗਦਾਨ ਹੈ। ਮੇਰੀ ਗੁਜ਼ਾਰਿਸ਼ ਹੈ ਸਤਬੀਰ ਨੂਰ ਜੀ ਨੂੰ ਕਿ ਸਰ ਤੁਸੀਂ ਗੁਰਪ੍ਰੀਤ ਗੀਤ ਜੀ ਨਾਲ ਆਪਣਾ ਜਿਹੜਾ ਤੁਹਾਡਾ ਸਮਾਂ ਬੀਤਿਆ ਜਾਂ ਤੁਸੀਂ ਉਹਨਾਂ ਬਾਰੇ ਜੋ ਵੀ ਸ਼ਬਦ ਕੁਝ ਸਾਡੇ ਨਾਲ ਸਾਂਝੇ ਕਰੋ। ਹਾਂਜੀ ਸਤਬੀਰ ਨੂਰ ਜੀ। ਸਰ ਸਤਬੀਰ ਸਰ ਤੁਸੀਂ ਆਪਣਾ ਮਾਈਕ ਔਨ ਕਰ ਲਓ ਜੀ, ਮਾਈਕ੍ਰੋਫੋਨ ਆਫ ਆ ਜੀ। ਸ਼ੁਕਰੀਆ ਹਾਂਜੀ ਹਰਦੀਪ ਜੀ। ਸ਼ੁਕਰੀਆ ਸਰ। ਤੇ ਮੈਂ ਸਾਰੇ ਮੁਅੱਜ਼ਜ਼ ਮਹਿਮਾਨਾਂ ਦਾ ਬਹੁਤ-ਬਹੁਤ ਜੀ ਆਇਆਂ ਕਰਦਾ ਕਿ ਉਹਨਾਂ ਨੇ ਆਪਣੇ ਬੜੇ ਬਿਜ਼ੀ ਸ਼ਡਿਊਲ ਦੇ ਵਿੱਚੋਂ ਆਪਣਾ ਬੇਸ਼ਕੀਮਤੀ ਸਮਾਂ ਕੱਢ ਕੇ ਗੁਰਪ੍ਰੀਤ ਗੀਤ ਦੇ ਬਾਰੇ ਗੱਲਾਂ ਕੀਤੀਆਂ ਨੇ। ਮੈਂ ਵੀ ਬਰੀਫਟੀ ਦੇ ਨਾਲ ਬੜੀ ਇੱਕ ਦੋ ਗੱਲਾਂ ਗੁਰਪ੍ਰੀਤ ਗੀਤ ਦੇ ਬਾਰੇ ਕਰਕੇ ਸਾਰੇ ਕੋਲੋਂ ਖਿਮਾ ਮੰਗਾਂਗਾ। ਪਰਮਿੰਦਰ ਸੋਢੀ ਹੋਰਾਂ ਨੇ ਬਹੁਤ ਚੰਗੇ ਵਿਚਾਰ ਗੁਰਪ੍ਰੀਤ ਗੀਤ ਦੇ ਬਾਰੇ, ਉਹਦੇ ਨਾਲ ਉਹਦੀ ਸਾਂਝ ਦੇ ਬਾਰੇ ਦਿੱਤੇ ਹੈ। ਡਾਕਟਰ ਸੁਰਜੀਤ ਪਾਤਰ ਹੋਣਾ ਦਾ ਤੇ ਹੰਸ ਜੀ ਦਾ ਵੀ ਮੈਂ ਬਹੁਤ ਧੰਨਵਾਦੀ ਹਾਂ। ਮੈਂ ਨਹੀਂ ਜਾਣਦਾ ਕਿ ਇਹ ਹਾਊ ਦਿਸ ਗ੍ਰੈਂਡ ਸਕੀਮ ਆਫ ਥਿੰਗਸ ਵਰਕ, ਤੇ ਮੈਨੂੰ ਲੱਗਦਾ ਕੋਈ ਵੀ ਨਹੀਂ ਜਾਣਦਾ। ਗੁਰਪ੍ਰੀਤ ਮੇਰੀ ਕਰੀਬ 10 ਸਾਲ ਪਹਿਲਾਂ ਵਿਦਿਆਰਥਣ ਸੀ ਤੇ ਉਹਦੀ ਕਵਿਤਾ ਦੇ ਨਾਲ ਮੇਰੀ ਪਹਿਲੀ ਇੰਟਰੈਕਸ਼ਨ ਵੀ ਉਹ 10 ਸਾਲ ਪਹਿਲਾਂ ਹੀ ਹੋਈ ਸੀਗੀ। ਤੇ ਇਸ ਸਮੇਂ ਦੇ ਦੌਰਾਨ ਮੈਂ ਉਹਦੀ ਕਵਿਤਾ ਦੇ ਨਾਲ ਜ਼ਰੂਰ ਜੁੜਿਆ ਰਿਹਾ, ਭਾਵੇਂ ਉਹਦੇ ਨਾਲ ਗੱਲ ਨਹੀਂ ਹੋ ਰਹੀ ਸੀਗੀ, ਪਰ ਉਹਦੀ ਕਵਿਤਾ ਨੂੰ ਮੈਂ ਗਰੋ ਹੁੰਦੇ ਦੇਖਦਾ ਰਿਹਾ। ਤੇ ਇੰਨੇ ਸਾਲਾਂ ਤੋਂ ਬਾਅਦ ਮੈਂ ਨਹੀਂ ਜਾਣਦਾ ਕਿ ਉਹਨੇ ਮੇਰੇ ਤੱਕ ਕਿਉਂ ਅਪਰੋਚ ਕੀਤਾ ਇਸ ਪੁਸਤਕ ਦੀ ਪਬਲੀਕੇਸ਼ਨ ਦੇ ਵਾਸਤੇ। ਤੇ ਇੱਕ ਬੜੀ ਇੰਟਰਸਟਿੰਗ ਗੱਲ ਹੈ ਕਿ ਜਦੋਂ ਅਸੀਂ ਸਾਰਾ ਕੁਝ ਫਿਨਿਸ਼ ਕਰ ਲਿਆ ਹੈ ਇਸ ਪੁਸਤਕ ਦਾ, ਇਹਦੀ ਮੈਨੂਸਕ੍ਰਿਪਟ ਰੈਡੀ ਹੋ ਗਈ, ਟਾਈਟਲ ਰੈਡੀ ਹੋ ਗਿਆ, ਬੁੱਕ ਦਾ ਸਰਵਰਕ ਰੈਡੀ ਹੋ ਗਿਆ, ਐਵਰੀਥਿੰਗ ਵਾਸ ਰੈਡੀ ਪਬਲੀਕੇਸ਼ਨ ਦੀ। ਜੀ ਮੈਂ ਇਹ ਕਹਿ ਰਿਹਾ ਸੀਗਾ ਕਿ ਇਹ ਬੜੀ ਇੰਟਰਸਟਿੰਗ ਗੱਲ ਹੋਈ ਕਿ ਜਦੋਂ ਸਾਰਾ ਕੁਝ ਫਾਈਨਲਾਈਜ਼ ਹੋ ਗਿਆ ਸੀਗਾ, ਇਸ ਪੁਸਤਕ ਦੀ ਮੈਨੂਸਕ੍ਰਿਪਟ ਰੈਡੀ ਹੋ ਗਈ ਸੀ, ਡਰਾਫਟ ਹੋ ਗਈ ਸੀ ਇਹ ਪੁਸਤਕ, ਤਾਂ ਮੈਂ ਗੁਰਪ੍ਰੀਤ ਨੂੰ ਕਿਹਾ ਕਿ ਕੁੜੀਏ ਤੈਨੂੰ ਮੁਬਾਰਕ, ਬਹੁਤ ਮੁਬਾਰਕ ਕਿ ਤੂੰ ਇੰਨੀ ਚੰਗੀ ਕਵਿਤਾ ਲਿਖੀ ਹੈ। ਤੇ ਮੈਂ ਆਪਣੇ ਆਪ ਨੂੰ ਉਹਨੂੰ ਕਿਹਾ ਕਿ ਬੜਾ ਪ੍ਰਿਵਿਲੇਜਡ ਮਹਿਸੂਸ ਕਰਦਾ ਕਿ ਮੈਨੂੰ ਇਸ ਪੁਸਤਕ ਦਾ ਪ੍ਰੀਫੇਸ ਲਿਖਣ ਦਾ ਮੌਕਾ ਮਿਲਿਆ ਹੈ ਤੇ ਮੈਨੂੰ ਇਸ ਪੁਸਤਕ ਦੇ ਨਾਲ ਜੁੜੇ ਹੋਣ ਦਾ ਸੁਭਾਗ ਮਿਲਿਆ। ਪਰ ਉਹਦੇ ਜਾਣ ਤੋਂ ਬਾਅਦ, ਉਸ ਸ਼ੌਕਿੰਗ ਨਿਊਜ਼ ਤੋਂ ਬਾਅਦ, ਮੈਂ ਅੱਜ ਇਹ ਚੀਜ਼ ਸੋਚਦਾ ਕਿ ਮੈਂ ਸਿਰਫ ਪ੍ਰਿਵਿਲੇਜਡ ਨਹੀਂ, ਮੈਂ ਸਿਰਫ ਇਸ ਪੁਸਤਕ ਦਾ ਹਿੱਸਾ ਨਹੀਂ। ਹਰ ਉਹ ਅੱਖ ਜਿਹੜੀ ਇਸ ਕਿਤਾਬ ਨੂੰ ਪੜ੍ਹ ਰਹੀ ਆ, ਗੁਰਪ੍ਰੀਤ ਦੇ ਸ਼ਬਦਾਂ ਨੂੰ ਪੜ੍ਹ ਰਹੀ ਆ, ਉਹ ਵੀ ਪ੍ਰਿਵਿਲੇਜਡ ਆ, ਉਹ ਵੀ ਇਸ ਪੁਸਤਕ ਦਾ ਹਿੱਸਾ। ਹਰ ਉਹ ਕੰਨ ਜੋ ਉਹਦੇ ਬਾਰੇ ਸੁਣ ਰਿਹਾ ਉਹ ਵੀ ਇਸ ਪੁਸਤਕ ਦਾ ਹਿੱਸਾ, ਤੇ ਹਰ ਉਹ ਜ਼ੁਬਾਨ ਜਿਹੜੀ ਇਹਦੇ ਬਾਰੇ ਬੋਲ ਰਹੀ ਆ, ਕੰਪਰੀਹੈਂਸਿਵਲੀ ਅਸੀਂ ਸਾਰੇ ਹੀ ਇਸ ਪੁਸਤਕ ਦਾ ਹਿੱਸਾ ਹੈ। ਤੇ ਇਹ ਪੁਸਤਕ ਹੁਣ ਸਿਰਫ ਤੇ ਸਿਰਫ
ਗੁਰਪ੍ਰੀਤ ਗੀਤ ਦੇ ਨਾਮ ਦੇ ਨਾਲ ਨਹੀਂ ਜੁੜੀ ਰਹਿ ਗਈ, ਇਹ ਪੂਰੀ ਪੰਜਾਬੀ ਸਾਹਿਤ ਦੇ ਨਾਲ ਜੁੜ ਗਈ ਆ ਤੇ ਪੂਰੀ ਪੰਜਾਬੀ ਜ਼ੁਬਾਨ ਦੀ ਹੋ ਚੁੱਕੀ ਹੈ ਇਹ ਪੁਸਤਕ ਹੁਣ। ਤੇ ਜਿੱਥੇ ਇਹ ਗੱਲ ਮੈਂ ਜ਼ਰੂਰ ਕਰਾਂ ਕਿ ਜਿੱਥੇ ਇਹ ਪਲੇਥੋਰਾ ਆਫ ਬੁੱਕਸ ਹਰ ਰੋਜ਼ ਪਬਲਿਸ਼ ਹੁੰਦੀਆਂ ਤੇ ਸੁਪਨਿਆਂ ਦੇ ਦਸਤਖਤ ਵਰਗੀ ਇਹੋ ਜਿਹੀ ਪੁਸਤਕ ਪਬਲਿਸ਼ ਹੋ ਜਾਣੀ, ਇਹ ਇਦਾਂ ਦੇ ਮੌਕੇ ਦੇ ਉੱਤੇ ਕਵਿਤਾ ਸਾਹ ਲੈਣ ਜੋਗੀ ਹੋ ਜਾਂਦੀ ਹੈ। ਜੇ ਸਾਹਿਤ ਦੀਆਂ ਸਾਰੀਆਂ ਵਿਧਾਵਾਂ ਦੇ ਵਿੱਚੋਂ ਸਭ ਤੋਂ ਜ਼ਿਆਦਾ ਕੋਈ ਚੀਜ਼ ਕ੍ਰਿਟਿਸਿਜ਼ਮ ਸਹੇੜਦੀ ਆ ਤਾਂ ਉਹ ਪੋਇਟਰੀ ਸਹੇੜਦੀ ਆ। ਤੇ ਜੇ ਮੈਂ ਹੋਰ ਵੀ ਇਹਨੂੰ ਐਕਸਪਲੋਰ ਕਰਾਂ ਕਿ ਸਭ ਤੋਂ ਜ਼ਿਆਦਾ ਨੈਗੇਟਿਵ ਕ੍ਰਿਟਿਸਿਜ਼ਮ ਜੇ ਕੋਈ ਯੋਨਰ ਸਹੇੜਦਾ ਤਾਂ ਉਹ ਫ੍ਰੀ ਵਰਸ ਸਹੇੜਦੀ, ਜਿਹਨੂੰ ਅਸੀਂ ਖੁੱਲੀ ਕਵਿਤਾ ਕਹਿੰਦੇ ਆ। ਪਰ ਜਦੋਂ ਪੰਜਾਬੀ ਕੰਟੈਂਪਰੇਰੀ ਪੋਇਟਰੀ ਦੇ ਵਿੱਚ ਅਸੀਂ ਇਸ ਚੀਜ਼ ਨੂੰ ਮੈਜਰ ਕਰਨਾ ਹੋਵੇ ਕਿ ਕਿਹੋ ਜਿਹੀ ਕਵਿਤਾ ਲਿਖੀ ਜਾ ਰਹੀ ਆ, ਤਾਂ ਸੁਪਨਿਆਂ ਦੇ ਦਸਤਖਤ ਵਰਗੀ ਇੱਕ ਜਿਹੜੀ ਪੁਸਤਕ ਆ ਉਹ ਉਸ ਚੀਜ਼ ਦਾ ਇੱਕ ਮੈਜਰ ਹੋ ਸਕਦੀ ਆ, ਉਸ ਚੀਜ਼ ਦਾ ਇੱਕ ਪੈਮਾਨਾ ਹੋ ਸਕਦੀ ਆ ਕਿ ਇਹੋ ਜਿਹੀ ਪੁਸਤਕ, ਇਹੋ ਜਿਹੀ ਕਵਿਤਾ ਅੱਜ ਕੱਲ ਪੰਜਾਬੀ ਪੋਇਟਰੀ ਦੇ ਵਿੱਚ ਲਿਖੀ ਜਾ ਰਹੀ ਆ। ਤੇ ਅੱਜ ਦੇ ਜਿਹੜੇ ਨਵੇਂ ਰਾਈਟਰਸ ਆ ਉਹਨਾਂ ਦੇ ਕੋਲ ਕਿੰਨੀਆਂ ਕੈਪੇਬਿਲਿਟੀਜ਼ ਨੇ, ਕਿੰਨੀਆਂ ਕੈਪੈਸਿਟੀਜ਼ ਨੇ, ਜਾਂ ਉਹਨਾਂ ਦੀ ਕਿੰਨੀ ਪ੍ਰੋਪੈਂਸਿਟੀ ਹੈ। ਜੇ ਅਸੀਂ ਇਸ ਚੀਜ਼ ਨੂੰ ਦੇਖਣਾ ਹੋਵੇ ਤਾਂ ਇਹ ਸੁਪਨਿਆਂ ਦੇ ਦਸਤਖਤ ਵਰਗੀ ਇੱਕ ਪੁਸਤਕ ਜਿਹੜੀ ਆ ਇਹ ਇੱਕ ਐਗਜ਼ੈਂਪਲਰੀ ਪ੍ਰੋਜੈਕਟ ਜਾਂ ਐਗਜ਼ੈਂਪਲਰੀ ਚੀਜ਼ ਹੋ ਕੇ ਸਾਡੇ ਸਾਹਮਣੇ ਆਉਂਦੀ ਆ। ਤੇ ਸੁਰਜੀਤ ਪਾਤਰ ਹੋਣਾ ਦਾ ਇੱਕ ਸ਼ੇਰ ਆ ਕਿ ਮੈਂ ਸੁਣਾ ਜੇ ਰਾਤ ਖਾਮੋਸ਼ ਨੂੰ, ਮੇਰਾ ਦਿਲ ਇਹੀ ਦੁਆ ਕਰੇ, ਇਹ ਜ਼ਮੀਨ ਹੋਵੇ ਸੁਰਾਂਗਲੀ, ਇਹ ਦਰਖਤ ਹੋਣ ਹਰੇ ਭਰੇ। ਇਹਦੇ ਵਿੱਚ ਕਵੀ ਦਾ ਜਿਹੜਾ ਸੰਵੇਦਨਸ਼ੀਲ ਜਾਂ ਚਿੰਤਨਸ਼ੀਲ ਮਾਈਂਡ ਆ ਉਹ ਇਹ ਸੋਚ ਰਿਹਾ ਕਿ ਜਿਹੜੀ ਉਹ ਦੁਆ ਜਾਂ ਫਿਰ ਉਹ ਜਿਹੜੀ ਲੈਗੇਸੀ ਦੇ ਪ੍ਰਤੀ ਉਹ ਚਿੰਤਤ ਆ, ਤਾਂ ਮੈਂ ਉਹਦੇ ਬਾਰੇ ਇਹ ਕਹਿ ਸਕਦਾ ਕਿ ਜੇ ਸੁਪਨਿਆਂ ਦੇ ਦਸਤਖਤ ਵਰਗੀ ਕਿਤਾਬ ਪੰਜਾਬੀ ਲਿਟਰੇਚਰ ਦੀ ਜ਼ਮੀਨ ਨੂੰ ਸੁਰਾਂਗਲੀ ਬਣਾ ਕੇ ਰੱਖੇਗੀ ਤੇ ਪੰਜਾਬੀ ਕਵਿਤਾ ਦੇ ਹਰੇ ਭਰੇ ਦਰਖਤ ਜਿਹੜੇ ਆ ਹਮੇਸ਼ਾ ਹੀ ਹਰੇ ਭਰੇ ਰਹਿਣਗੇ ਇਹੋ ਜਿਹੀਆਂ ਕਵਿਤਾਵਾਂ ਦੇ ਨਾਲ। ਤੇ ਇਸ ਤੋਂ ਇਲਾਵਾ ਮੈਂ ਜੇ ਗੱਲ ਕਰਾਂ ਗੁਰਪ੍ਰੀਤ ਦੇ ਬ੍ਰਦਰ ਗਗਨਦੀਪ ਦੀ, ਭਾਵੇਂ ਉਹ ਇੱਕ ਮੈਡੀਕਲ ਲਾਈਨ ਦੇ ਨਾਲ ਸੰਬੰਧਿਤ ਆ ਪਰ ਫਿਰ ਵੀ ਉਹ ਗੁਰਪ੍ਰੀਤ ਦੀਆਂ ਅੰਤਿਮ ਇੱਛਾਵਾਂ ਪੂਰੀਆਂ ਕਰਨ ਦੇ ਲਈ ਪੂਰੀ ਆਪਣੀ ਐਫਰਟ ਲਾ ਰਿਹਾ। ਉਹ ਮੈਂ ਉਹਦਾ ਧੰਨਵਾਦ ਤੇ ਉਹਨੂੰ ਐਪਰੀਸ਼ੀਏਟ ਵੀ ਕਰਦਾ ਉਹਦੇ ਲਈ। ਤੇ ਇਸ ਤੋਂ ਇਲਾਵਾ ਮੈਂ ਗੁਰਪ੍ਰੀਤ ਦੇ ਪੇਰੈਂਟਸ ਨੂੰ ਉਹਦੀ ਇੱਕ ਚੰਗੀ ਅਪਬ੍ਰਿੰਗਿੰਗ ਦੇ ਲਈ, ਉਹਦੀ ਐਜੂਕੇਸ਼ਨ ਦੇ ਲਈ ਤੇ ਉਹਦੇ ਪੋਇਟਿਕ ਮਾਈਂਡ ਨੂੰ ਜਿਹੜੀ ਫਰੀਡਮ ਚਾਹੀਦੀ ਸੀ ਉਹ ਫਰੀਡਮ ਦੇਣ ਲਈ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਇਹੋ ਜਿਹੀ ਕਵਿਤਰੀ ਪੰਜਾਬੀ ਸਾਹਿਤ ਨੂੰ ਉਹਨਾਂ ਨੇ ਦਿੱਤੀ ਆ, ਕਿਉਂਕਿ ਉਹਦੀ ਅਪਬ੍ਰਿੰਗਿੰਗ ਹੀ ਇੰਨੀ ਚੰਗੀ ਸੀ। ਤੇ ਅੱਜ ਦੇ ਰਾਈਟਰਸ ਜਿਹੜੇ ਲਿਖ ਰਹੇ ਆ ਇਹ ਉਹਨਾਂ ਦੇ ਵਿੱਚ ਇੰਨੀਆਂ ਕੈਪੇਬਿਲਿਟੀਜ਼ ਜਿਹੜੀਆਂ, ਜੇ ਉਹਨਾਂ ਨੂੰ ਸਿਰਫ ਇੱਕ ਛੋਟੀ ਜਿਹੀ ਚਿਣਗ ਦੀ ਲੋੜ ਆ, ਉਹਨਾਂ ਨੂੰ ਸਿਰਫ ਇੱਕ ਥੋੜੀ ਜਿਹੀ ਮੋਟੀਵੇਸ਼ਨ ਦੀ ਲੋੜ ਆ। ਤੇ ਇਹੋ ਜਿਹੀ ਮੋਟੀਵੇਸ਼ਨ ਮੈਨੂੰ ਲੱਗਦਾ ਪੰਜਾਬ ਦਰਸ਼ਨ ਜਾਂ ਕਿਤਾਬ ਦਰਸ਼ਨ ਜਾਂ ਪ੍ਰੋਫੈਸਰ ਅਵਤਾਰ ਸਿੰਘ ਜਾਂ ਉਹਨਾਂ ਦੇ ਸਾਰੀ ਟੀਮ ਜਿਹੜੀ ਆ ਕੰਮ ਕਰ ਰਹੀ ਆ ਐਟ ਦੀ ਬੈਕ ਐਂਡ, ਉਹ ਸਾਰੇ ਹੀ ਇਸ ਗੱਲ ਲਈ ਵਧਾਈ ਦੇ ਪਾਤਰ ਆ ਕਿ ਉਹ ਉਹਨਾਂ ਚੀਜ਼ਾਂ ਨੂੰ ਜਿਹੜੀਆਂ ਵਿਸਰੀਆਂ ਹੋਈਆਂ ਨੇ ਜਾਂ ਜਿਨ੍ਹਾਂ ਬਾਰੇ ਗੱਲ ਨਹੀਂ ਹੋ ਰਹੀ ਉਹਨਾਂ ਬਾਰੇ ਉਹ ਗੱਲ ਕਰਦੇ ਆ ਤੇ ਉਹ ਮੋਟੀਵੇਸ਼ਨ ਵੀ ਦੇ ਰਿਹਾ ਨਵੇਂ ਰਾਈਟਰਸ ਨੂੰ ਵੀ। ਸੋ ਮੈਂ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਤੇ ਗੁਰਪ੍ਰੀਤ ਨੂੰ ਫਿਰ ਦੁਬਾਰਾ ਚੇਤੇ ਕਰਦਾ ਹੋਇਆ, ਉਹਦੀਆਂ ਕਵਿਤਾਵਾਂ ਨੂੰ ਦੁਬਾਰਾ ਪੜ੍ਹਦਾ ਹੋਇਆ ਮੈਂ ਉਹਨੂੰ ਸ਼ਰਧਾਂਜਲੀ ਦਿੰਦਾ। ਤੇ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਕਿਤਾਬ ਦਰਸ਼ਨ ਪੇਜ ਦਾ ਤੇ ਪ੍ਰੋਫੈਸਰ ਅਵਤਾਰ ਸਿੰਘ ਹੋਰਾਂ ਦਾ ਤੇ ਸਾਰੇ ਮੌਜੂਦ ਮਹਿਮਾਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਇਹਨਾਂ ਸ਼ਬਦਾਂ ਨਾਲ ਮੈਂ ਤੁਹਾਡੇ ਕੋਲੋਂ ਖਿਮਾ ਮੰਗਦਾ। ਧੰਨਵਾਦ। ਹਾਂਜੀ, ਬਹੁਤ ਬਹੁਤ ਸ਼ੁਕਰੀਆ ਸਤਵੀਰ ਸਰ। ਅਸੀਂ ਬਹੁਤ ਸ਼ੁਕਰਗੁਜ਼ਾਰ ਹਾਂ ਤੁਹਾਡੇ ਕਿ ਤੁਸੀਂ ਸਾਡੇ ਇਸ ਸਮਾਗਮ ਨੂੰ ਜਿਹੜਾ ਉਹਦਾ ਹਿੱਸਾ ਬਣੇ। ਜਿਹੜਾ ਅਧਿਆਪਕ ਹੈ ਉਹਦੇ ਜਿਹੜੇ ਸਹੀ ਫਰਜ਼ ਜਿਹੜੇ ਤੁਸੀਂ ਅਦਾ ਕਰ ਰਹੇ ਹੋ ਤੇ ਉਹਦੇ ਲਈ ਅਸੀਂ ਸਹੀ ਹੈ ਕਿ ਤੁਸੀਂ ਆਪਣੇ ਵਿਦਿਆਰਥੀਆਂ ਨੂੰ ਜਿਸ ਲਗਨ ਨਾਲ ਵਿਦਿਆਰਥੀਆਂ ਨਾਲ ਤੁਸੀਂ ਜੁੜੇ ਹੋਏ ਹੋ, ਜਿਸ ਤਰ੍ਹਾਂ ਉਹਨਾਂ ਨੂੰ ਉਤਸ਼ਾਹਿਤ ਕਰ ਰਹੇ ਹੋ, ਤੁਹਾਡੀ ਭੂਮਿਕਾ ਪੜ੍ਹ ਕੇ ਸਮਝ ਆਉਂਦੀ ਹੈ ਕਿ ਤੁਸੀਂ ਆਪਣੇ ਵਿਦਿਆਰਥੀਆਂ ਨਾਲ ਕਿੰਨਾ ਲਗਾਵ ਕਰਦੇ ਹੋ। ਬਹੁਤ ਸ਼ੁਕਰੀਆ ਜੀ, ਮਿਹਰਬਾਨੀ। ਮੈਂ ਗੁਰਪ੍ਰੀਤ ਗੀਤ ਦੇ ਬਾਰੇ ਕੁਝ ਗੱਲ ਕਰਨਾ ਚਾਹੁੰਦੀ ਹਾਂ ਕਿ ਜਿੰਨਾ ਹੁਣ ਤੱਕ ਅਸੀਂ ਉਹਨਾਂ ਦੇ ਬਾਰੇ ਜਾਣਿਆ ਜਾਂ ਸੁਣਿਆ, ਉਹਦੇ 'ਚੋਂ ਇਹ ਹੈ ਕਿ ਗੁਰਪ੍ਰੀਤ ਗੀਤ ਇੱਕ ਬਹੁਤ ਸੰਵੇਦਨਸ਼ੀਲ ਕਵਿਤਰੀ ਸੀ
ਜਿੱਥੇ ਉਹਨਾਂ ਨੇ ਆਪਣੇ ਜਿਹੜੇ ਅਹਿਸਾਸ ਹੈ ਉਹਨਾਂ ਦਾ ਬਹੁਤ ਸੋਹਣਾ ਬਿਆਨ ਕੀਤਾ, ਨਾਲ ਦੀ ਨਾਲ ਉਹ ਫਿਕਰਮੰਦ ਵੀ ਸੀ ਜਿਹੜੇ ਆਉਣ ਵਾਲਾ ਸਾਡਾ ਸਮਾਜ ਹੈ, ਜਿਸ ਕਦਰ ਉਹਦੇ ਵਿੱਚ ਜਿਹੜੀਆਂ ਚੀਜ਼ਾਂ ਕੁਝ ਇਦਾਂ ਦੀਆਂ ਜਿਹੜੀਆਂ ਮਾੜੀਆਂ ਚੀਜ਼ਾਂ ਪੈਦਾ ਹੋ ਰਹੀਆਂ, ਜਿਹੜੀਆਂ ਸਾਡੇ ਲਈ ਬਹੁਤ ਸਾਹ ਲੈਣ ਲਈ ਬਹੁਤ ਘਾਤਕ ਹੋ ਸਕਦੀਆਂ, ਜਿਵੇਂ ਕਿ ਧਰਤੀ ਤੇ ਲਗਾਤਾਰ ਕੰਕਰੀਟ ਵਿਛਾਇਆ ਜਾ ਰਿਹਾ। ਇਹ ਜਿਹੜਾ ਕੰਕਰੀਟ ਹੈ, ਜਦੋਂ ਇੰਨੀ ਲਗਾਤਾਰ ਇਹ ਏਦਾਂ ਵੱਧਦਾ ਜਾਊਗਾ, ਜਿਹਨੂੰ ਅਸੀਂ ਤਰੱਕੀ ਦਾ ਪੈਮਾਨਾ ਮੰਨਿਆ ਹੋਇਆ, ਕਿਉਂਕਿ ਸਾਡੇ ਦਿਮਾਗਾਂ ਦੇ ਵਿੱਚ ਜਿਹੜੀ ਤਰੱਕੀ ਹੈ ਉਹ ਵੱਡਾ ਘਰ, ਵੱਡੀਆਂ ਇਮਾਰਤਾਂ ਉਹ ਜੁੜੀ ਹੋਈ ਹੈ, ਤੇ ਸੜਕਾਂ ਜਾਂ ਸਾਰਾ ਕੁਝ ਜਿਹਦੇ ਨਾਲ ਕੰਕਰੀਟ ਜੁੜਿਆ ਹੋਇਆ। ਤੇ ਜਦੋਂ ਧਰਤੀ ਸਾਹ ਨਹੀਂ ਲਊਗੀ ਤਾਂ ਉਹਦੇ ਲਈ ਜਿਹੜੇ ਸਿੱਟੇ ਆ ਉਹ ਮਾਰੂ ਹੀ ਨਿਕਲ ਸਕਦੇ ਨੇ। ਮੈਂ ਗੁਰਪ੍ਰੀਤ ਗੀਤ ਦੀ ਇੱਕ ਕਵਿਤਾ ਜਿਹੜੀ ਉਹ ਸਾਂਝੀ ਕਰਨਾ ਚਾਹੁੰਦੀ ਹਾਂ। ਉਹਨਾਂ ਦੀ ਕਵਿਤਾ ਹੈ, ਤੂੰ ਮੈਥੋਂ ਹਾਈਬ੍ਰਿਡ ਛਤਰੀ ਖੋਹਣ ਆਇਆ, ਪਰ ਖੁਦ ਹੀ ਇਸ ਤੇ ਫੁੱਲ ਬਣ ਕੇ ਬੈਠ ਗਿਆ। ਬੇਹੋਸ਼ ਹੋ ਰਹੀ ਕਣੀ ਨਾਲ ਲਟਕਦੀ ਮੈਂ, ਇਸ ਵਰੇ ਦਾ ਆਖਰੀ ਪੰਨਾ ਪਲਟਦੀ ਹਾਂ। ਲਿਖਦੀ ਹਾਂ ਅੰਤਲੀ ਤਾਰੀਖ, ਮੂਡ ਮਤ ਛਾਉਣ ਤੋਂ ਪਹਿਲਾਂ, ਤੇ ਤੁਸੀਂ ਅਗਲੇ ਵਰੇ ਦਾ ਨਾਂ ਕਿਤਾਬ ਰੱਖਣਾ। ਸੰਵੇਦਨਸ਼ੀਲ ਸ਼ਾਇਰਾ ਜਿਹੜੀ ਇਹ ਸੋਚਦੀ ਹੈ ਕਿ ਅਗਲੇ ਵਰੇ ਦਾ ਨਾਮ ਜਿਹੜਾ ਕਿਤਾਬ ਰੱਖਿਆ ਜਾਵੇ, ਉਹਦਾ ਇਹ ਸੰਦੇਸ਼ ਵੀ ਹੈ ਸਾਡੇ ਸਾਰਿਆਂ ਲਈ ਕਿ ਕਿਤਾਬ ਨਾਲ ਜੁੜਨਾ ਸਾਡੇ ਲਈ ਕਿੰਨਾ ਮਹੱਤਵਪੂਰਨ ਹੈ। ਉਸ ਪਿੱਛੋਂ ਉਹ ਕਹਿੰਦੇ ਨੇ, ਟਾਇਲ ਤੇ ਬਿਰਖ ਲਾਉਣ ਦੀ ਖੇਚਲ ਕਰਨਾ, ਜਿਸ ਕਦਰ ਕੰਕਰੀਟ ਜਿਹੜਾ ਵਿਛਿਆ ਹੋਇਆ ਉੱਥੇ ਰੁੱਖਾਂ ਦੀ ਜਿਹੜੀ ਉਹ ਹੋਂਦ ਖਤਮ ਹੋ ਰਹੀ ਹੈ, ਤੇ ਉਹਨਾਂ ਦੀ ਇੱਛਾ ਕੀ ਹੈ ਕਿ ਟਾਇਲ ਤੇ ਬਿਰਖ ਲਾਉਣ ਦੀ ਖੇਚਲ ਕਰਨਾ, ਮੈਂ ਮਿੱਟੀ ਨਾਲ ਖੇਡਦੇ ਜਵਾਕ ਨੂੰ ਮੁੜ ਤੱਕਣ ਦਾ ਹੀਲਾ ਕਰਾਂਗੀ। ਅਜਿਹੀ ਜਿਹੜੀ ਸੋਚ, ਜਿਹੜੀ ਬਿਰਤੀ, ਜਿਹੜੀ ਅਜਿਹੀ ਸੋਚ ਦੀ ਬਿਰਤੀ ਹੋਣਾ, ਇਹ ਇਹੋ ਜਿਹੀ ਕਵਿਤਰੀ ਦਾ ਸਾਥੋਂ ਖੁੱਸ ਜਾਣਾ, ਅਸੀਂ ਸੱਚੀ ਇਸ ਚੀਜ਼ ਲਈ ਹਾਂ ਅਸੀਂ ਬਹੁਤ ਦੁੱਖ 'ਚ ਮਹਿਸੂਸ ਕਰਦੇ ਹਾਂ, ਦੁੱਖ ਨੂੰ ਇਸ ਚੀਜ਼ ਦਾ, ਕਿਉਂਕਿ ਅਜਿਹੇ ਜਿਹੜੇ ਸ਼ਾਇਰ ਜਿਹੜੇ ਪੈਦਾ ਹੁੰਦੇ ਨੇ, ਜਿਹੜੇ ਸਿਰਫ ਆਪਣੇ ਹਿੱਤ ਲਈ ਜਾਂ ਏਦਾਂ ਲੋਕਾਈ ਦੇ ਹਿੱਤ ਲਈ ਨਹੀਂ ਅੱਗੇ ਆਉਂਦੇ, ਅਸੀਂ ਉਹਨਾਂ ਦੀ ਗੱਲ ਕਰਦੇ ਹਾਂ। ਪਰ ਇੱਥੇ ਜਿਹੜਾ ਸਾਡੇ ਕੋਲ ਅਜਿਹਾ ਕੋਈ ਮੌਜੂਦ ਸੀ ਜਿਹੜਾ ਸਭ ਪਾਸੇ ਏਦਾਂ ਸੋਚਦਾ ਸੀ, ਜਿਹਦੀ ਸੋਚ ਜਿਹੜੀ ਹੈ ਬਹੁਤ ਵਿਕਸਿਤ ਹੋ ਸਕਦੀ ਸੀ ਇਸ ਤੋਂ ਵੀ ਅੱਗੇ, ਕਿਤੇ ਅੱਗੇ, ਉਹ ਸਾਡੇ ਕੋਲੋਂ ਜਿਹੜਾ ਖੁੱਸ ਗਈ, ਜਿਹਦੇ ਕਰਕੇ ਅਸੀਂ ਅੱਜ, ਮੈਂ ਸ਼ੁਰੂ ਤੇ ਵੀ ਕਿਹਾ ਸੀ ਕਿ ਅਸੀਂ ਇਸ ਸਮਾਗਮ ਨੂੰ ਸ਼ੋਕ ਸਭਾ ਵੀ ਨਾਲ ਕਹਿ ਰਹੇ ਹਾਂ, ਅਸੀਂ ਗਮਗੀਨ ਵੀ ਹਾਂ, ਪਰ ਨਾਲ ਦੀ ਨਾਲ ਇਹ ਲੋਕ ਅਰਪਣ ਕਰਦੇ ਹੋਏ ਇਸ ਪੁਸਤਕ ਨੂੰ ਅਸੀਂ ਖੁਸ਼ੀ ਵੀ ਮਹਿਸੂਸ ਕਰਦੇ ਹਾਂ। ਇਹਨਾਂ ਦੋਨਾਂ ਭਾਵਾਂ ਦੇ ਜਿਹੜੇ ਰਲਵੇਂ ਜਿਹੇ ਭਾਵਾਂ ਨੂੰ ਅਸੀਂ ਅੱਜ ਇਸ ਜਿਹੜਾ ਕਿਤਾਬ ਦਰਸ਼ਨ ਰਾਹੀਂ ਅਸੀਂ ਪੇਸ਼ ਕੀਤਾ। ਇਸ ਉਪਰੰਤ ਮੇਰੀ ਗੁਜ਼ਾਰਿਸ਼ ਹੋਏਗੀ ਪ੍ਰੋਫੈਸਰ ਅਵਤਾਰ ਸਿੰਘ ਜੀ ਨੂੰ ਕਿ ਉਹ ਗੁਰਪ੍ਰੀਤ ਗੀਤ ਬਾਰੇ ਕੁਝ ਆਪਣੇ ਵਿਚਾਰ ਸਾਂਝੇ ਕਰਨਗੇ। ਪ੍ਰੋਫੈਸਰ ਅਵਤਾਰ ਸਿੰਘ ਜੀ ਬਾਰੇ ਮੈਂ ਕੁਝ ਸ਼ਬਦ ਕਹਿਣਾ ਚਾਹੁੰਦੀ ਹਾਂ ਕਿ ਜਿਵੇਂ ਸਤਵੀਰ ਨੂਰ ਹੋਰਾਂ ਨੇ ਵੀ ਕਿਹਾ ਕਿ ਜਿਹੜਾ ਪੰਜਾਬ ਦਰਸ਼ਨ ਪੇਜ ਜਿਹੜਾ ਬਣਿਆ ਹੋਇਆ, ਉਹ ਬੇਸ਼ੱਕ ਅਸੀਂ ਸਾਰੇ ਉਸ ਟੀਮ ਦੇ ਮੈਂਬਰ ਹਾਂ, ਪਰ ਉਸ ਪੇਜ ਦੇ ਲਈ ਜਿਹੜਾ ਸਾਰਾ ਜਿਹੜਾ ਕੇਂਦਰੀ ਚੂੜ ਜੇ ਅਸੀਂ ਕਹੀਏ ਤਾਂ ਉਹ ਪ੍ਰੋਫੈਸਰ ਅਵਤਾਰ ਸਿੰਘ ਨੇ। ਉਹ ਨਹੀਂ ਮੰਨਦੇ, ਪਰ ਅਸੀਂ ਇਹ ਜ਼ਰੂਰ ਕਹਿੰਦੇ ਹਾਂ ਕਿ ਅਸੀਂ ਉਹਨਾਂ ਦੀ ਰਹਿਨੁਮਾਈ 'ਚ ਰਹਿਣਾ ਚਾਹੁੰਦੇ ਹਾਂ, ਪਰ ਉਹ ਸਾਨੂੰ ਏਦਾਂ ਨਹੀਂ ਕਰਦੇ। ਉਹ ਹਮੇਸ਼ਾ ਕਹਿੰਦੇ ਨੇ ਕਿ ਫੈਸਲੇ ਸਭ ਦੇ, ਹਰ ਇੱਕ ਦਾ ਆਪਣਾ ਆਪਣਾ ਹੁੰਦਾ। ਮੈਂ ਇਸ ਗੱਲ ਲਈ ਬਹੁਤ ਜ਼ਿਆਦਾ ਖੁਸ਼ ਹਾਂ, ਔਰ ਮੈਂ ਬਹੁਤ ਆਪਣੇ ਆਪ ਨੂੰ ਕਿਸਮਤ ਵਾਲਾ ਸਮਝਦੀ ਹਾਂ ਕਿ ਮੈਂ ਉਹਨਾਂ ਦੇ ਨਾਲ ਇੱਕ ਹੀ ਕਾਲਜ ਵਿੱਚ ਪੜ੍ਹਾ ਰਹੀ ਹਾਂ। ਪ੍ਰੋਫੈਸਰ ਅਵਤਾਰ ਸਿੰਘ ਤੋਂ ਜੋ ਅੱਜ ਤੱਕ ਮੈਂ ਸਿੱਖਿਆ, ਮੈਨੂੰ ਲੱਗਦਾ ਕਿ ਸ਼ਾਇਦ ਮੈਂ ਇਹਨਾਂ ਕੁਝ ਸਾਲਾਂ ਵਿੱਚ ਜਿੰਨਾ ਕੁਝ ਮੈਂ ਸਿੱਖਿਆ, ਸ਼ਾਇਦ ਮੈਂ ਪੂਰੀ ਜ਼ਿੰਦਗੀ 'ਚ ਉਹ ਚੀਜ਼ਾਂ ਕਦੇ ਨਹੀਂ ਸਿੱਖੀਆਂ ਸੀ, ਤੇ ਸ਼ਾਇਦ ਮੈਂ ਨਾ ਸਿੱਖਦੀ ਜੇ ਮੈਂ ਉਹਨਾਂ ਨੂੰ ਨਾ ਮਿਲਦੀ। ਤਾਂ ਮੈਂ ਬਹੁਤ ਬਹੁਤ ਸ਼ੁਕਰਗੁਜ਼ਾਰ ਹਾਂ ਪ੍ਰੋਫੈਸਰ ਅਵਤਾਰ ਸਿੰਘ ਦੀ ਕਿ ਉਹ ਸਾਨੂੰ ਲਗਾਤਾਰ ਗਾਏ ਬਗਾਏ ਸਾਨੂੰ ਜਿਹੜਾ ਗਾਈਡ ਕਰਦੇ ਰਹਿੰਦੇ ਨੇ। ਤੇ ਅੱਜ ਵੀ ਜਿਹੜਾ ਇਸ ਪ੍ਰੋਗਰਾਮ ਦਾ ਜਿਹੜਾ ਆਯੋਜਨ ਹੈ, ਉਹਦੇ ਵਿੱਚ ਜਿੰਨਾ ਵੀ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕੇਂਦਰੀ ਚੂੜ ਦੀ ਫਿਰ ਭੂਮਿਕਾ ਜਿਹੜੀ ਹੈ ਉਹ ਪ੍ਰੋਫੈਸਰ ਅਵਤਾਰ ਸਿੰਘ ਨੇ ਨਿਭਾਈ ਹੈ। ਤਾਂ ਮੇਰੀ ਜਿਹੜਾ ਹੁਣ ਮੇਰਾ ਸੱਦਾ ਹੈ ਉਹ ਪ੍ਰੋਫੈਸਰ ਅਵਤਾਰ ਸਿੰਘ ਜੀ, ਰਾਮਗੜੀਆ ਕਾਲਜ ਫਗਵਾੜਾ। ਹਾਂਜੀ ਸਰ। ਹਾਂਜੀ, ਕਿਤਾਬ ਦਰਸ਼ਨ ਦੇ ਵਿੱਚ ਇਸ ਸਮਾਗਮ ਵਿੱਚ ਅੱਜ ਜਿਹੜੇ ਸੱਜਣ ਸ਼ਾਮਲ ਹੋਏ, ਜਿਨ੍ਹਾਂ ਨੇ ਗੁਰਪ੍ਰੀਤ ਗੀਤ ਜੀ ਨੂੰ ਆਪਣੀ ਸ਼ਰਧਾਂਜਲੀ ਅਰਪਣ ਕੀਤੀ, ਉਹਦੇ ਬਾਰੇ ਆਪਣੇ ਅਹਿਸਾਸ ਸਾਂਝੇ ਕੀਤੇ, ਉਹਨਾਂ ਦੀ ਕਵਿਤਾ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ। ਉਹਨਾਂ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੀ ਆਵਾਜ਼ ਮੁਹੰਮਦ ਇਰਸ਼ਾਦ, ਜਿਹੜੀ ਆਵਾਜ਼ ਸੱਚਮੁੱਚ ਪੰਜਾਬ ਨੂੰ ਪੇਸ਼ ਕਰਦੀ ਹੈ ਔਰ ਪੰਜਾਬ ਨੂੰ ਗਾਉਂਦੀ ਹੈ, ਉਹਨਾਂ ਨੇ ਅੱਜ
ਸ਼ਾਹ ਮੁਹੰਮਦ ਦੇ ਬੋਲਾਂ ਰਾਹੀਂ ਬੀਬਾ ਗੁਰਪ੍ਰੀਤ ਗੀਤ ਨੂੰ ਸ਼ਰਧਾਂਜਲੀ ਪੇਸ਼ ਕੀਤੀ ਹੈ। ਸਾਰੇ ਜਾਣਦੇ ਆ ਜਦੋਂ ਸਿੱਖ ਰਾਜ ਖਤਮ ਹੋ ਗਿਆ ਸੀਗਾ, ਉਸ ਵੇਲੇ ਇੱਕ ਬਹੁਤ ਵੱਡੇ ਕਵੀ ਨੇ, ਸ਼ਾਹ ਮੁਹੰਮਦ ਨੇ, ਉਸ ਰਾਜ ਦੇ ਖੁੱਸ ਜਾਣ ਤੇ ਇੱਕ ਕੀਰਨਾ ਪਾਇਆ ਸੀਗਾ, ਇੱਕ ਵਿਰਲਾਪ ਕੀਤਾ ਸੀਗਾ, ਔਰ ਉਹਦਾ ਹੇਰਵਾ ਜਿਹੜਾ ਸਾਡੇ ਸਾਹਮਣੇ ਰੱਖਿਆ ਸੀਗਾ, ਜਿਹਨੂੰ ਅਸੀਂ ਜੰਗਨਾਮਾ ਸ਼ਾਹ ਮੁਹੰਮਦ ਕਹਿੰਦੇ ਆ। ਔਰ ਉਸ ਜੰਗਨਾਮੇ ਦਾ ਪਹਿਲਾ ਬੰਦ ਜਾਂ ਪਹਿਲਾ ਜਾਂ ਦੂਸਰਾ ਬੰਦ, ਜਿਹਦੇ ਵਿੱਚ ਜ਼ਿੰਦਗੀ ਬਾਰੇ, ਮੌਤ ਬਾਰੇ, ਛਿਨ ਭੰਗਰਤਾ ਬਾਰੇ ਵੀ ਕੋਈ ਵੀ ਚੀਜ਼ ਸਦਾ ਨਹੀਂ ਰਹਿਣੀ, ਉਹ ਚੀਜ਼ ਗਾ ਕੇ ਇਰਸ਼ਾਦ ਜੀ ਨੇ ਅੱਜ ਇਸ ਕਿਤਾਬ ਦਰਸ਼ਨ ਦੇ ਸਮਾਗਮ ਵਿੱਚ ਆਪਣੀ ਹਾਜ਼ਰੀ ਲਵਾਈ ਤੇ ਬੀਬਾ ਗੁਰਪ੍ਰੀਤ ਗੀਤ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕੀਤੀ। ਮੈਂ ਉਹਨਾਂ ਦਾ, ਇਰਸ਼ਾਦ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਉਹਨਾਂ ਨੂੰ ਯਾਦ ਕੀਤਾ ਔਰ ਉਹਨਾਂ ਨੇ ਸਾਨੂੰ ਸਮਾਂ ਦਿੱਤਾ। ਉਹ ਤੋਂ ਬਾਅਦ ਪੰਜਾਬ ਦੇ ਵੱਡੇ ਗਵਈਏ, ਸ਼੍ਰੋਮਣੀ ਗਵਈਏ, ਪਦਮ ਸ਼੍ਰੀ ਤੇ ਪੰਜਾਬ ਦੇ ਰਾਜ ਗਾਇਕ ਹੰਸਰਾਜ ਹੰਸ ਜੀ, ਉਹਨਾਂ ਨੇ ਆਪਣੇ ਬਹੁਤ ਕੀਮਤੀ ਰੁਝਾਨ ਵਿੱਚੋਂ ਸਮਾਂ ਕੱਢਿਆ। ਜਿਸ ਦਿਨ ਉਹਨਾਂ ਨੂੰ ਮੈਂ ਕਿਹਾ ਸੀਗਾ ਤੇ ਉਹਨਾਂ ਨੇ ਉਸ ਦਿਨ ਕਿਹਾ ਸੀਗਾ ਕਿ ਉਹਨਾਂ ਦੀ ਡਿਊਟੀ ਸਰਕਾਰ ਵੱਲੋਂ ਕਸ਼ਮੀਰ ਦੇ ਵਿੱਚ ਕਿਸੇ ਸਮਾਗਮ ਵਿੱਚ ਲੱਗੀ ਹੋਈ ਆ, ਤੇ ਮੈਂ ਉਹਨਾਂ ਨੂੰ ਕਿਹਾ ਜੀ ਕਸ਼ਮੀਰ ਵਿੱਚ ਤਾਂ ਨੈੱਟ ਨਹੀਂ ਚੱਲਣਾ, ਤੇ ਉਹ ਕਹਿੰਦੇ ਸੀਗੇ ਮੈਂ ਆਪਣੀ ਡੋਂਗਲ ਨਾਲ ਲੈ ਜਾਊਂਗਾ, ਜੇ ਚੱਲ ਸਕਿਆ ਤੇ ਮੈਂ ਆਪਾਂ ਚਲਾ ਲਵਾਂਗੇ। ਪਰ ਬਾਈ ਚਾਂਸ ਇਹ ਹੋਇਆ ਕਿ ਉਹਨਾਂ ਦਾ ਪ੍ਰੋਗਰਾਮ ਕੈਂਸਲ ਹੋ ਗਿਆ, ਕਿਸੇ ਕਾਰਨ ਕਰਕੇ ਉਹ ਨਹੀਂ ਗਏ ਤੇ ਔਰ ਉਹ ਫਿਰ ਇਸੇ ਕਰਕੇ ਉਹ ਅੱਜ ਸਾਡੇ ਨਾਲ ਜੁੜ ਸਕੇ। ਤੇ ਉਹਨਾਂ ਨੇ ਫਿਰ ਵੀ ਕਿਤੇ ਹੋਰ ਸਮਾਗਮ ਤੇ ਜਾਣਾ ਸੀਗਾ, ਤੇ ਉਹਨਾਂ ਨੇ ਬਹੁਤ ਹੀ ਭਾਵਪੂਰਤ ਸ਼ਬਦ ਜਿਹੜੇ ਆ ਆਪਣੇ ਅਹਿਸਾਸ ਸਾਡੇ ਨਾਲ ਸਾਂਝੇ ਕੀਤੇ। ਔਰ ਗੁਰਪ੍ਰੀਤ ਗੀਤ ਬਾਰੇ ਗੱਲ ਕਰਦਿਆਂ ਜਿਸ ਤਰ੍ਹਾਂ ਉਹਨਾਂ ਦਾ ਗੱਚ ਭਰ ਆਇਆ ਸੀਗਾ, ਉਹਨਾਂ ਤੋਂ ਬੋਲਿਆ ਨਹੀਂ ਸੀ ਜਾ ਰਿਹਾ, ਇਸ ਗੱਲ ਤੋਂ ਅੰਦਾਜ਼ਾ ਹੋ ਰਿਹਾ ਸੀਗਾ ਕਿ ਉਹਨਾਂ ਨੂੰ ਪੰਜਾਬ ਦਾ ਕਿੰਨਾ ਫਿਕਰ ਹੈ, ਪੰਜਾਬ ਦੀ ਕਵਿਤਾ ਨਾਲ, ਪੰਜਾਬ ਦੇ ਗੀਤ ਨਾਲ, ਖਾਸ ਤੌਰ ਦੇ ਉੱਤੇ ਪੰਜਾਬ ਦੀਆਂ ਬੱਚੀਆਂ ਨਾਲ ਉਹਨਾਂ ਨੂੰ ਕਿੰਨਾ ਉਹਨਾਂ ਦੇ ਮਨ ਵਿੱਚ ਅਹਿਸਾਸ ਹੈ। ਉਹਨਾਂ ਨੇ ਉਸ ਦੁੱਖ ਨੂੰ ਸਾਂਝਾ ਕੀਤਾ ਸਾਡੇ ਨਾਲ, ਤੇ ਉਹਨਾਂ ਦਾ ਵੀ ਮੈਂ ਬਹੁਤ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਸਮਾਂ ਦਿੱਤਾ। ਉਹਨਾਂ ਤੋਂ ਬਾਅਦ ਆਪਣੇ ਜਾਪਾਨ ਵਿੱਚ ਰਹਿਣ ਵਾਲੇ ਪੰਜਾਬ ਦੀ ਰੂਹ, ਪੰਜਾਬ ਦਾ ਦਿਲ, ਪਰਮਿੰਦਰ ਸੋਢੀ ਜੀ, ਜਿਹੜੇ ਮੇਰੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵਿੱਚ ਸੀਨੀਅਰ ਵੀ ਆ, ਤੇ ਮੈਂ ਉਹਨਾਂ ਨੂੰ ਵੱਡੇ ਭਾਈ ਦੀ ਤਰ੍ਹਾਂ ਉਹਨਾਂ ਦਾ ਸਤਿਕਾਰ ਕਰਦਾ। ਔਰ ਜਦੋਂ ਵੀ ਉਹ ਪੰਜਾਬ ਆਉਂਦੇ ਆ, ਭਾਰਤ ਵਿੱਚ ਆਉਂਦੇ ਆ, ਤਾਂ ਇੱਕ ਰਾਤ ਅਸੀਂ ਜ਼ਰੂਰ ਇਕੱਠੇ ਰਹਿੰਦੇ ਹਾਂ। ਉਹ ਮੇਰੇ ਕੋਲ ਆਉਂਦੇ ਫਗਵਾੜੇ, ਅਸੀਂ ਇੱਥੇ ਰਹਿੰਦੇ ਹਾਂ। ਬੇਸ਼ੱਕ ਉਹ ਹਰ ਵਾਰ ਮੈਨੂੰ ਚੰਡੀਗੜ੍ਹ ਆਪਣੇ ਕੋਲ ਆਉਣ ਲਈ ਕਹਿੰਦੇ ਹੁੰਦੇ, ਮੈਂ ਹਾਲੇ ਤੱਕ ਜਾ ਨਹੀਂ ਸਕਿਆ, ਉਹਨਾਂ ਦਾ ਗਿਲਾ ਵੀ ਮੇਰੇ ਤੇ ਰਹਿੰਦਾ ਆ। ਤੇ ਬੇਸ਼ੱਕ ਉਹ ਜਾਪਾਨ 'ਚ ਰਹਿੰਦੇ ਆ, ਲੇਕਿਨ ਉਹ ਹਮੇਸ਼ਾ ਹੀ ਤਿਆਰ ਰਹਿੰਦੇ ਸਾਡੇ ਕਿਸੇ ਵੀ ਕੰਮ ਆਉਣ ਲਈ ਔਰ ਕੋਈ ਵੀ ਗੱਲ ਕਰਨ ਲਈ। ਤੇ ਅੱਜ ਉਹਨਾਂ ਨੇ ਵੀ ਸਮਾਂ ਕੱਢਿਆ, ਔਰ ਉਹਨਾਂ ਦਾ ਸਮਾਂ ਕੱਢਣਾ ਮੈਂ ਬੜਾ ਹੈਰਾਨ ਹਾਂ ਕਿ ਗੁਰਪ੍ਰੀਤ ਗੀਤ, ਜਿਹਨੂੰ ਅਸੀਂ ਆਦਮਪੁਰ ਤੋਂ ਫਗਵਾੜਾ ਬਹੁਤ ਨੇੜੇ ਆ, ਜ਼ਿਆਦਾ ਦੂਰ ਨਹੀਂ ਹੈ, ਮੈਨੂੰ ਗੁਰਪ੍ਰੀਤ ਬਾਰੇ ਨਹੀਂ ਸੀ ਪਤਾ, ਲੇਕਿਨ ਜਾਪਾਨ ਵਿੱਚ ਰਹਿਣ ਵਾਲੇ ਪਰਮਿੰਦਰ ਸੋਢੀ ਜੀ ਨੂੰ ਗੁਰਪ੍ਰੀਤ ਗੀਤ ਦੀ ਕਵਿਤਾ ਬਾਰੇ ਵੀ ਪਤਾ ਸੀਗਾ। ਉਹਨਾਂ ਨੂੰ ਉਹਦੇ ਨਾਲ ਉਹਨਾਂ ਦਾ ਮੇਲ ਜੋਲ ਵੀ ਸੀ, ਕਾਫੀ ਸਮੇਂ ਤੋਂ ਇੱਕ ਦੂਜੇ ਨਾਲ ਸੰਪਰਕ ਵਿੱਚ ਵੀ ਸੀਗੇ, ਔਰ ਗੁਰਪ੍ਰੀਤ ਦੀ ਇੰਸਪੀਰੇਸ਼ਨ ਵੀ ਸੀ ਉਹ, ਔਰ ਉਹਨਾਂ ਦੇ ਇੰਸਪਾਇਰ ਹੋ ਕੇ ਉਹਨਾਂ ਨੇ ਕਵਿਤਾ ਲਿਖੀ ਤੇ ਉਹਨਾਂ ਨੇ ਕਿਤਾਬ ਛਪਾਈ। ਔਰ ਉਸ ਕਿਤਾਬ ਦੇ ਉੱਤੇ ਕੁਝ ਸ਼ਬਦ ਜਿਹੜੇ ਆ ਪਰਮਿੰਦਰ ਸੋਢੀ ਜੀ ਉਹਨਾਂ ਨੇ ਲਿਖੇ। ਤੇ ਪਰਮਿੰਦਰ ਸੋਢੀ ਜੀ ਉਹਨਾਂ ਦਾ ਤਾਂ ਸਾਰਾ ਪੰਜਾਬ ਹੀ ਰਿਣੀ ਹੈ, ਤੇ ਅਸੀਂ ਖਾਸ ਤੌਰ ਤੇ ਉਹਨਾਂ ਦੇ ਇੱਕ ਵੱਡੇ ਭਰਾ ਦੇ ਰਿਣੀ ਆ ਕਿ ਉਹਨਾਂ ਨੇ ਸਾਨੂੰ ਸਮਾਂ ਦਿੱਤਾ ਤੇ ਆਪਣੇ ਕੁਝ ਅਹਿਸਾਸ, ਕੁਝ ਬੋਲ, ਆਪਣੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਉਹਨਾਂ ਤੋਂ ਬਾਅਦ ਪੰਜਾਬ ਦੇ ਸਭ ਤੋਂ ਵੱਡੇ ਕਵੀ, ਸ਼੍ਰੋਮਣੀ ਕਵੀ, ਅਸਲੀ ਕਵੀ, ਔਰ ਮੈਂ ਸਮਝਦਾ ਕਿ ਕਵਿਤਾ ਜਿਹੜੀ ਆ ਇੱਕ ਸਮੇਂ ਦੇ ਵਿੱਚ, ਜਿਵੇਂ ਮੈਂ ਕਹਿ ਸਕਦਾ ਕਿ ਅੱਜ ਤੱਕ ਮੈਂ ਕੋਈ ਮੁਸਲਮਾਨ ਨਹੀਂ ਦੇਖਿਆ ਜਿਹਨੂੰ ਕੋਈ ਗਾਲਿਬ ਦਾ ਸ਼ੇਰ ਯਾਦ ਨਾ ਹੋਵੇ, ਤੇ ਮੈਂ ਕੋਈ ਪੰਜਾਬੀ ਨਹੀਂ ਦੇਖਿਆ ਜਿਹਨੂੰ ਪਾਤਰ ਸਾਹਿਬ ਦੀ ਕੋਈ ਕਵਿਤਾ ਦਾ ਸ਼ੇਰ ਯਾਦ ਨਾ ਹੋਵੇ। ਤੇ ਸ਼ਾਇਦ ਸਾਡੇ ਸਮਿਆਂ ਦੇ ਵਿੱਚ ਇੱਕੋ ਇੱਕ ਪਾਤਰ ਹੈ ਜਿਹਦੀ ਕਵਿਤਾ ਪੰਜਾਬ ਦੀ ਧੜਕਣ ਬਣ ਗਈ ਹੈ,
ਪੰਜਾਬ ਦੇ ਬੱਚੇ ਦੀ ਜ਼ੁਬਾਨ ਦੇ ਉੱਤੇ ਉਹਨਾਂ ਦੀ ਕਵਿਤਾ ਦੇ ਬੋਲ ਰਹਿੰਦੇ ਆ। ਤੇ ਮੈਂ ਇਹ ਵੀ ਦੇਖਿਆ ਕਿ ਜਦੋਂ ਕੋਈ ਅਖਬਾਰ ਦੇ ਵਿੱਚ ਲੇਖ ਲਿਖਦਾ ਔਰ ਲੇਖ ਦੇ ਉੱਤੇ ਚਾਹੇ ਉਹ ਤੰਜ ਹੋਵੇ, ਚਾਹੇ ਉਹਦਾ ਕੋਈ ਆਪਣਾ ਵਿਚਾਰ ਹੋਵੇ, ਉਹ ਸੁਰਜੀਤ ਪਾਤਰ ਉਹਨਾਂ ਦੀ ਕਿਸੇ ਸ਼ਾਇਰੀ ਦੇ ਕਿਸੇ ਹਿੱਸੇ ਨਾਲ ਉਹ ਉਹਨੂੰ ਆਪਣਾ ਸਿਰਲੇਖ ਵਜੋਂ ਵਰਤਦੇ ਆ। ਪੰਜਾਬ ਆਪਣੀ ਵਿਧਾਨ ਸਭਾ ਦੇ ਵਿੱਚ, ਹਿੰਦੁਸਤਾਨ ਦੀ ਪਾਰਲੀਮੈਂਟ ਦੇ ਵਿੱਚ ਵੀ ਬਹੁਤ ਸਾਰੇ ਮੰਤਰੀ, ਬਹੁਤ ਸਾਰੇ ਵੱਡੇ ਨੇਤਾ, ਉਹ ਜਦੋਂ ਉਹਨਾਂ ਨੇ ਕੋਈ ਆਪਣੀ ਗੱਲ ਕਹਿਣੀ ਹੁੰਦੀ ਆ, ਉਹ ਸੁਰਜੀਤ ਪਾਤਰ ਜੀ ਦੀ ਸ਼ਾਇਰੀ ਦਾ ਜਿਹੜਾ ਉਹ ਸਹਾਰਾ ਲੈਂਦੇ ਆ, ਉਹਦੇ ਰਾਹੀਂ ਆਪਣੀ ਗੱਲ ਕਹਿੰਦੇ ਆ। ਤੇ ਮੇਰਾ ਖਿਆਲ ਹੈ ਵੀ ਅਸੀਂ ਪੰਜਾਬ ਬਾਰੇ ਅਕਸਰ ਬਹੁਤ ਫਿਕਰ ਕਰਦੇ ਹਾਂ ਤੇ ਸਾਨੂੰ ਫਿਕਰ ਰਹਿੰਦਾ ਵੀ ਆ, ਲੇਕਿਨ ਜਦੋਂ ਅਸੀਂ ਸੁਰਜੀਤ ਪਾਤਰ ਜੀ ਵੱਲ ਦੇਖਦੇ ਹਾਂ ਤੇ ਸਾਡੇ ਉਹ ਫਿਕਰ ਦੂਰ ਹੋ ਜਾਂਦੇ ਆ ਕਿ ਜੇ ਸਾਡੇ ਕੋਲ ਅੱਜ ਦੇ ਯੁੱਗ ਵਿੱਚ ਵੀ ਇੰਨੀ ਵਧੀਆ ਕਵਿਤਾ ਹੈ ਔਰ ਇੰਨਾ ਵਧੀਆ ਕਵੀ ਹੈ, ਔਰ ਜਦੋਂ ਉਹਨਾਂ ਦੀ ਕਵਿਤਾ ਤੇ ਉਹਨਾਂ ਨੂੰ ਅਸੀਂ ਦੇਖਦੇ ਹਾਂ ਤਾਂ ਸਾਨੂੰ ਕਵਿਤਾ ਤੇ ਕਵੀ ਦੇ ਵਿੱਚ ਫਰਕ ਕਰਨਾ ਮੁਸ਼ਕਲ ਹੋ ਜਾਂਦਾ ਵੀ ਇਹਦੇ ਵਿੱਚੋਂ ਅਸੀਂ ਕਵਿਤਾ ਕਿਹਨੂੰ ਕਹੀਏ ਤੇ ਕਵੀ ਕਿਹਨੂੰ ਕਹੀਏ। ਔਰ ਉਹਨਾਂ ਦੀ ਇੱਕ ਕਵਿਤਾ ਵਰਗੀ ਸ਼ਖਸੀਅਤ, ਕਵਿਤਾ ਵਰਗੇ ਬੋਲ, ਕਵਿਤਾ ਵਰਗੀ ਗੱਲਾਂ, ਉਹਨਾਂ ਦੀ ਕਵਿਤਾ ਵਰਗੀ ਦਿੱਖ, ਮੈਨੂੰ ਉਹਨਾਂ ਦੇ ਨਾਲ ਬਹੁਤ ਵਾਰ ਰਹਿਣ ਦਾ ਮੌਕਾ ਮਿਲਿਆ, ਉਹਨਾਂ ਨਾਲ ਸਫ਼ਰ ਕਰਨ ਦਾ ਵੀ ਮੌਕਾ ਮਿਲਿਆ ਤੇ ਮੈਂ ਹੈਰਾਨ ਹੀ ਰਹਿ ਜਾਂਦਾ ਤੇ ਮੈਂ ਬੜੇ ਆਪਣੇ ਧੰਨ ਭਾਗ ਸਮਝਦਾ ਹੁੰਦਾ ਕਿ ਮੈਨੂੰ ਉਹਨਾਂ ਦੇ ਨਾਲ ਬਹਿਣ ਦਾ, ਉਹਨਾਂ ਨਾਲ ਗੱਲ ਕਰਨ ਦਾ, ਉਹਨਾਂ ਨਾਲ ਕਿਤੇ ਜਾਣ ਦਾ, ਉਹਨਾਂ ਨਾਲ ਕਿਤੇ ਰਹਿਣ ਦਾ ਮੌਕਾ ਮਿਲਿਆ। ਤੇ ਉਹਨਾਂ ਨੇ ਅੱਜ ਗੁਰਪ੍ਰੀਤ ਗੀਤ ਦੀ ਕਵਿਤਾ ਬਾਰੇ, ਉਹਦੇ ਤੁਰ ਜਾਣ ਬਾਰੇ, ਉਹ ਸਾਡੇ ਵਿਯੋਗ ਬਾਰੇ ਉਹਨਾਂ ਨੇ ਆਪਣੇ ਸ਼ਬਦ, ਆਪਣੇ ਅਹਿਸਾਸ ਸਾਡੇ ਨਾਲ ਸਾਂਝੇ ਕੀਤੇ ਆ ਤੇ ਮੈਂ ਉਹਨਾਂ ਦਾ ਵੀ ਬਹੁਤ ਸ਼ੁਕਰਗੁਜ਼ਾਰ ਹਾਂ। ਉਹ ਤੋਂ ਬਾਅਦ ਸਤਵੀਰ ਨੂਰ, ਜਿਹੜਾ ਜਿੱਥੇ ਅਸੀਂ ਆ ਬੈਠ ਕੇ ਮੈਂ ਬੋਲ ਰਿਹਾ, ਸਾਡੇ ਨੇੜੇ ਇੱਥੋਂ 200 ਗਜ ਦੀ ਦੂਰੀ ਤੇ ਉਹਨਾਂ ਦਾ ਘਰ ਆ ਜਿੱਥੇ ਉਹ ਰਹਿੰਦੇ ਸੀਗੇ। ਬੇਸ਼ੱਕ ਅੱਜ ਉਹ ਬਾਹਰ ਚਲੇ ਗਏ ਆ। ਕਿਸੇ ਵੇਲੇ ਉਹ ਜਦੋਂ ਵਿਦਿਆਰਥੀ ਸੀਗੇ ਤੇ ਮੇਰੇ ਕੋਲ ਆਉਂਦੇ ਰਹਿੰਦੇ ਸੀਗੇ ਤੇ ਮੈਂ ਵੀ ਸਤਵੀਰ ਨੂਰ ਨੂੰ ਆਪਣਾ ਵਿਦਿਆਰਥੀ ਮੰਨਦਾ ਤੇ ਜਿਸ ਤਰ੍ਹਾਂ ਗੁਰਪ੍ਰੀਤ ਗੀਤ ਸਤਵੀਰ ਨੂਰ ਦੀ ਵਿਦਿਆਰਥੀ ਸੀ, ਸਤਵੀਰ ਨੂਰ ਨੂੰ ਮੈਂ ਆਪਣਾ ਵਿਦਿਆਰਥੀ ਸਮਝਦਾ। ਉਹ ਇੱਕ ਵਿਦਿਆਰਥੀ ਦੀ ਤਰ੍ਹਾਂ ਮੇਰੇ ਕੋਲ ਆਉਂਦੇ ਰਹੇ ਆ ਤੇ ਅਸੀਂ ਬਹੁਤ ਸਾਰੀਆਂ ਗੱਲਾਂ ਕਰਦੇ ਰਹੇ ਹਾਂ। ਮੈਨੂੰ ਯਾਦ ਹੈ ਕਿ ਜਿਸ ਦਿਨ ਬਸੰਤ ਦੀ ਰੁੱਤ ਹੁੰਦੀ ਸੀ, ਅਸੀਂ ਆਪਣੇ ਘਰ ਦੇ ਬਾਹਰ ਪਾਰਕ ਦੇ ਸਾਹਮਣੇ ਬੈਠ ਕੇ ਆਪਣਾ ਸਤਵੀਰ ਨੂਰ ਹਾਰਮੋਨੀਅਮ ਬਹੁਤ ਸੋਹਣਾ ਵਜਾ ਲੈਂਦਾ ਤੇ ਉਹ ਗਾ ਵੀ ਬਹੁਤ ਵਧੀਆ ਲੈਂਦਾ ਤੇ ਅਸੀਂ ਘਰ ਦੇ ਸਾਹਮਣੇ ਪਾਰਕ ਦੇ ਵਿੱਚ ਦਰੀ ਵਿਛਾ ਕੇ ਉਹਦੇ ਉੱਤੇ ਬੈਠ ਕੇ ਬਸੰਤ ਰਾਗ ਸੁਣਿਆ ਹੋਇਆ ਸਤਵੀਰ ਨੂਰ ਤੋਂ, ਔਰ ਪੰਜਾਬੀ ਦੇ ਗੀਤ ਸੁਣੇ ਹੋਏ ਆ ਉਹਦੇ ਤੋਂ। ਤੇ ਉਹ ਜਦੋਂ ਵੀ ਆਉਂਦਾ ਇੱਥੇ ਆਪਾਂ ਨੂੰ ਮਿਲਦਾ ਹੈ ਤੇ ਹੁਣ ਵੀ ਅਸਲ ਵਿੱਚ ਸਤਵੀਰ ਨੂਰ ਨੇ ਹੀ ਕਿਹਾ ਸੀਗਾ ਕਿ ਗੁਰਪ੍ਰੀਤ ਦੀ ਕਵਿਤਾ ਬਾਰੇ ਕੋਈ ਚਰਚਾ ਕਰਨੀ ਹੈ ਤੇ ਉਹਨਾਂ ਨੇ ਮੈਨੂੰ ਆਦਮਪੁਰ ਜਾਣ ਲਈ ਕਿਹਾ ਸੀਗਾ, ਕਿਉਂਕਿ ਸਾਰਿਆਂ ਨੂੰ ਪਤਾ ਹੈ ਕਿ ਅੱਜ ਕੱਲ੍ਹ ਕਰੋਨਾ ਵਾਇਰਸ ਦੇ ਕਾਰਨ ਸਰਕਾਰ ਨੇ ਪਾਬੰਦੀ ਲਾਈ ਹੋਈ ਹੈ ਕਿ 30 ਬੰਦਿਆਂ ਤੋਂ ਵੱਧ ਇਕੱਠੇ ਨਹੀਂ ਹੋ ਸਕਦੇ ਸੀਗੇ। ਤੇ ਮੈਂ ਸੋਚਦਾ ਸੀਗਾ ਵੀ ਆਦਮਪੁਰ ਉੱਥੇ ਜਾਵਾਂਗੇ ਤੇ ਉੱਥੇ 30 ਬੰਦਿਆਂ ਤੋਂ ਜ਼ਿਆਦਾ ਲੋਕ ਇਕੱਠੇ ਹੋ ਜਾਣਗੇ, ਪ੍ਰੋਬਲਮ ਹੋਏਗੀ ਤੇ ਫਿਰ ਵਿੱਚ ਕੁਝ ਪ੍ਰਬੰਧਕ ਇੱਧਰ ਉੱਧਰ ਕੁਝ ਹੋਣਗੇ ਵੀ ਉਹ ਤੇ ਗੱਲ ਨਹੀਂ ਬਣਨੀ ਹੈ ਤੇ ਥੋੜਾ ਜਿਹਾ ਸਾਰਿਆਂ ਨੂੰ ਡਰ ਜਿਹਾ ਵੀ ਰਹੂਗਾ ਵੀ ਅਸੀਂ ਇਕੱਠੇ ਹੋ ਗਏ ਤੇ ਕਿੱਦਾਂ ਕਰਾਂਗੇ। ਤੇ ਮੈਂ ਉਹਨਾਂ ਨੂੰ ਕਿਹਾ ਸੀ ਅਸੀਂ ਆਨਲਾਈਨ ਕਰ ਲਵਾਂਗੇ ਤੇ ਫਿਰ ਉਹਨਾਂ ਨੇ ਗੁਰਪ੍ਰੀਤ ਗੀਤ ਦੇ ਬ੍ਰਦਰ ਨੂੰ ਗੱਲ ਕਹੀ ਤੇ ਉਹ ਮੇਰੇ ਕੋਲ ਕਾਲਜ ਆਏ ਸੀਗੇ ਤਾਂ ਅਸੀਂ ਉੱਥੇ ਬੈਠ ਕੇ ਇਹ ਪ੍ਰੋਗਰਾਮ ਬਣਾਇਆ ਸੀਗਾ ਵੀ ਅਸੀਂ ਆਨਲਾਈਨ ਕਰ ਲਵਾਂਗੇ। ਵੀ ਆਨਲਾਈਨ ਕਿੱਦਾਂ ਕਰਾਂਗੇ ਤੇ ਹੌਲੀ ਸਾਡੀ ਇਹ ਸਲਾਹ ਬਣੀ ਕਿ ਜਿਵੇਂ ਅਸੀਂ ਇੱਕ ਪੰਜਾਬ ਦਰਸ਼ਨ ਪ੍ਰੋਗਰਾਮ ਚਲਾਇਆ ਹੋਇਆ, ਜਿਹਦੇ ਰਾਹੀਂ ਅਸੀਂ ਪੰਜਾਬ ਨੂੰ ਸਮਝਣ ਦੀ ਕੋਸ਼ਿਸ਼ ਕਰਦੇ ਹਾਂ, ਪੰਜਾਬ ਨੂੰ ਜਾਣਨ ਦੀ ਕੋਸ਼ਿਸ਼ ਕਰਦੇ ਹਾਂ, ਪੰਜਾਬ ਬਾਰੇ ਦੱਸਣ ਦੀ ਪੁੱਛਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਕਿ ਸਾਡਾ ਸਾਬਤ ਸਬੂਤਾ ਪੁਰਾਣਾ ਪੰਜਾਬ ਜਿਹੜਾ ਉਹ ਸਾਡੇ ਜ਼ਿਹਨ ਦੇ ਵਿੱਚ ਜ਼ਰੂਰ ਆ ਸਕੇ। ਤੇ ਇਸ ਤਰ੍ਹਾਂ ਉਹ ਪੰਜਾਬ ਦਰਸ਼ਨ ਦੇ ਨਾਲ ਅਸੀਂ ਇੱਕ ਕਿਤਾਬ ਦਰਸ਼ਨ ਜਿਹੜਾ ਉਹ ਸ਼ੁਰੂ ਕੀਤਾ ਕਿ ਅਸੀਂ ਕਿਸੇ ਕਿਤਾਬ ਦੇ ਬਾਰੇ ਚਰਚਾ ਕਰਨੀ ਹੋਵੇ, ਕੋਈ ਨਵੀਂ ਕਿਤਾਬ ਛਪਦੀ ਹੈ ਜਾਂ ਕੋਈ ਪੁਰਾਣੀ ਕਿਤਾਬ ਜਿਹਦੇ ਬਾਰੇ ਲੋਕਾਂ ਨੂੰ ਘੱਟ ਪਤਾ ਹੈ, ਉਸ ਕਿਤਾਬ ਦੀ ਚਰਚਾ ਅਸੀਂ ਇੱਥੇ ਕਿਸੇ ਨਾ ਕਿਸੇ ਵੇਲੇ ਜਾਂ ਕਿਸੇ ਤਰੀਕੇ ਨਾਲ ਕਰਦੇ ਰਿਹਾ ਕਰਾਂਗੇ। ਸਾਡਾ ਪ੍ਰੋਗਰਾਮ ਕਿਤਾਬ ਦਰਸ਼ਨ ਹੈ ਔਰ ਕਿਤਾਬ ਦਰਸ਼ਨ ਦਾ ਤੁਸੀਂ ਇਹਨੂੰ ਜੋ ਮਰਜ਼ੀ ਕਹਿ ਲਓ ਵੀ ਅੱਜ ਜਿਹੜਾ ਪਲੇਠਾ ਪ੍ਰੋਗਰਾਮ ਹੈ ਕਿਤਾਬ ਦਰਸ਼ਨ ਦਾ, ਇਹ ਇੱਕ ਗੁਰਪ੍ਰੀਤ ਗੀਤ ਦੇ ਤੁਰ ਜਾਣ ਨਾਲ ਸੰਬੰਧਿਤ ਹੈ। ਇਹ ਸਾਡਾ ਇੱਕ ਉਦਾਸ ਤੁਸੀਂ ਕਹਿ ਲਓ ਆਗਾਜ਼ ਹੈ ਇਹ ਤੇ ਔਰ ਜ਼ਿੰਦਗੀ ਗਮੀ ਤੇ ਖੁਸ਼ੀ ਇਹ ਜ਼ਿੰਦਗੀ ਦੇ ਵਿੱਚ ਇਕੱਠੀਆਂ ਹੀ ਚੱਲਦੀਆਂ ਹੈ। ਇਹਨਾਂ ਨੂੰ ਤੁਸੀਂ ਲਹਿਦਾ ਨਹੀਂ ਕਰ ਸਕਦੇ ਔਰ ਇਹਨਾਂ ਤੋਂ ਕਿਸੇ ਤੋਂ ਵੀ ਤੁਸੀਂ ਖਹਿੜਾ ਨਹੀਂ ਛੁਡਾ ਸਕਦੇ। ਨਾ ਤੁਸੀਂ ਖੁਸ਼ੀ ਤੋਂ ਮੁਕਤ ਹੋ ਸਕਦੇ ਆ, ਨਾ ਗਮੀ ਤੋਂ ਮੁਕਤ ਹੋ ਸਕਦੇ ਆ। ਖੁਸ਼ੀ ਦੇ ਬਾਅਦ ਗਮੀ, ਗਮੀ ਤੋਂ ਬਾਅਦ ਖੁਸ਼ੀ ਔਰ ਕਈ ਵਾਰੀ ਇਹ ਇਕੱਠੀਆਂ ਵੀ ਆ ਜਾਂਦੀਆਂ ਦੋਨੇ, ਤੁਹਾਨੂੰ ਪਤਾ ਹੀ ਨਹੀਂ ਲੱਗਦਾ ਵੀ ਅਸੀਂ ਖੁਸ਼ ਹੋਈਏ ਜਾਂ ਉਦਾਸ ਹੋਈਏ। ਇਸ ਤਰ੍ਹਾਂ ਇਹ ਜਿਹੜਾ ਅੱਜ ਦਾ ਇਹ ਪ੍ਰੋਗਰਾਮ ਹੈ
ਇਹ ਤੁਸੀਂ ਦੇਖੋ ਵੀ ਇੱਕ ਪਾਸੇ ਅਸੀਂ ਉਹਦੀ ਪਲੇਠੀ ਕਵਿਤਾ ਦਾ ਜ਼ਿਕਰ ਕਰ ਰਹੇ ਹਾਂ, ਪਲੇਠੀ ਕਿਤਾਬ ਦਾ ਜ਼ਿਕਰ ਕਰ ਰਹੇ ਹਾਂ, ਨਾਲ ਹੀ ਉਹਦੇ ਤੁਰ ਜਾਣ ਦੀ ਉਦਾਸੀ ਦੇ ਵਿੱਚ ਹਾਂ ਅਸੀਂ। ਤੇ ਇਹਨੂੰ ਹੁਣ ਅਸੀਂ ਇਹਨਾਂ ਮੂਮੈਂਟਸ ਨੂੰ, ਇਹਨਾਂ ਪਲਾਂ ਨੂੰ ਅਸੀਂ ਕੀ ਕਹੀਏ, ਸਾਡੇ ਕੋਲ ਇਸ ਤਰ੍ਹਾਂ ਦਾ ਸ਼ਬਦ ਹੀ ਨਹੀਂ ਹੈ ਵੀ ਅਸੀਂ ਇਹਨੂੰ ਕੋਈ ਨਾਮ ਦੇ ਸਕੀਏ। ਤੇ ਲੇਕਿਨ ਫਿਰ ਵੀ ਮੈਂ ਗੁਰਪ੍ਰੀਤ ਬਾਰੇ ਮੈਂ ਵੀ ਆਪਣੇ ਵੱਲੋਂ ਇੱਕ ਸ਼ਬਦ ਕਹਿਣਾ ਚਾਹੁੰਦਾ ਹਾਂ ਕਿ ਦੋਸਤੋ, ਇਸ ਪ੍ਰੋਗਰਾਮ ਵਿੱਚ ਸ਼ਾਮਲ, ਇਹਨੂੰ ਸੁਣਨ ਵਾਲੇ, ਇਹਨੂੰ ਦੇਖਣ ਵਾਲੇ ਸਾਰੇ ਸੱਜਣਾਂ ਨੂੰ, ਜਾਂ ਜਿਹੜੇ ਇਹ ਵੀ ਕਿਸੇ ਨਾ ਕਿਸ ਤਰ੍ਹਾਂ ਇਹਦੇ ਨਾਲ ਜੁੜੇ ਹੋਏ ਆ, ਉਹਨਾਂ ਸਾਰਿਆਂ ਨੂੰ ਮੈਂ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਵੇਂ ਖਲੀਲ ਜਿਬਰਾਨ ਨੇ ਆਪਣੀ ਕਿਤਾਬ ਵਿੱਚ ਲਿਖਿਆ, ਉਹ ਕਹਿੰਦਾ ਵੀ ਜਦੋਂ ਇੱਕ ਦਰਖਤ ਦਾ ਪੱਤਾ ਟੁੱਟਦਾ ਆ, ਉਹ ਪੱਤਾ ਆਪਣੀ ਮਰਜ਼ੀ ਨਾਲ ਨਹੀਂ ਟੁੱਟਦਾ, ਉਹ ਸਾਰਾ ਦਰਖਤ ਹੀ ਉਹਦੇ ਟੁੱਟ ਲੈਣ ਦੇਣ ਵਿੱਚ ਸ਼ਾਮਲ ਹੁੰਦਾ ਹੈ। ਇਸ ਤਰ੍ਹਾਂ ਸਾਡੇ ਵਿੱਚੋਂ ਜਦੋਂ ਕੋਈ ਇਹੋ ਜਿਹਾ ਗੁਰਪ੍ਰੀਤ ਗੀਤ ਵਰਗਾ ਕੋਈ ਫੁੱਲ ਜਿਹੜਾ ਇਸ ਪੰਜਾਬ ਦੇ ਰੁੱਖ ਦੇ ਨਾਲੋਂ ਝੜਦਾ ਆ, ਤੇ ਉਹਦੇ ਵਿੱਚ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਸ਼ਾਮਲ ਹਾਂ। ਜੇ ਉਹ ਤੁਰ ਗਈ ਹੈ, ਅਸੀਂ ਇਸ ਤਰ੍ਹਾਂ ਨਹੀਂ ਕਹਿ ਸਕਦੇ ਵੀ ਉਹਦੇ ਵਿੱਚ ਸਾਡਾ ਕੋਈ ਦੋਸ਼ ਨਹੀਂ ਹੈ, ਸਾਡੀ ਕੋਈ ਗਲਤੀ ਨਹੀਂ ਹੈ। ਬੇਸ਼ੱਕ ਅਸੀਂ ਇਹਨੂੰ ਵੱਡੇ ਅਰਥਾਂ ਦੇ ਵਿੱਚ ਇਹਨੂੰ ਭਾਣਾ ਕਹਿੰਦੇ ਹਾਂ, ਇਹ ਅਕਾਲ ਪੁਰਖ ਦਾ ਭਾਣਾ ਹੈ, ਇਹਦੇ ਵਿੱਚ ਦੋ ਰਾਵਾਂ ਨਹੀਂ ਹੈਗੀਆਂ। ਪਰ ਜਦੋਂ ਕੋਈ ਭਾਣਾ ਵਾਪਰਦਾ ਆ, ਜਾਂ ਜਦੋਂ ਕੋਈ ਰੱਬ ਦੀ ਰਜ਼ਾ ਜਿਹੜੀ ਵਾਪਰਦੀ ਆ, ਉਸ ਰਜ਼ਾ ਦੇ ਵਿੱਚ ਵੀ ਅਸੀਂ ਆਪਣੇ ਆਪ ਨੂੰ ਦੇਖਦੇ ਹਾਂ ਵੀ ਇਹਦੇ ਵਿੱਚ ਅਸੀਂ ਕਿੱਥੇ ਖੜੇ ਹਾਂ, ਇਹਦੇ ਵਿੱਚ ਮੈਂ ਕਿੱਥੇ ਖੜਾ ਹਾਂ, ਇਹਦੇ ਵਿੱਚ ਸਾਡੀ ਕੀ ਦੇਣ ਹੈ, ਇਹਦੇ ਵਿੱਚ ਜਾਂ ਸਾਡਾ ਕੀ ਦੋਸ਼ ਹੈ। ਜੇ ਚੰਗੀ ਗੱਲ ਵਿੱਚ ਸਾਡਾ ਕੀ ਦੇਣ ਹੈ, ਜੇ ਕੋਈ ਬੁਰੀ ਗੱਲ ਹੋਈ ਉਹਦੇ ਵਿੱਚ ਸਾਡਾ ਕੀ ਦੋਸ਼ ਹੈ। ਇਹ ਅਸੀਂ ਜਿਹਨੂੰ ਕਹਿੰਦੇ ਆਤਮ ਚੀਨਣ, ਜਾਂ ਜਿਹਨੂੰ ਕਹਿੰਦੇ ਅਸੀਂ ਆਪਾ ਚੀਨਣਾ, ਇਹ ਵੀ ਅਸੀਂ ਹਮੇਸ਼ਾ ਕਰਦੇ ਰਹਿੰਦੇ ਹਾਂ। ਤੇ ਅੱਜ ਗੁਰਪ੍ਰੀਤ ਦੇ ਤੁਰ ਜਾਣ ਵਿੱਚ, ਉਹਦੀ ਕਵਿਤਾ ਦੇ ਰੂਬਰੂ ਹੋਣ ਸਮੇਂ ਸਾਨੂੰ ਆਤਮ ਚੀਨਣ ਦੀ ਲੋੜ ਹੈ ਕਿ ਪੰਜਾਬ ਜਿਹੜਾ ਇਹ ਕਿਸ ਤਰ੍ਹਾਂ ਦਾ ਹੋ ਗਿਆ ਹੈ, ਪੰਜਾਬ ਦੇ ਵਿੱਚ ਜੀਵਨ ਕਿਸ ਤਰ੍ਹਾਂ ਦਾ ਹੋ ਗਿਆ ਹੈ, ਪੰਜਾਬ ਦਾ ਜਿਹੜਾ ਜੀਵਨ ਹੈ ਇਹਦੇ ਵਿੱਚ ਗੁਰਪ੍ਰੀਤ ਦੀਆਂ ਬੱਚੀਆਂ ਜਿਹੜੀਆਂ, ਉਹ ਕਿਸ ਤਰ੍ਹਾਂ ਦੇ ਖਿਆਲਾਂ ਨਾਲ, ਕਿਸ ਤਰ੍ਹਾਂ ਦੇ ਅਹਿਸਾਸਾਂ ਨਾਲ ਜੂਝਦੀਆਂ ਹੋਈਆਂ ਉਹ ਤੁਰ ਜਾਂਦੀਆਂ, ਔਰ ਕਿਸੇ ਨੂੰ ਪਤਾ ਵੀ ਨਹੀਂ ਹੁੰਦਾ ਹੈ। ਤੇ ਮੈਂ ਤਾਂ ਇਹ ਸਮਝਦਾ ਵੀ ਗੁਰਪ੍ਰੀਤ ਗੀਤ ਨੇ ਆਪਣੀ ਸਾਨੂੰ ਥੋੜ੍ਹੀ ਜਿਹੀ ਆਜੂ ਵਿੱਚ ਥੋੜ੍ਹੇ ਆਪਣੇ ਜਿਵੇਂ ਕਹਿੰਦੇ ਕਿ ਫੁੱਲ ਜਿੰਨੀ ਇੱਕ ਖਿਣ ਭੰਗਰੀ ਜ਼ਿੰਦਗੀ ਦੇ ਵਿੱਚ ਹੀ ਸਾਨੂੰ ਉਹ ਕਵਿਤਾ ਨਾਲ ਜੋੜ ਗਈ ਹੈ। ਸਾਨੂੰ ਇਸ ਤਰ੍ਹਾਂ ਲੱਗਦਾ ਕਿ ਜ਼ਿੰਦਗੀ ਦੇ ਵਿੱਚ ਵਪਾਰ ਹੀ ਸਾਰਾ ਕੁਝ ਨਹੀਂ ਹੁੰਦਾ, ਜ਼ਿੰਦਗੀ ਦੇ ਵਿੱਚ ਰੁਜ਼ਗਾਰ ਹੀ ਨਹੀਂ ਸਾਰਾ ਕੁਝ ਹੁੰਦਾ, ਜ਼ਿੰਦਗੀ ਦੇ ਵਿੱਚ ਕਵਿਤਾ ਜਿਹੜੀ ਆ ਇਹ ਵੀ ਬੰਦੇ ਨੂੰ ਬਹੁਤ ਜ਼ਰੂਰੀ ਹੁੰਦੀ ਆ। ਕਵਿਤਾ ਨੂੰ ਆਪਣਾ ਜ਼ਰੀਆ ਬਣਾਉਣਾ ਜ਼ਿੰਦਗੀ ਦਾ, ਕਵਿਤਾ ਨੂੰ ਆਪਣਾ ਪੈਸ਼ਨ ਬਣਾਉਣਾ, ਤੇ ਕਵਿਤਾ ਨੂੰ ਆਪਣੇ ਸਾਹਾਂ ਦੇ ਨੇੜੇ ਜੀਣ ਲੱਗ ਜਾਣਾ, ਇਹ ਜ਼ਿੰਦਗੀ ਜੀਣ ਦਾ ਇੱਕ ਬਹੁਤ ਵੱਡਾ ਤਰੀਕਾ ਹੁੰਦਾ। ਤੇ ਸਾਨੂੰ ਗੁਰਪ੍ਰੀਤ ਗੀਤ ਦਾ ਇਸ ਤਰ੍ਹਾਂ ਸਾਨੂੰ ਆਪਣੇ ਨਾਲ ਜੋੜਿਆ, ਸਾਨੂੰ ਕਵਿਤਾ ਨਾਲ ਜੋੜਿਆ, ਕਵਿਤਾ ਨਾਲ ਜੋੜਨ ਦਾ ਉਹਨਾਂ ਨੇ ਸਾਨੂੰ ਅਵਸਰ ਦਿੱਤਾ। ਤੇ ਗੁਰਪ੍ਰੀਤ ਗੀਤ ਨੂੰ ਅਸੀਂ ਹਮੇਸ਼ਾ ਹੀ ਆਪਣੀਆਂ ਯਾਦਾਂ ਵਿੱਚ ਉਹਨੂੰ ਅਸੀਂ ਯਾਦ ਰੱਖਾਂਗੇ, ਔਰ ਉਹਦੀ ਹਮੇਸ਼ਾ ਗੱਲ ਕਰਦੇ ਰਵਾਂਗੇ। ਇਹ ਦੇਖਣਾ ਕਿ ਉਹਦੀ ਕਵਿਤਾ ਦੀ ਕਿਤਾਬ ਜਿਹੜੀ ਆ, ਕਿ ਅੱਜ ਉਹਦਾ ਆਗਾਜ਼ ਹੋਇਆ, ਅੱਜ ਉਹਦੀ ਸ਼ੁਰੂਆਤ ਹੋਈ ਆ, ਇਹਦੀ ਕਿਤਾਬ ਦੀ ਚਰਚਾ ਹੁੰਦੀ ਰਹੇਗੀ ਜਦੋਂ ਤੱਕ ਵੀ ਅਸੀਂ ਕਾਇਮ ਰਵਾਂਗੇ, ਉਹਦੀ ਕਿਤਾਬ ਦੀ ਚਰਚਾ ਹੁੰਦੀ ਰਹੇਗੀ। ਤੇ ਮੇਰਾ ਖਿਆਲ ਹੈ ਮੈਂ ਇਹਨਾਂ ਸ਼ਬਦਾਂ ਦੇ ਨਾਲ ਹੀ ਤੇ ਮੈਂ ਸਾਰੇ ਦੋਸਤਾਂ ਦਾ ਧੰਨਵਾਦ ਵੀ ਕਰਦਾ ਹਾਂ। ਤੇ ਅਸੀਂ ਅੱਜ ਗੁਰਪ੍ਰੀਤ ਨੂੰ ਇੱਕ ਸ਼ਰਧਾਂਜਲੀ ਦੇ ਸਕੇ, ਉਹਨੂੰ ਯਾਦ ਕਰ ਸਕੇ, ਜਿਹੜੇ ਸੱਜਣਾਂ ਨੇ ਵੀ ਇਹਦੇ ਵਿੱਚ ਸਾਥ ਦਿੱਤਾ। ਤੇ ਖਾਸ ਤੌਰ ਦੇ ਉੱਤੇ ਮੈਡਮ ਹਰਮੀਤ ਕੌਰ ਜੀ, ਜਿਹੜੇ ਅਸੀਂ ਕਾਲਜ ਵਿੱਚ ਇਕੱਠੇ ਪੜ੍ਹਾਉਂਦੇ ਹਾਂ, ਉਹ ਵੀ ਪੰਜਾਬੀ ਪੜ੍ਹਾਉਂਦੇ ਆ, ਮੈਂ ਵੀ ਪੰਜਾਬੀ ਪੜ੍ਹਾਉਣਾ। ਬੇਸ਼ੱਕ ਮੇਰੇ ਤੋਂ ਜ਼ਿਆਦਾ ਪੜ੍ਹੇ ਹੋਏ ਆ, ਉਹਨਾਂ ਨੇ PhD ਕੀਤੀ ਹੋਈ ਆ, ਤੇ ਪਰ ਮੈਂ ਉਹਨਾਂ ਤੋਂ ਘੱਟ ਪੜ੍ਹਿਆ ਹੋਇਆ, ਪਰ ਉਹ ਮੇਰਾ ਉਮਰ ਵਿੱਚ ਬੜਾ ਹੋਣ ਕਰਕੇ ਸਤਿਕਾਰ ਕਰਦੇ ਆ, ਤੇ ਮੇਰੇ ਬਾਰੇ ਉਹਨਾਂ ਨੇ ਬਹੁਤ ਚੰਗੇ ਸ਼ਬਦ ਬੋਲੇ ਆ। ਸ਼ਾਇਦ ਮੈਂ ਉਹਨਾਂ ਸ਼ਬਦਾਂ ਦੇ ਕਾਬਿਲ ਨਹੀਂ ਆ, ਪਰ ਮੈਂ ਇੰਨਾ ਜ਼ਰੂਰ ਆ, ਮੈਂ ਉਹਨਾਂ ਦੇ ਕਾਬਿਲ ਹੋਣ ਦੀ ਕੋਸ਼ਿਸ਼ ਜ਼ਰੂਰ ਕਰੂੰਗਾ, ਕਿ ਉਹਨਾਂ ਨੇ ਮੈਨੂੰ ਅਵੇਅਰ ਕਰ ਦਿੱਤਾ ਹੈ। ਤੇ ਇਸ ਪ੍ਰੋਗਰਾਮ ਦੇ ਵਿੱਚ ਜਿਹੜੇ ਸੁਹਜਾਤਮਕ ਜਾਂ ਕਹਿ ਲਓ ਤੁਸੀਂ ਇਹ ਟੈਕਨੀਕਲ ਜਿਹੜੀਆਂ ਚੀਜ਼ਾਂ ਉਹਦੇ ਵਿੱਚ ਸਹਾਇਤਾ ਕਰਨ ਵਾਲੇ ਸਾਡੇ ਬਹੁਤ ਹੀ ਪਿਆਰੇ ਬੱਚਿਆਂ ਵਰਗੇ ਹਰਪ੍ਰੀਤ ਤੇ ਪਰਮਿੰਦਰ, ਤੇ ਨਾਲ ਜਸਕਰਨ ਸਿੰਘ ਤੇ ਕਮਲੇਸ਼, ਜਿਹੜੇ ਇੱਥੇ ਬੈਠੇ ਪਟਿਆਲੇ, ਤੇ ਪ੍ਰੋਫੈਸਰ ਹਰਜਿੰਦਰ ਸਿੰਘ ਸੇਖੋਂ, ਲੈਲਪੁਰ ਖਾਲਸਾ ਕਾਲਜ ਪੜ੍ਹਾਉਣ ਵਾਲੇ,
ਤੇ ਮੇਰੇ ਬੇਟੇ ਦਿਲਦਾਰ ਤੇ ਮਹਿਤਾਬ ਤੇ ਮੇਰੀ ਘਰਵਾਲੀ ਕੁਲਵਿੰਦਰ ਕੌਰ, ਉਹ ਵੀ ਸਾਰੇ ਰਲ ਕੇ ਅਸੀਂ ਜਿਹਨੂੰ ਕਹਿੰਦੇ ਆ ਵੀ ਇੱਕ ਇੱਕ ਬੂੰਦ ਇੱਕ ਇੱਕ ਤਿਲ ਪੁਲ ਕਰਕੇ ਅਸੀਂ ਇਹ ਪ੍ਰੋਗਰਾਮ ਚਲਾਉਂਦੇ ਆ ਤੇ ਸਾਰਿਆਂ ਦੀ ਰਲ ਕੇ ਹੀ ਇਹ ਸਾਡਾ ਪ੍ਰੋਗਰਾਮ ਚੱਲਦਾ ਹੈ। ਤੇ ਮੈਂ ਹੁਣ ਕੋਈ ਪ੍ਰੋਗਰਾਮ ਵਿੱਚ ਕੋਈ ਤਬਦੀਲੀ ਹੋਈ ਹੈ, ਮੈਂ ਸਾਰਿਆਂ ਨੂੰ ਦੱਸਦਾ ਇਹਦੇ ਬਾਰੇ। ਜਿਹੜਾ ਹੈ ਇਸ ਲੈਕਚਰ ਦੇ ਵਿੱਚ, ਇਸ ਪ੍ਰੋਗਰਾਮ ਦੇ ਵਿੱਚ ਬਾਬਾ ਭਾਗ ਸਿੰਘ ਯੂਨੀਵਰਸਿਟੀ ਦੇ ਡਾਕਟਰ ਹਰਪ੍ਰੀਤ ਸਿੰਘ ਜੀ ਨੇ ਇੱਕ ਪੇਪਰ ਤਿਆਰ ਕੀਤਾ ਸੀਗਾ। ਕੁਝ ਬਾਰਿਸ਼ ਦੇ ਮੌਸਮ ਕਰਕੇ ਜਾਂ ਉੱਥੇ ਨੈਟ ਦੀ ਕੋਈ ਸਮੱਸਿਆ ਸੀਗੀ ਤੇ ਇਸ ਕਰਕੇ ਉਹ ਦਰਮਿਆਨ ਵਿੱਚ ਉਹਨਾਂ ਦਾ ਲੈਕਚਰ ਨਹੀਂ ਹੋ ਸਕਿਆ। ਪਰ ਮੇਰੇ ਖਿਆਲ ਸ਼ਾਇਦ ਹੁਣ ਮੀਂਹ ਹਟ ਗਿਆ ਜਾਂ ਉਹਨਾਂ ਨੇ ਨੈਟ ਦਾ ਕੁਝ ਬੰਦੋਬਸਤ ਕਰ ਲਿਆ ਤੇ ਉਹ ਤਿਆਰ ਹੋ ਗਿਆ ਤੇ ਉਹ ਆਪਣਾ ਪੇਪਰ ਉਹਨਾਂ ਨੇ ਵੀਡੀਓ ਬਣਾ ਕੇ ਭੇਜ ਦਿੱਤੀ ਹੈ ਤੇ ਉਹ ਅਸੀਂ ਹੁਣ ਅਪਲੋਡ ਕਰਨ ਲੱਗੇ ਆ। ਤੇ ਸਾਰੇ ਦਰਸ਼ਕਾਂ ਨੂੰ ਬੇਨਤੀ ਆ ਇਸ ਪ੍ਰੋਗਰਾਮ ਵਿੱਚ ਜੁੜੇ ਹੋਇਆਂ ਨੂੰ ਕਿ ਉਹ ਡਾਕਟਰ ਹਰਪ੍ਰੀਤ ਸਿੰਘ ਜੀ ਦੇ ਜਿਹੜਾ ਉਹਨਾਂ ਦਾ ਪੇਪਰ ਲਿਖਿਆ ਇੱਕ ਗੁਰਪ੍ਰੀਤ ਗੀਤ ਬਾਰੇ, ਤੇ ਇੱਕ ਵਿਦਵਾਨ ਦੀ ਨਜ਼ਰ ਵਿੱਚ ਗੁਰਪ੍ਰੀਤ ਗੀਤ ਦੀ ਕਵਿਤਾ, ਤੇ ਇਹ ਵੀ ਸਾਰੇ ਜ਼ਰੂਰ ਸੁਣ ਲੈਣ। ਤੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਾਂ ਹੁਣ ਡਾਕਟਰ ਹਰਪ੍ਰੀਤ ਸਿੰਘ ਜੀ ਨੂੰ ਸੁਣਦੇ ਹਾਂ ਗੁਰਪ੍ਰੀਤ ਦੀ ਕਵਿਤਾ ਬਾਰੇ। ਤਰ੍ਹਾਂ ਬੇਵਕਤੇ ਜਾਣਾ, ਜਿੱਥੇ ਉਹਦੇ ਪਰਿਵਾਰ, ਘਰ ਅਤੇ ਰਿਸ਼ਤੇਦਾਰਾਂ ਲਈ ਬਹੁਤ ਦੁਖਦ ਅਨੁਭਵ ਰਿਹਾ, ਉੱਥੇ ਉਹਨਾਂ ਦੇ ਜਿਹੜੇ ਪਾਠਕ ਨੇ, ਦੋਸਤ ਨੇ, ਉਹਨਾਂ ਲਈ ਵੀ ਇਹ ਘਟਨਾ ਬੜੀ ਦੁਖਦ ਹੈ। ਅਤੇ ਅਸੀਂ ਉਹਨਾਂ ਦੇ ਘਰ ਪਰਿਵਾਰ, ਉਹਨਾਂ ਦੇ ਦੋਸਤ ਔਰ ਉਹਨਾਂ ਦੇ ਜਿਹੜੇ ਪਾਠਕ ਨੇ, ਉਹਨਾਂ ਲਈ ਅਸੀਂ ਇਹ ਕਹਿ ਸਕਦੇ ਹਾਂ ਕਿ ਉਹਨਾਂ ਦੀ ਗੁਰਪ੍ਰੀਤ ਦੀ ਕਵਿਤਾ ਜਿਹੜੀ ਆ ਉਹ ਸਾਡੇ ਲਈ ਇੱਕ ਸਿਰਜਣਾਤਮਕ ਭੂਮਿਕਾ ਨਿਭਾ ਸਕਦੀ ਆ ਇਸ ਦੁਖਦ ਪਰਿਸਥਿਤੀ ਦੇ ਵਿੱਚ, ਤਾਂ ਜੋ ਅਸੀਂ ਉਸ ਦੀ ਯਾਦ ਨੂੰ, ਉਸ ਦੀ ਕਵਿਤਾ ਨੂੰ ਆਉਣ ਵਾਲੇ ਵਕਤਾਂ ਤੱਕ ਸਾਂਭ ਕੇ ਰੱਖੀਏ ਅਤੇ ਉਸ ਦੀ ਕਵਿਤਾ ਜਿਹੜੀ ਆ ਉਹ ਸਾਡੀ ਜਿਹੜੀ ਜ਼ਹਿਨੀਅਤ ਆ ਉਹਦੇ ਵਿੱਚ ਸਿਰਜਣਾਤਮਕਤਾ ਦੇ ਜਿਹੜੇ ਬੀਜ ਆ ਉਹ ਆਰੋਪਿਤ ਕਰਦੀ ਰਹੇ। ਮੈਂ ਉਹਦੀ ਕਵਿਤਾ ਦੇ ਸੋਹਜ, ਸਾਹਿਤ ਅਤੇ ਸੁਪਨ ਸੰਸਾਰ ਬਾਰੇ ਬੋਲਣਾ ਸੀ ਅਤੇ ਉਹਦੇ ਮੇਨ ਜਿਹੜਾ ਉਹਦਾ ਕਹਿ ਲਓ ਕਿ ਵੀ ਮਕਸਦ ਸੀ ਇਸ ਕਵਿਤਾ ਦੇ ਵਿੱਚੋਂ ਪ੍ਰਗਟ ਹੁੰਦਾ ਆ, ਉਹ ਮੇਰੇ ਲਈ ਉਹਦੀ ਸਵੈ ਦਾ, ਉਹਦੀ ਸੈਲਫ ਦਾ, ਉਹਦੀ ਹੋਂਦ ਦਾ ਕਿਸ ਰੂਪ ਦੇ ਵਿੱਚ ਉਹ ਪ੍ਰਗਟਾ ਕਰਦੀ ਆ ਉਹ ਦੇਖਣਾ ਸੀ। ਗੁਰਪ੍ਰੀਤ ਗੀਤ ਦਾ ਤੁਰ ਜਾਣਾ ਸੁਭਾਵਿਕ ਨਹੀਂ ਹੈ, ਨਾ ਹੀ ਕੁਦਰਤਨ। ਉਸ ਦਾ ਜਾਣਾ ਇੱਕ ਸੰਭਾਵਨਾ ਅਤੇ ਸਿਰਜਣਾ ਦਾ ਜਾਣਾ ਵੀ ਹੈ। ਉਸ ਦਾ ਜਾਣਾ ਸਾਡੇ ਵਿੱਚੋਂ ਕਵਿਤਾ ਅਤੇ ਸ਼ਬਦ ਦਾ ਵਿਦਾ ਹੋਣਾ ਵੀ ਹੈ। ਮੈਂ ਅਜਿਹਾ ਕਿਉਂ ਕਹਿ ਰਿਹਾ ਹਾਂ? ਸ਼ਾਇਦ ਇਸ ਕਰਕੇ ਕਿ ਸਾਡੇ ਬ੍ਰਹਿਮੰਡ ਦੀ ਉਪਜਾਇਕਤਾ ਨੂੰ ਹੁਣ ਕੋਈ ਕੰਟਰੋਲ ਕਰ ਰਿਹਾ ਹੈ। ਸਾਡੇ ਪੌਣ, ਪਾਣੀ, ਸਾਡੇ ਪਰਿਵੇਸ਼, ਆਬੋ ਹਵਾ, ਮਿੱਟੀ, ਸਾਡੇ ਖੇਤ ਖਲਿਆਣ ਸਭ ਵਿਦਾ ਹੋ ਰਹੇ ਹਨ। ਉਹ ਸਾਡੇ ਸੀਰ ਨੂੰ ਹੋਰ ਨਹੀਂ ਹੰਢਾ ਸਕਦੇ, ਕਿਉਂਕਿ ਸਾਡੀ ਸੋਸ਼ੀਓ ਰਿਲੀਜੀਅਸ ਪੋਲੀਟੀਕਲ ਇੰਸਟੀਟਿਊਸ਼ਨਸ ਦਾ ਜੋ ਰਵੱਈਆ ਆ ਉਹ ਮਨੁੱਖ ਦੇ ਚੌਗਿਰਦੇ ਨਾਲ ਸਹਿ ਹੋਣ 'ਚੋਂ ਉਸਾਰੀ ਕਰਨ ਵਾਲਾ ਨਹੀਂ ਰਿਹਾ, ਨਾ ਹੀ ਅਸੀਂ ਉਸ ਸਪੇਸ ਲਈ ਜਦੋਜਹਿਦ ਕਰ ਸਕੇ ਹਾਂ। ਇਸ ਕਰਕੇ ਮਨੁੱਖ ਦਾ ਕਿਸੇ ਬਿਮਾਰੀ ਨਾਲ ਬੇਵਕਤੇ ਤੁਰ ਜਾਣਾ ਵੀ ਇੱਕ ਰਾਜਨੀਤਿਕ ਮਸਲਾ ਹੈ ਮੇਰੇ ਲਈ। ਇਸ ਨੂੰ ਵੱਡੇ ਪਰਿਦ੍ਰਿਸ਼ ਵਿੱਚ ਦੇਖਣ ਦੀ ਵੀ ਲੋੜ ਹੈ ਕਿ ਸਾਡੇ ਕੋਲ ਗੀਤ ਵਰਗੀਆਂ ਸਿਰਜਣਾਤਮਕ ਦੇਹਾਂ ਅਤੇ ਰੂਹਾਂ ਅਲਵਿਦਾ ਆਖ ਰਹੀਆਂ ਹਨ, ਜਿਨ੍ਹਾਂ ਨੂੰ ਇਸ ਮਿੱਟੀ 'ਚ ਜੰਮਣ ਦਾ ਸਿੱਟਾ ਵੀ ਭੁਗਤਣਾ ਪਿਆ। ਇਕਹਿਰੇ ਵਿਕਾਸ ਮਾਡਲ, ਕਾਰਪੋਰੇਟੀ ਅਰਥ ਵਿਵਸਥਾ ਨੂੰ ਪੂੰਜੀ ਸਾਮਰਾਜ ਨੇ ਜਿਸ ਹੈਂਕੜ ਨਾਲ ਸਿਰੇ ਚਾੜ੍ਹਨਾ ਹੈ, ਉਸ ਵਿੱਚ ਕਵਿਤਾ ਅਤੇ ਗੀਤ ਦੀ ਹੋਣੀ ਕੀ ਹੋਵੇਗੀ? ਇਹ ਸਾਡੇ ਵੇਲੇ ਦਾ ਸ਼ਾਇਦ ਇੱਕ ਸਭ ਤੋਂ ਵੱਡਾ ਸਵਾਲ ਵੀ ਬਣਦਾ ਹੈ। ਉਸ ਦੀ ਕਵਿਤਾ 'ਚ ਜਦੋਂ ਮੈਂ ਸੈਲਫ ਨੂੰ ਕੰਸਟਰਕਟ ਕਰਨ ਦੀ ਕੋਸ਼ਿਸ਼ ਕਰਦਾ ਹਾਂ ਤਾਂ ਮੈਂ ਇਹ ਦੇਖਦਾ ਕਿ ਉਹ ਆਪਣੇ ਇਰਦ ਗਿਰਦ ਜਿਹੜੀਆਂ ਉਹਦੀਆਂ ਹੈਜਮੋਨਿਕ ਇੰਸਟੀਟਿਊਸ਼ਨਸ ਨੇ ਉਹਨਾਂ ਨੂੰ ਡੀਕਨਸਟਰਕਟ ਵੀ ਕਰਦੀ ਜਾ ਰਹੀ ਆ, ਚਾਹੇ ਉਹਦੀ ਪਛਾਣ, ਸਮਾਜ, ਉਹਦਾ ਘਰ ਪਰਿਵਾਰ, ਚਾਹੇ ਉਹਦੀ ਕਹਿ ਲਓ ਕਿ ਵੀ ਸਾਡੀਆਂ ਦਾਬੇ ਦੀਆਂ ਜਿੰਨੀਆਂ ਵੀ ਸੰਸਥਾਵਾਂ ਨੇ ਪੋਲੀਟੀਕਲੀ ਵੀ ਹੋਣ, ਉਹਨਾਂ ਦੇ ਪ੍ਰਤੀ ਵੀ ਉਹਦੀ ਜਿਹੜੀ ਚੇਤਨਾ ਆ ਉਹ ਬਹੁਤ ਮਹੱਤਵਪੂਰਨ ਆ। ਇਸ ਪ੍ਰਸੰਗ 'ਚ ਉਹਦੀ ਕਵਿਤਾ ਤਾੜੀ ਵਾਂਗ ਦੇਖਣੀ ਬਹੁਤ ਲਾਜ਼ਮੀ ਹੋ ਜਾਂਦੀ ਆ ਕਿ ਉਹ ਉਹਦੇ ਵਿੱਚ ਆਪਣੇ ਸਵੈ ਨੂੰ ਕਾਫੀ ਹੱਦ ਤੱਕ ਸਿਰਜਣ ਦੀ ਕੋਸ਼ਿਸ਼ ਕਰਦੀ ਆ। ਇਸ ਦੇ ਹਵਾਲੇ ਨਾਲ ਉਹ ਕਿਸੇ ਵਾਦ ਵਿਵਾਦ ਦੇ ਤਿਲਿਸਮ ਤੋਂ, ਸਹੀ ਸਾਬਤ ਹੋਣ ਦੀ ਹੜਬੜੀ ਤੋਂ, ਅਕਲ ਦੀ ਸੱਤਾ ਤੋਂ ਮੁਕਤ ਹੋ ਕੇ ਸਿਰਫ ਨੱਚਣਾ ਚਾਹੁੰਦੀ ਆ। ਨੱਚਣਾ ਮੁਕਤੀ ਹੈ। ਬੇਸ਼ੱਕ ਇਸ ਨੂੰ ਓਸ਼ੋ ਵਾਲੀ ਫਾਰਮੂਲੇਸ਼ਨ ਦੇ ਵਿੱਚ ਵੀ ਦੇਖਿਆ ਜਾ ਸਕਦਾ, ਪਰ ਗੱਲ ਉਸ ਭਾਰ ਨੂੰ ਉਤਾਰਨ ਦੀ ਵੀ ਆ ਜੋ ਸਾਨੂੰ ਥਿਰਕਣ, ਮੌਲਣ, ਫੈਲਣ ਅਤੇ ਸੰਘਣੇ ਨਹੀਂ ਹੋਣ ਦਿੰਦਾ। ਉਸ ਭਾਰ ਦੀ ਨਿਸ਼ਾਨਦੇਹੀ ਬੇਸ਼ੱਕ ਇਹ ਕਵਿਤਾ ਨਹੀਂ ਕਰ ਪਾਉਂਦੀ, ਪਰ ਉਹ ਪਾਠਕਾਂ ਲਈ ਇਹ ਸਪੇਸ ਛੱਡ ਜਾਂਦੀ ਹੈ।
ਇਸੇ ਕਵਿਤਾ ਦਾ ਦੂਜਾ ਹਿੱਸਾ ਜਿਸ 'ਚ ਉਹ ਆਪਣੀ ਹੋਂਦ ਅਸਤਿਤਵ ਦੇ ਕਣ ਕਣ ਨੂੰ ਜਿਉਂਦਾ ਰੱਖਦੀ ਆ, ਨੱਚਣਾ ਦੇਖਣਾ ਲੋਚਦੀ ਆ, ਪਰ ਉਹ ਨੱਚਣ ਦੇ ਜਸ਼ਨ 'ਚ ਵਿਅਸਤ ਹੋ ਕੇ ਕਥਾਰਸਿਸ ਕਰਕੇ ਆਪਣੇ ਆਪ ਨੂੰ ਤਸੱਲੀ ਨਹੀਂ ਦਿੰਦੀ। ਉਹ ਅਗਲਾ ਵਾਕ ਬੰਨ੍ਹਦੀ ਹੈ ਕਿ ਆਦਿ ਬਿੰਦੂ ਤੋਂ ਸ਼ੁਰੂ ਹੋਣਾ ਹੈ ਮੈਂ, ਅਤੇ ਫਿਰ ਪਾਰਦਰਸ਼ੀ ਸ਼ੀਸ਼ੇ ਦੇ ਆਰ ਪਾਰ ਲੰਘ ਜਾਣਾ ਮੈਂ, ਆਦਿ ਬਿੰਦੂ ਤੋਂ ਲੱਗੀ ਹਾਂ ਸ਼ੁਰੂ ਹੋਣ। ਤਤਕਾਲੀ ਵਰਤਮਾਨ ਬਿੰਦੂ ਤੋਂ ਖੜ ਕੇ ਆਦਿ ਬਿੰਦੂ ਦੀ ਇਹ ਪਿਛਲ ਯਾਤਰਾ ਉਸ ਭਵਿੱਖੀ ਧਰਵਾਸ ਲਈ ਹੈ ਜਿੱਥੋਂ ਮੁਕਤੀ ਦਾ ਅਰਥ ਬੋਧ ਤੋਂ ਮੁਕਤੀ ਨਹੀਂ ਸਗੋਂ ਗਲਬਿਆਂ ਤੋਂ ਮੁਕਤ ਹੋਣਾ ਹੈ। ਇਤਿਹਾਸ ਦੀ ਪੈੜ ਨੱਪਦਿਆਂ ਗੀਤ ਮੀਰਾ ਦੀ ਪਰੰਪਰਾ ਨਾਲ ਵੀ ਜਾ ਜੁੜਦੀ ਹੈ, ਜਿੱਥੋਂ ਉਹ ਪ੍ਰੇਮ ਅਤੇ ਮੰਡੀ ਦੀ ਡਾਇਲੈਕਟਿਕਸ ਨੂੰ ਵੀ ਫੜਦੀ ਹੈ। ਇਹ ਉਸ ਦੀ ਕਵਿਤਾ ਜਿਹੜੀ ਪ੍ਰੇਮ ਸਖਣੀ ਮੀਰਾ ਆ, ਉਹ ਇਸ ਪ੍ਰਸੰਗ 'ਚ ਤੁਸੀਂ ਦੇਖ ਸਕਦੇ ਆ। ਅਤੇ ਉਹਦੀ ਸਵੈ ਦੀ ਸਿਰਜਣਾ ਸੰਬੰਧੀ ਉਹ ਕਹਿ ਲਓ ਕਿ ਵੀ ਗੁਰਪ੍ਰੀਤ ਕਾਫੀ ਹੱਦ ਤੱਕ ਸੁਚੇਤ ਸ਼ਾਇਰਾ ਆ। ਉਹ ਤਾਂ ਇੱਥੋਂ ਤੱਕ ਕਿ ਆਪਣੇ ਨਜ਼ਦੀਕੀ ਰਿਸ਼ਤੇ ਨੂੰ ਵੀ ਇੱਕ ਵਿੱਥ 'ਤੇ ਖੜ੍ਹਾ ਹੋ ਕੇ ਦੇਖਣ ਦੀ ਹਦਾਇਤ ਕਰਦੀ ਆ, ਤਾਂ ਜੋ ਕੋਈ ਉਹਦੇ ਉੱਤੇ ਹਾਵੀ ਨਾ ਹੋ ਸਕੇ। ਉਹ ਪਰਛਾਵੇਂ ਦਾ ਭਾਰ ਮਾਪਣਾ ਜਾਣਦੀ ਹੈ ਕਿ ਪਰਛਾਵੇਂ ਸੈਲਫ ਨੂੰ ਅਦਨਾ ਕਰ ਦਿੰਦੇ ਹਨ। ਇਹ ਪਰਛਾਵੇਂ ਅਲਥੂਸਰ ਦੇ ਆਖਣ ਵਾਂਗ ਵਿਚਾਰਧਾਰਕ ਅਤੇ ਦਾਬਾਮੂਲਕ ਯੰਤਰ ਹੁੰਦੇ ਹਨ ਜੋ ਨਾਗਰਿਕ ਮਨੁੱਖ ਜਾਂ ਉਹਦੀ ਹੋਂਦ ਨੂੰ ਆਪਣੇ ਅਨੁਸ਼ਾਸਨ, ਤਹਿਜ਼ੀਬ ਅਤੇ ਰੰਗ ਵਿੱਚ ਰੰਗਣ ਲਈ ਹਰ ਹਥਕੰਡਾ ਵਰਤਦੇ ਨੇ। ਗੀਤ ਇਸ ਬਾਬਤ ਸੁਚੇਤ ਹੈ ਅਤੇ ਉਸਦੀ ਕਵਿਤਾ ਇਹਨਾਂ ਪਰਛਾਵਿਆਂ ਨੂੰ ਕਵਿਤਾ ਦੀ ਸਰਗਰਮੀ ਨਾਲ ਕੱਟ ਦਿੰਦੀ ਹੈ, ਪਰ ਇਹ ਕੱਟਣ ਰੱਦਣ ਦੀ ਜਿਹੜੀ ਉਹਦੀ ਵਿਧੀ ਆ ਉਹ ਬਹੁਤ ਝਿਜਕ ਅਤੇ ਸੰਜਮ ਵਾਲੀ ਆ। ਬਹੁਤ ਸੂਖਮਤਾ ਨਾਲ ਉਹ ਸੰਜਮੀ ਘਾਹ ਭਾਸ਼ਾ ਦੇ ਜ਼ਰੀਏ ਉਸ ਦਾ ਉਚਾਰ ਜਿਹੜਾ ਉਹ ਪ੍ਰਗਟ ਕਰਦੀ ਹੈ। ਇਸ ਪ੍ਰਸੰਗ 'ਚ ਉਹਦੀ ਉਡਾਨ ਕਵਿਤਾ ਜਿਹੜੀ ਉਹ ਦੇਖਣੀ ਸਾਡੇ ਲਈ ਬਹੁਤ ਜ਼ਰੂਰੀ ਹੋ ਜਾਂਦੀ ਆ। ਗੁਰਪ੍ਰੀਤ ਜਿਹੜੀ ਆ ਉਹ ਕਮਰਸ਼ੀਅਲ ਦੌਰ ਦੀ ਗੱਲ ਆਪਣੀ ਪੁਸਤਕ ਦੇ ਵਿੱਚ ਵੀ ਲੈ ਕੇ ਆਉਂਦੀ, ਚਾਹੇ ਉਹ ਕਵਿਤਾ ਦੇ ਜ਼ਰੀਏ ਲੈ ਕੇ ਆਵੇ ਜਾਂ ਉਹਦੇ ਜਿਹੜੀ ਮੁੱਖਬੰਦ ਲਿਖਿਆ ਭੂਮਿਕਾ ਵਜੋਂ ਉਹਦੇ ਵਿੱਚ ਵੀ ਆਪਾਂ ਉਹਦੀਆਂ ਲਾਈਨਾਂ ਪੜ੍ਹ ਸਕਦੇ ਹਾਂ। ਗੁਰਪ੍ਰੀਤ ਕਹਿੰਦੀ ਕਿ ਇਸ ਕਮਰਸ਼ੀਅਲ ਦੌਰ ਦੇ ਡੈਮੇਜ ਹੋ ਰਹੀ ਆਤਮਾ ਅਤੇ ਬੁੱਧੀ ਨੂੰ ਸਿਉਣ ਲਈ ਤੋਪਾ ਸਿਰਜਦੀ ਹਾਂ। ਰੁੰਡ ਮਰੁੰਡ ਹੋਏ ਰੁੱਖਾਂ ਦੇ ਦੁਬਾਰਾ ਉੱਗੇ ਪੱਤੇ ਦੇਖ ਕਵਿਤਾ 'ਚ ਆਪਣਾ ਵਿਸ਼ਵਾਸ ਮੁੜ ਸੁਰਜੀਤ ਕਰਦੀ। ਇਸ ਡੈਮੇਜ ਹੋ ਰਹੇ ਸਮੇਂ ਨੂੰ ਸਵਾਰਨ ਅਤੇ ਉਦਾਸੀ 'ਚੋਂ ਨਿਕਲਣ ਲਈ ਕਵਿਤਾ ਉਸ ਦਾ ਮੁੱਖ ਵਾਕ ਬਣਦੀ ਹੈ। ਇਹ ਉਹਦਾ ਕਾਵਿ ਪ੍ਰਵਚਨ ਆ ਜਿਹੜਾ ਇੱਕ ਵੱਡਾ ਮੋਟਿਵ ਸਾਡੇ ਲਈ ਸਿਰਜ ਕੇ ਜਾ ਰਿਹਾ। ਅਤੇ ਮੈਂ ਆਪਣੀ ਗੱਲ ਸੰਖੇਪ 'ਚ ਅੰਤਿਮ ਤੌਰ 'ਤੇ ਇਹ ਗੱਲ ਕਹਿਣੀ ਚਾਹਾਂਗਾ ਕਿ ਉਸਦੀ ਕਵਿਤਾ 'ਚ ਇੱਕ ਜਜ਼ਬਾ ਹੈ, ਭਾਵੁਕਤਾ ਹੈ, ਪਰ ਕੋਈ ਬਿਆਨਬਾਜ਼ੀ, ਦਾਅਵਾ ਜਾਂ ਕਿਸੇ ਕਿਸਮ ਦੀ ਸਥਾਪਨਾ ਲਈ ਕਾਹਲ ਨਹੀਂ ਹੈ, ਨਾ ਹੀ ਉਚੇਚ ਅਤੇ ਨਾ ਹੀ ਹਉਮੈ। ਉਹ ਆਪਣੇ ਸੁਭਾਅ ਵਰਗੀ ਸੋਜ਼ਮਈ, ਕੋਮਲ, ਸੰਵੇਦਨਸ਼ੀਲ ਅਤੇ ਸਬਰ ਵਾਲੀ ਕਵਿਤਾ ਰਚਦੀ ਹੈ ਜਿਸ ਦੇ ਕੇਂਦਰ ਵਿੱਚ ਕੋਈ ਇੱਕ ਆਕਾਰ ਨਹੀਂ ਸਗੋਂ ਇੱਕ ਦਿਲ ਹੈ ਜੋ ਨਿਰੰਤਰ ਧੜਕ ਰਿਹਾ ਹੈ। ਇਹ ਖਾਮੋਸ਼ ਜਿਹੀ ਧੜਕਣ ਉਸਦੀ ਸਮੁੱਚੀ ਕਵਿਤਾ ਵਿੱਚ ਹਾਜ਼ਰ ਰਹਿੰਦੀ ਹੈ। ਉਸਦੇ ਜਾਣ ਤੋਂ ਬਾਅਦ ਇਹ ਸਦਾ ਬਣੀ ਰਹੇਗੀ, ਇਹ ਮੇਰਾ ਵਿਸ਼ਵਾਸ ਹੈ, ਕਿਉਂਕਿ ਉਸਦੀ ਹੋਂਦ ਅਤੇ ਕਵਿਤਾ ਸਵੈ ਵਿਸ਼ਵਾਸ ਨਾਲ ਭਰੀ ਹੋਈ ਸੀ। ਇਸ ਦਾ ਕਾਰਨ ਉਸਦੀ ਉਹ ਸਮੁੱਚੀ ਸ਼ਾਇਰੀ ਵੀ ਬਣਦੀ ਹੈ। ਅੰਤ 'ਚ ਮੈਂ ਉਸਦੀ ਇਸ ਕਵਿਤਾ ਨਾਲ ਵਿਦਾ ਹੁੰਦਾ ਹਾਂ। ਭਿੱਜੇ ਸੁਰਾਂ ਦਾ ਵਿਰਲਾਪ ਨਹੀਂ ਹੁੰਦਾ, ਮਹਿਜ ਸਿੱਲ ਹੁੰਦੀ ਹੈ, ਸ਼ਬਦ ਸ਼ਬਦ ਨੂੰ ਕਵਚ 'ਚ ਉਤਾਰ ਲੈਂਦੀ, ਥੁੱਕ ਦਿੰਦੀ ਹੈ ਮੌਤ। ਭਿੱਜੇ ਸੁਰ ਕਦੇ ਨਹੀਂ ਮਰਦੇ, ਤਾਜ਼ਾ ਰਹਿੰਦੇ ਗੀਤ ਦੀ ਆਗੋਸ਼ ਵਿੱਚ। ਗੁਜ਼ਾਰਾ ਹਰਪ੍ਰੀਤ ਜੀ ਦੇ ਕਿ ਟੈਕਨੀਕਲ ਐਰਰ ਹੋਣ ਦੇ ਬਾਵਜੂਦ ਉਹਨਾਂ ਨੇ ਸਾਨੂੰ ਆਪਣੀ ਆਡੀਓ ਰਿਕਾਰਡ ਕਰਕੇ ਭੇਜੀ ਤੇ ਅਸੀਂ ਉਹ ਸਾਰਿਆਂ ਨਾਲ ਸਾਂਝੀ ਕਰ ਸਕੇ। ਇਸ ਦੇ ਨਾਲ ਹੀ ਅਸੀਂ ਅੱਜ ਦਾ ਜਿਹੜਾ ਪ੍ਰੋਗਰਾਮ ਆ ਇਸ ਦੇ ਅੰਤਿਮ ਪੜਾਅ ਵੱਲ ਵੱਧ ਰਹੇ ਹਾਂ। ਤਾਂ ਮੇਰੀ ਬਹੁਤ ਅਸੀਂ ਸਾਰਿਆਂ ਦੇ ਬਹੁਤ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇੰਨਾ ਲੰਬਾ ਵਕਤ ਇੰਨਾ ਲੰਬਾ ਵਕਤ ਸਾਡੇ ਨਾਲ ਬਣੇ ਰਹੇ। ਤਾਂ ਅਸੀਂ ਗਗਨਦੀਪ ਜੀ ਦੇ ਵੀ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਇੱਕ ਇੰਨੀ ਵਧੀਆ ਕਵਿਤਰੀ ਦੇ ਨਾਲ ਸਾਨੂੰ ਰੂਬਰੂ ਕਰਾਇਆ। ਅਸੀਂ ਬੇਸ਼ੱਕ ਉਹਨਾਂ ਨੂੰ ਜਾਣਦੇ ਸੀ, ਪਰ ਸ਼ਾਇਦ ਜੇ ਗਗਨਦੀਪ ਜੀ ਇੰਨੀ ਜ਼ਿਆਦਾ ਉਸ ਚੀਜ਼ ਨੂੰ ਨਾ ਸਾਨੂੰ ਆ ਕੇ ਦੱਸਦੇ, ਉਹਨਾਂ ਬਾਰੇ ਨਾ ਦੱਸਦੇ, ਸ਼ਾਇਦ ਇਸ ਤਰ੍ਹਾਂ ਨਾ ਪਤਾ ਲੱਗਦਾ। ਔਰ ਮੈਂ ਹਰਪ੍ਰੀਤ ਜੀ ਬਾਰੇ ਵੀ ਕਹਿਣਾ ਚਾਹੂੰਗੀ ਕਿ ਡਾਕਟਰ ਹਰਪ੍ਰੀਤ ਵੀ ਇਸ ਪੁਸਤਕ ਦੇ ਵਿੱਚ ਉਹਨਾਂ ਦਾ ਵੀ ਬਹੁਤ ਵੱਡਾ ਯੋਗਦਾਨ ਹੈ। ਉਹਨਾਂ ਨੇ ਇਸ ਦਾ ਖਰੜਾ ਜਿਹੜਾ ਉਹਦੀ ਪ੍ਰੂਫ ਰੀਡਿੰਗ ਕੀਤੀ ਸੀ। ਇਸ ਜਿਹੜਾ ਪੂਰੇ ਦਾ ਪੂਰਾ ਜਿਹੜਾ ਪ੍ਰੋਗਰਾਮ ਸੀ ਇਹਦੇ ਵਿੱਚ ਜਿੰਨੇ ਵੀ ਲੋਕ ਜੁੜੇ ਹੋਏ ਸੀ ਉਹਨਾਂ ਵਿੱਚ ਸਾਰਿਆਂ ਦਾ ਕਿਤੇ ਨਾ ਕਿਤੇ ਜਿਹੜਾ ਗੁਰਪ੍ਰੀਤ ਗੀਤ ਨਾਲ ਕੋਈ ਨਾ ਕੋਈ ਜਿਹੜਾ ਤਾਲੁਕ ਉਹ ਸੀ। ਇਸ ਦੇ ਨਾਲ ਜਿਹੜੀ ਪ੍ਰਕਾਸ਼ਨਾਂ ਦੇ ਵਿੱਚ ਜਿਹੜੀ ਸੂਰਜਾਂ ਦੇ ਵਾਰਿਸ ਪ੍ਰਕਾਸ਼ਨ ਜਿਹੜਾ ਹੈ, ਉਹਨਾਂ ਨੇ ਇਸ ਚੀਜ਼ ਨੂੰ ਇਹਨੂੰ ਨਾਲ ਜਿਹੜਾ ਪੂਰਾ ਪੁਸਤਕ ਨੂੰ ਪੂਰਾ ਰੂਪ ਦੇਣ ਵਿੱਚ ਉਹਨਾਂ ਨੇ ਬਹੁਤ ਮਦਦ ਕੀਤੀ। ਜਿਹੜੀ ਸ਼ਬਦ ਜੜਤ ਜਿਹੜਾ ਇਹਦੇ ਵਿੱਚ ਇਹ ਸਾਹਮਣੇ ਹੈ, ਸ਼ਬਦ ਜੜਤ ਦੇ ਲਈ ਨਰਿੰਦਰ ਸਿੰਘ ਸੰਧੂ ਉਹਨਾਂ ਨੇ ਵੀ ਪੂਰੀ ਜਿਹੜਾ ਯੋਗਦਾਨ ਦਿੱਤਾ। ਹਰ ਇੱਕ ਦੀ ਕੋਸ਼ਿਸ਼ ਸੀ ਕਿ ਗੀਤ ਦੇ ਇਹ ਹੁੰਦਿਆਂ ਇਹ ਕਿਤਾਬ ਜਿਹੜੀ ਗੀਤ ਦੇ ਹੱਥਾਂ ਤੱਕ ਪਹੁੰਚ ਸਕੇ। ਬੇਸ਼ੱਕ ਉਹ ਨਹੀਂ ਪਹੁੰਚੀ, ਪਰ ਜਿਨ੍ਹਾਂ ਨੇ ਇਸ ਚੀਜ਼ ਵਿੱਚ ਪੂਰੀ ਕੋਸ਼ਿਸ਼ ਕੀਤੀ ਕਿ ਅਸੀਂ ਉਹ ਤੱਕ ਪਹੁੰਚਾਈਏ, ਉਹਨਾਂ ਦੇ ਸਿਰੜ ਨੂੰ ਸਲਾਮ ਹੈ।
ਬਹੁਤ ਬਹੁਤ ਮਿਹਰਬਾਨੀ ਸਾਰਿਆਂ ਦੀ ਇਸ ਪੇਜ ਨਾਲ ਜੁੜਨ ਲਈ। ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ। ਆਪ ਚਲਾਉਂਦੇ ठीक है, ओके। हाँ, जल्दी से